ਮਹਾਰਾਣੀ ਐਲਿਜ਼ਾਬੈਥ II ਉਹਨਾਂ ਦਾ ਕੱਲ ਦੇਹਾਂਤ ਹੋ ਗਿਆ ਤੇ ਉਹਨਾਂ ਦੀ ਮੌਤ ਦੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ। ਕਾਫੀ ਸਾਰੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਦੇਖੇ। ਲੰਬੀ ਰਾਜ ਸੱਤਾ ਉਹਨਾਂ ਦੇ ਆਪਣੇ ਤਖਤ ਅਤੇ ਲੋਕਾਂ ਲਈ ਜਿਹੜਾ ਦ੍ਰਿੜ ਸਮਰਪਣ ਸੀਗਾ, ਇੱਕ ਭਾਵਨਾ ਸੀ, ਉਹਨਾਂ ਲਈ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ। ਇੱਕ ਜ਼ਮਾਨਾ ਜਦੋਂ ਰਾਜੇ ਰਾਣੀਆਂ ਦਾ ਪਹਿਲਾਂ ਜਦੋਂ ਇਹ ਰੂਲ ਕਰਦੇ ਹੁੰਦੇ ਸੀ, ਸਭ ਕੁਝ ਇਹਨਾਂ ਦੇ ਹੱਥ ਪਾਸ ਸੀ। ਉਦੋਂ ਤੁਸੀਂ ਇਹ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਸਟੇਟ ਕਿਹੜੀ ਆ ਤੇ ਗਵਰਨਮੈਂਟ ਕਿਹੜੀ ਆ। ਉਹ ਕੀ ਕਰਦੇ ਸੀ, ਮਿਸਾਲ ਦੇ ਤੌਰ ਤੇ ਕਿਸੇ ਬੰਦੇ ਨੂੰ ਕਹਿਣਾ ਕਿ ਇਸ ਬੰਦੇ ਨੇ ਦੇਸ਼ ਧਰੋਹੀ ਕਾਰਵਾਈ ਕੀਤੀ ਹੈ, ਅੱਛਾ ਇਹ ਤਾਂ ਇਲਜ਼ਾਮ ਲਾਤਾ, ਆਪੇ ਹੀ ਫੈਸਲਾ ਕਰ ਦੇਣਾ ਕਿ ਇਸ ਦਾ ਜਿਹੜਾ ਫੈਸਲਾ ਇਹ ਹੈ ਕਿ ਇਹਦਾ ਸਿਰ ਕਤਲ ਕੀਤਾ ਜਾਵੇ। ਡਾਕਟਰ ਸਾਹਿਬ ਹੁਣ ਗੱਲ ਕਰਦੇ ਹਾਂ ਜੀ ਸਾਊਥ ਸਰੀ ਬਾਈ ਇਲੈਕਸ਼ਨ ਦੀ, ਜਿਹੜੀ ਕਿ 10 ਸਤੰਬਰ ਜਾਣੀ ਕਿ ਕੱਲ ਨੂੰ ਹੈਗੀ ਆ। ਤੇ ਫਿਰ ਇਸ ਦੇ ਵਿੱਚ 5 ਉਮੀਦਵਾਰ ਹੈਗੇ ਇਲੈਕਸ਼ਨ BC ਦੇ ਮੁਤਾਬਕ, ਤੇ ਜਿਹੜੇ 5 ਹੀ ਉਮੀਦਵਾਰ ਹੈਗੇ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਬਿਲੋਂਗ ਕਰਦੇ ਆ। ਇਹਨਾਂ ਵਿੱਚੋਂ 2 ਪੰਜਾਬੀ ਮੂਲ ਦੇ ਆ। ਮੇਰਾ ਖਿਆਲ ਇਹ ਬਾਈ ਇਲੈਕਸ਼ਨ ਜਿੱਦਾਂ ਰਡਾਰ ਤੋਂ ਦੂਰ ਚਲ ਗਈ ਹੁੰਦੀ ਹੈ ਨਾ, ਇਸ ਤਰ੍ਹਾਂ ਹੋਈ ਹੈ। ਕੋਈ ਡਿਸਕਸ ਹੀ ਨਹੀਂ ਕਰਦਾ, ਕੋਈ ਗੱਲਬਾਤ ਨਹੀਂ ਹੋ ਰਹੀ ਇਸ ਵਾਰ। ਮਿਊਨਿਸਪਲ ਇਲੈਕਸ਼ਨ ਦੀ, ਸਿਵਿਕ ਇਲੈਕਸ਼ਨ ਦੀ ਜ਼ਿਆਦਾ ਗੱਲਬਾਤ ਹੋ ਰਹੀ ਹੈ ਜੀ, ਤੇ ਐਕਚੁਅਲੀ ਬਾਈ ਇਲੈਕਸ਼ਨ ਦੀ ਉੱਥੇ ਘੱਟ ਗੱਲ ਹੁੰਦੀ ਹੈ। ਸਾਈਡ ਲਾਈਨ ਹੋ ਗਈ ਬਾਈ ਇਲੈਕਸ਼ਨ। ਵੈਸੇ ਤੁਸੀਂ ਸੁਣਿਆ ਹੋਣਾ ਬਹੁਤ ਵਾਰੀ ਕਿ ਲੋਕ ਝੂਠ ਬੋਲ ਕੇ ਆਪਣੀ ਜੌਬ ਲੈਂਦੇ ਆ, ਖਾਸ ਕਰਕੇ ਜਿੱਥੇ ਸੀਟਾਂ ਰਿਜ਼ਰਵ ਕੀਤੀਆਂ ਜਾਂਦੀਆਂ ਨੇ। ਇਦੋਂ ਵੱਡੀ ਵੀ ਗੱਲ ਸੀ ਕਿ ਪਿਛਲੀ ਵਾਰ ਜਦੋਂ 2020 ਦੇ ਵਿੱਚ US ਦੀਆਂ ਇਲੈਕਸ਼ਨ ਹੋਈਆਂ ਨਾ, ਹਾਂਜੀ, ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਨੋਮੀਨੇਸ਼ਨ ਚੱਲਦੀ ਸੀ ਜੀ। ਉਹਨਾਂ ਦੇ ਵਿੱਚ ਇੱਕ ਔਰਤ ਸੀ ਜਿਹੜੀ ਆਪਣੇ ਆਪ ਨੂੰ ਇੰਡੀਜਨਸ ਦੱਸਦੀ ਸੀ ਜੀ। ਰੇਡੀਓ ਇੰਡੀਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 9 ਸਤੰਬਰ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 6045929191 6045929191। स्वागत करते हैं डॉक्टर शिंदर पुरेवाल जी का। डॉक्टर साहब प्रोग्राम च स्वागत है जी। गुड मॉर्निंग। गुड मॉर्निंग डॉक्टर साहब, गलबात का सिलसिला शुरू करते हैं। महाराणी एलिजाबेथ II उन्हां दा कल देहांत हो गया ते उन्हां दी मौत दे नाल एक युग दा अंत हो गया। ਕਾਫੀ ਸਾਰੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਦੇਖੇ। ਲੰਬੀ ਰਾਜ ਸੱਤਾ, ਉਹਨਾਂ ਦੇ ਆਪਣੇ ਤਖਤ ਅਤੇ ਲੋਕਾਂ ਲਈ ਜਿਹੜਾ ਦ੍ਰਿੜ ਸਮਰਪਣ ਸੀਗਾ, ਇੱਕ ਭਾਵਨਾ ਸੀ, ਉਹਨਾਂ ਲਈ ਉਹਨਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ। ਹੁਣ ਮਹਾਰਾਣੀ ਜਿਹੜੀ ਐਲਿਜ਼ਾਬੈਥ II ਸੀ, ਉਹ ਸਾਡੇ ਸਟੇਟ ਦੇ ਹੈੱਡ ਸੀ। ਹਾਂਜੀ, ਸਾਨੂੰ ਇੱਕ ਡਿਸਟਿੰਗੁਇਸ਼ ਕਰਨਾ ਪੈਂਦਾ ਕਿ ਸਟੇਟ ਕੀ ਹੈ, ਗਵਰਨਮੈਂਟ ਕੀ ਹੈ। ਇੱਕ ਜ਼ਮਾਨਾ ਜਦੋਂ ਰਾਜੇ ਰਾਣੀਆਂ ਦਾ ਪਹਿਲਾਂ ਜਦੋਂ ਇਹ ਰੂਲ ਕਰਦੇ ਹੁੰਦੇ ਸੀ, ਸਭ ਕੁਝ ਇਹਨਾਂ ਦੇ ਹੱਥ ਪਾਸ ਸੀ। ਉਦੋਂ ਤੁਸੀਂ ਇਹ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਸਟੇਟ ਕਿਹੜੀ ਆ ਤੇ ਗਵਰਨਮੈਂਟ ਕਿਹੜੀ ਆ, ਕਿਉਂਕਿ ਰਾਜਾ ਹੀ ਸਭ ਕੁਝ ਡਿਸਾਈਡ ਕਰਦਾ ਸੀ ਜਾਂ ਰਾਣੀ ਸਭ ਕੁਝ ਡਿਸਾਈਡ ਕਰਦੀ ਸੀ। ਉਹ ਕੀ ਕਰਦੇ ਸੀ, ਮਿਸਾਲ ਦੇ ਤੌਰ ਤੇ ਕਿਸੇ ਬੰਦੇ ਨੂੰ ਕਹਿਣਾ ਕਿ ਇਸ ਬੰਦੇ ਨੇ ਦੇਸ਼ ਧਰੋਹੀ ਕਾਰਵਾਈ ਕੀਤੀ ਹੈ, ਅੱਛਾ ਇਹ ਤਾਂ ਇਲਜ਼ਾਮ ਲਾਤਾ, ਆਪੇ ਹੀ ਫੈਸਲਾ ਕਰ ਦੇਣਾ ਕਿ ਇਸ ਦਾ ਜਿਹੜਾ ਫੈਸਲਾ ਇਹ ਹੈ ਕਿ ਇਹਦਾ ਸਿਰ ਕਤਲ ਕੀਤਾ ਜਾਵੇ। ਹੁਣ ਇਹ ਸੁਣਵਾਈ ਵੀ ਕਰ ਦਿੱਤੀ ਉਹਨਾਂ ਨੇ, ਆਪੇ ਹੀ ਕਾਨੂੰਨ ਬਣਾ ਲਿਆ, ਆਪੇ ਹੀ ਉਹਨੂੰ ਸੁਣਵਾਈ ਕਰਤੀ। ਫਿਰ ਉਹਨੂੰ ਕਹਿਤਾ ਵੀ ਠੀਕ ਹੈ, ਇਹ ਤਾਂ ਹੁਣੇ ਹੀ ਕਤਲ ਕਰ ਦਿਓ। ਐਕਸੀਕਿਊਟ ਵੀ ਉਦੋਂ ਹੀ ਕਰਤਾ ਕੋਈ। ਹੁਣ ਅੱਜ ਕੱਲ੍ਹ ਜਿਹੜੀ ਪਹਿਲਾਂ ਤਾਂ ਦੇਸ਼ ਧਰੋਹੀ ਜੋ ਅਸੀਂ ਕਿਸੇ ਇਨਸਾਨ ਨੂੰ, ਕਿਸੇ ਸਿਟੀਜ਼ਨ ਨੂੰ ਕਹਿਣਾ ਹੋਵੇ ਨਾ,
ਪਹਿਲਾਂ ਤੁਹਾਨੂੰ ਲਾਅ ਬਣਾਉਣਾ ਪੈਣਾ। ਹਾਂਜੀ, ਲੈਜਿਸਲੇਚਰ ਦੇ ਵਿੱਚ ਇੱਕ ਸਰਕਾਰ ਨੇ ਉਹ ਲਾਅ ਬਣਾਉਣਾ, ਫਿਰ ਉਹਨੂੰ ਐਗਜ਼ੈਕਟਿਵ ਨੇ ਇੰਪਲੀਮੈਂਟ ਕਰਨਾ, ਉਹਨੂੰ ਇਨਫੋਰਸ ਕਰਨਾ, ਫਿਰ ਜੁਡੀਸ਼ਰੀ ਨੇ ਇਹ ਦੇਖਣਾ ਆ ਕਿ ਇਹਨਾਂ ਨੇ ਜਿਹੜੇ ਇਹ 'ਤੇ ਇਲਜ਼ਾਮ ਲਾਏ ਉਹ ਠੀਕ ਹੈ ਜਾਂ ਗਲਤ ਹੈ। ਸੋ 3 ਬ੍ਰਾਂਚਸ ਵੱਖਰੇ ਵੱਖਰੇ ਰੂਲ ਕਰਦੀਆਂ ਨੇ, ਅਤੇ ਉਹਨੂੰ ਅਖੀਰ ਦੇ ਵਿੱਚ ਫਾਂਸੀ ਲਾਉਣੀ ਜਾਂ ਨਹੀਂ ਲਾਉਣੀ ਉਹ ਕੋਰਟ 'ਤੇ ਡਿਪੈਂਡ ਕਰਦਾ। ਪਰ ਰਾਜੇ ਦੇ ਕੋਲ ਇਹ ਸਾਰੇ ਇਖਤਿਆਰ ਇੱਕ ਹੀ ਜਗ੍ਹਾ 'ਤੇ ਹੁੰਦੇ ਸੀ। ਉਹ ਫਿਰ ਕਹਿੰਦਾ ਕਿ ਇਸ ਬੰਦੇ ਨੂੰ ਕਤਲ ਕੀਤਾ ਜਾਵੇ, ਹੁਣੇ ਹੀ ਕੀਤਾ ਜਾਵੇ, ਮੇਰੇ ਸਾਹਮਣੇ ਕੀਤਾ ਜਾਵੇ, ਤੇ ਉਹ ਸਭ ਕੁਝ ਕਰ ਸਕਦਾ ਸੀ। ਉਸ ਵੇਲੇ ਸਟੇਟ ਦਾ ਤੇ ਸਰਕਾਰ ਦਾ ਕੋਈ ਫਰਕ ਨਹੀਂ ਸੀ। ਜਦੋਂ ਰਾਜੇ ਰਾਣੀਆਂ ਦਾ ਸਮਾਂ ਖਤਮ ਹੋਇਆ ਤਾਂ ਉਸ ਵੇਲੇ 2 ਫਾਰਮ ਆਏ ਆ ਸਾਡੇ ਸਾਹਮਣੇ, ਇੱਕ ਤਾਂ ਅਮਰੀਕਾ ਵਾਲਿਆਂ ਦਾ ਤਾਂ ਫਰਾਂਸ ਵਾਲਿਆਂ ਦਾ ਜਿਹੜਾ ਸਿਸਟਮ ਜਿਹਨੂੰ ਅਸੀਂ ਰਿਪਬਲਿਕ ਕਹਿੰਦੇ ਹਾਂ। ਹਾਂਜੀ, ਇਹ ਰਿਪਬਲਿਕ ਆਈਆਂ, ਇਹਨਾਂ ਨੇ ਸਟੇਟ ਦੀਆਂ ਇੰਸਟੀਟਿਊਸ਼ਨਸ ਵੱਖਰੀਆਂ ਕੀਤੀਆਂ ਕਿ ਸਟੇਟ ਜਿਹੜੀ ਉਹ ਵੱਖਰੀ ਹੋਵੇ, ਸਟੇਟ ਹੋਵੇ ਕਿ ਨਾਨ ਪਾਰਟੀਜ਼ਨ ਹੈ। ਦੂਸਰੇ ਪਾਸੇ ਡੈਮੋਕ੍ਰੇਸੀ ਨੂੰ ਰਿਫਲੈਕਟ ਕਰਦੀ, ਜਿਹੜੀ ਲੋਕਤੰਤਰ ਨੂੰ ਰਿਫਲੈਕਟ ਕਰਦੀ ਹੈ, ਸਰਕਾਰ ਹੋਵੇ। ਲੋਕਤੰਤਰ ਨੂੰ ਇਸ ਤਰ੍ਹਾਂ ਰਿਫਲੈਕਟ ਕਰਦੀ ਹੈ ਕਿ ਲੈਜਿਸਲੇਚਰ ਦੇ ਵਿੱਚ ਜਿਹਦੀ ਮੈਜੋਰਟੀ ਹੋਵੇ, ਜਿਸ ਪਾਰਟੀ ਦੀ ਮੈਜੋਰਟੀ ਹੈ, ਜਿਸ ਗਰੁੱਪ ਦੀ ਮੈਜੋਰਟੀ ਆ, ਉਹ ਆਪਣੇ ਹਿਸਾਬ ਨਾਲ ਕਾਨੂੰਨ ਬਣਾਉਣਗੇ। ਉਹਨਾਂ ਨੇ ਪ੍ਰੈਜ਼ੀਡੈਂਟ ਕੀ ਉਹਨਾਂ ਦਾ ਹੋਵੇ ਜਾਂ ਹੋ ਸਕਦਾ ਦੂਸਰੀ ਪਾਰਟੀ ਦਾ ਹੋਵੇ, ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਇੰਪਲੀਮੈਂਟ ਕਰਾਉਣਾ। ਪਰ ਇਹ ਕਰਾਉਣਾ ਕਿਹਨੇ ਇੰਪਲੀਮੈਂਟ? ਇਹ ਜਿਹੜੇ ਸਟੇਟ ਦੇ ਬੰਦੇ ਆ, ਜਿਹੜੇ ਕਿ ਨਾਨ ਪਾਰਟੀਜ਼ਨ ਹੋਣਗੇ ਜੀ। ਇਹ ਸਰਕਾਰ ਦੇ ਬੰਦੇ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਨਾ ਸਰਕਾਰ ਲਈ ਕੰਮ ਕਰਦਾ ਹੈ, ਇਹ ਟਰੂਡੋ ਲਈ ਕੰਮ ਨਹੀਂ ਕਰਦਾ ਕੋਈ ਵੀ, ਉਹ ਕੁਈਨ ਐਲਿਜ਼ਬeth ਲਈ ਕੰਮ ਕਰਦੇ ਆ। ਸਰਕਾਰ ਦੇ ਬੰਦੇ ਜਿਹੜੇ ਉਹਨਾਂ ਨੇ ਪਿੱਛੇ ਫੋਟੋ ਵੀ ਲਾਈ ਹੁੰਦੀ ਸੀ, ਕੁਈਨ ਐਲਿਜ਼ਬeth ਦੀ ਲਾਈ ਹੁੰਦੀ। ਹਾਂਜੀ, ਉਹ ਕਿਉਂਕਿ ਉਹ ਸਟੇਟ ਦੇ ਨਾਲੋਂ ਡਿਸਟਿੰਗੁਇਸ਼ ਕਰਨ ਲਈ ਕਰ ਲਿਆ ਕਿ ਅਸੀਂ ਤਾਂ ਨਾਨ ਪਾਰਟੀਜ਼ਨ ਆ। ਅੱਜ ਟਰੂਡੋ ਆ, ਕੱਲ ਨੂੰ ਕੋਈ ਹੋਰ ਪੋਲੀਵਰ ਆ ਜਾਵੇ, ਕੱਲ ਹੋਰ ਬੰਦਾ ਸੀ, ਹਾਰਪਰ ਸੀ। ਸੋ ਇਹਨਾਂ ਨੇ ਤਾਂ ਨਹੀਂ ਬਦਲਣਾ। ਹਾਂ, ਤੁਸੀਂ ਆਪਣੇ ADM ਬਦਲ ਸਕਦੇ ਆ, DM ਬਦਲ ਸਕਦੇ, ਜਿਹੜੀਆਂ ਨਿਯੁਕਤੀਆਂ ਹੁੰਦੀਆਂ ਅਸੀਂ ਆਰਡਰ ਇਨ ਕੌਂਸਲ ਅਪਾਇੰਟਮੈਂਟਸ ਕਹਿੰਦੇ ਜਿਹਨਾਂ ਨੂੰ, ਉਹ ਬਦਲੀਆਂ ਜਾ ਸਕਦੀਆਂ। ਪਰ ਜਿਹੜੇ ਬੰਦੇ ਪਰਮਾਨੈਂਟਲੀ ਉਹਨਾਂ ਲਈ ਕੰਮ ਕਰਦੇ ਆ ਸਟੇਟ ਲਈ, ਉਹ ਨਹੀਂ ਬਦਲੇ ਜਾ ਸਕਦੇ। ਮੈਨੂੰ ਆਪਣੀ ਗੱਲ ਯਾਦ ਹੈ, ਇੱਕ ਵਾਰੀ ਮੈਂ ਆਪਣੇ ਜੱਜ ਦੇ ਚੈਂਬਰ ਦੇ ਵਿੱਚ, ਉਸ ਵੇਲੇ ਮਿਕਲ ਜੌਂ ਬਣੀ ਸੀ, ਕਾਲੀ, ਇਹ ਹੇਸ਼ੀਅਨ ਕਾਲੀ ਹੈ ਐਕਚੁਅਲੀ, ਪਹਿਲੀ ਗਵਰਨਰ ਜਨਰਲ ਕੈਨੇਡਾ ਦੇ ਵਿੱਚ ਕਾਲੀ ਗਵਰਨਰ ਜਨਰਲ ਪਹਿਲੀ ਮਿਕਲ ਜੌਂ ਬਣੀ ਸੀ। ਤਾਂ ਉਹਨਾਂ ਨੇ ਫੋਟੋ, ਉਹ ਐਕਚੁਅਲੀ ਪਹਿਲਾਂ TV ਸਟਾਰ ਹੁੰਦੀ ਸੀ, ਉਹਦੀ ਵੈਸੇ ਵੀ ਸੁੰਦਰ ਹੈ, ਤੇ ਉਹਨਾਂ ਨੇ ਫੋਟੋ ਭੇਜੀਆਂ ਸਾਨੂੰ ਕਿ ਕੋਰਟ ਦੇ ਵਿੱਚ ਇੱਕ ਪਾਸੇ ਲਾ ਲੈਣੀਆਂ ਜਾਣ, ਕਿਉਂਕਿ ਉਹ ਵੀ ਗਵਰਨਰ ਜਨਰਲ ਦੀ ਵੀ ਤੁਸੀਂ ਲਾ ਸਕਦੇ ਹੋ। ਹਾਂਜੀ, ਪਰ ਮੈਂ ਬੈਠਾ ਸੀ, ਮੈਂ ਪਿੱਛੇ ਲਾ ਲਈ, ਜਿੱਥੇ ਮੈਂ ਬੈਠਾ ਸੀ ਉਹਦੇ ਪਿੱਛੇ ਵੱਡੀ ਕਰਕੇ ਫੋਟੋ ਉਹਦੀ ਲਾਤੀ, ਤੇ ਉੱਥੇ ਪਹਿਲਾਂ ਕੁਈਨ ਐਲਿਜ਼ਬeth ਦੀ ਹੁੰਦੀ ਸੀ, ਉਹ ਮੈਂ ਲਾ ਕੇ ਕਿਤੇ ਹੋਰ ਲਵਾਤੀ। ਤੇ ਇੱਕ ਜੱਜ ਮੈਨੂੰ ਆਟਵਾ ਤੋਂ ਮਿਲਣ ਆਇਆ, ਉਸ ਬੰਦੇ ਨੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ, ਅਸੀਂ ਗੱਲ ਕਰਦੇ ਰਹੇ, ਮੇਰੀ ਫੋਟੋ ਵੀ ਖਿੱਚੀ ਉਹਨੇ। ਹਾਂਜੀ, ਤਾਂ ਉਸ ਤੋਂ ਬਾਅਦ ਜਾ ਕੇ ਮੇਰੀ ਸੀਨੀਅਰ ਜੱਜ ਦੇ ਕੋਲ ਕੰਪਲੇਂਟ ਕੀਤੀ। ਉੱਥੇ ਕੰਪਲੇਂਟ ਕਿਉਂ? ਕਿ ਇਹਨੇ ਪਿੱਛੇ ਮਿਕਲ ਜੌਂ ਦੀ ਫੋਟੋ ਲਾਈ ਹੈ, ਇੱਥੇ ਕੁਈਨ ਐਲਿਜ਼ਬeth ਦੀ ਚਾਹੀਦੀ ਹੈ। ਤਾਂ ਨਾਲ ਉਹਦੇ ਕੋਲ ਫੋਟੋ ਵੀ ਸੀ, ਤੇ ਮੈਨੂੰ ਉੱਥੋਂ ਉਦੋਂ ਹੀ ਆਰਡਰ ਆ ਗਿਆ ਆਟਵਾ ਤੋਂ, ਕਹਿੰਦੇ ਵੀ ਚੱਕ ਕੇ ਇਹਦੀ ਫੋਟੋ ਜਿਹੜੀ ਆ ਪਰੇ ਰੱਖ ਤੇ ਇਹਦੇ ਜਗ੍ਹਾ ਤੇ ਕੁਈਨ ਐਲਿਜ਼ਬeth ਦੀ ਲਾ, ਕਿਉਂਕਿ ਸਟੇਟ ਦੀ ਹੈੱਡ ਜਿਹੜੀ ਆ, ਜਿਹੜੀ ਮਿਕਲ ਜੌਂ ਗਵਰਨਰ ਜਨਰਲ ਹੈ ਸਾਡੀ, ਉਹਦੀ ਰੈਪਰੈਜ਼ੈਂਟੇਟਿਵ ਆ। ਹਾਂਜੀ, ਅਸਲੀ ਜਿਹੜੀ ਸਟੇਟ ਦੀ ਹੈੱਡ ਹੈ ਉਹ ਕੁਈਨ ਐਲਿਜ਼ਬeth ਦਾ ਸੈਕੰਡ ਹੀ ਸੀ। ਹਾਂਜੀ, ਹੁਣ ਕੱਲ ਤੋਂ ਸ਼ਾਇਦ ਉਹਨਾਂ ਨੇ ਸਹੁੰ ਚੁਕਾਉਣੀ ਆ, ਜਿਹਨੂੰ ਅਸੀਂ ਪ੍ਰਿੰਸ ਚਾਰਲਸ ਕਹਿੰਦੇ, ਕੱਲ ਤੋਂ ਕਿੰਗ ਚਾਰਲਸ ਕਵਾਂਗੇ। ਹਾਂਜੀ, ਉਹਨਾਂ ਦੀ ਫੋਟੋ ਉਹਦੇ ਪਿੱਛੇ ਹੋਣੀ ਚਾਹੀਦੀ ਹੈ। ਇਹ ਸੱਤ ਹੀ ਜਾਂਦੇ ਵੀ ਤੁਸੀਂ ਫੋਟੋ ਗਵਰਨਰ, ਹਾਲਾਂਕਿ ਗਵਰਨਰ ਜਨਰਲ ਦੀ ਪਦਵੀ ਬਹੁਤ ਵੱਡੀ ਆ ਜੀ, ਪਰ ਉਹਦੀ ਫੋਟੋ ਵੀ ਲਾਉਣ ਨਹੀਂ ਸੀ ਦਿੰਦੇ ਕਿ ਇਹ ਸਟੇਟ ਨੂੰ ਰਿਪਰੈਜ਼ੈਂਟ ਕਰਦਾ ਤੂੰ ਜੀ। ਸਟੇਟ ਦਾ ਪਿੱਛੇ ਨਿਸ਼ਾਨ ਹੋਣਾ ਚਾਹੀਦਾ, ਤੁਹਾਡੇ ਪਿੱਛੇ ਝੰਡਾ ਹੋਵੇ, ਤੁਹਾਡੇ ਪਿੱਛੇ ਇੰਬਲਮ ਹੋਵੇ, ਤੁਹਾਡੇ ਪਿੱਛੇ ਕੁਈਨ ਐਲਿਜ਼ਬeth ਦਾ ਸੈਕੰਡ ਦੀ ਫੋਟੋ ਹੋਵੇ। ਤੇ ਕੱਲ ਤੋਂ ਸ਼ੁਰੂ ਕਰਨਗੇ, ਉਹ ਸਾਰੀਆਂ ਫੋਟੋ ਬਦਲ ਜਾਣੀਆਂ ਕੈਨੇਡਾ ਦੇ ਵਿੱਚ। ਹਾਂਜੀ, ਸਾਰੇ ਜਗ੍ਹਾ ਤੇ ਜਿੱਥੇ ਜਿੱਥੇ ਸਟੇਟ ਦੇ ਬੰਦੇ ਬੈਠੇ ਆ। ਸੋ ਸਟੇਟ ਦਾ ਤੇ ਸਰਕਾਰ ਦਾ ਫਰਕ ਆ ਜੀ। ਸਟੇਟ ਦੇ ਅੰਡਰ ਸਾਰੀਆਂ ਇੰਸਟੀਟਿਊਸ਼ਨਸ ਆਉਂਦੀਆਂ, ਐਗਜ਼ੈਕਟਿਵ ਵੀ ਆਉਂਦੀ ਆ, ਲੈਜਿਸਲੇਚਰ ਵੀ ਆਉਂਦੀ ਆ, ਜੁਡੀਸ਼ਰੀ ਵੀ ਆਉਂਦੀ ਆ,
ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਉਹ ਵੀ ਸਟੇਟ ਦਾ ਹਿੱਸਾ ਆ, ਜਿਨ੍ਹਾਂ ਦੇ ਵਿੱਚ ਅਸੀਂ ਪੁਲਿਸ ਨੂੰ ਗਿਣ ਸਕਦੇ ਹਾਂ, ਮਿਲਟਰੀ ਨੂੰ ਗਿਣ ਸਕਦੇ ਹਾਂ। ਸਾਰੀਆਂ ਦੀ ਸਾਰੀ ਮਿਲਟਰੀ ਦਾ ਜਿਹੜੀ ਕਮਾਂਡਰ ਇਨ ਚੀਫ ਹੈ ਕੈਨੇਡਾ ਦੇ ਵਿੱਚ, ਉਹ ਅੱਜ ਤਾਈਂ ਜਿਹੜੀ ਸੀਗੀ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ ਹੈ, ਕੁਈਨ ਐਲਿਜ਼abeth ਸੀ। ਕੱਲ ਤੋਂ ਉਹ ਸ਼ੁਰੂ ਹੋਣਗੇ ਕਿੰਗ ਚਾਰਲਸ। ਹਾਂਜੀ, ਕਿਉਂਕਿ ਜਿਹੜਾ ਹੈੱਡ ਸਟੇਟ ਦਾ ਆ, ਇਹ ਅਮਰੀਕਨਜ਼ ਨੇ ਉਹ ਸਿਸਟਮ ਨੂੰ ਕੰਬਾਈਨ ਕਰ ਲਿਆ, ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਕਿ ਰਿਪਬਲਿਕਨ ਸਿਸਟਮ ਹੈ ਨਾ। ਹਾਂਜੀ, ਉਹਦੇ ਵਿੱਚ ਇਹਨਾਂ ਨੇ ਦੋਏ, ਜਿਹੜਾ ਹੈੱਡ ਆਫ ਸਟੇਟ ਉਹ ਵੀ ਇਲੈਕਟਡ ਹੀ ਆ ਤੇ ਹੈੱਡ ਆਫ ਗਵਰਨਮੈਂਟ ਉਹ ਵੀ ਇਲੈਕਟਡ ਹੀ ਆ। ਸੋ ਪ੍ਰੈਜ਼ੀਡੈਂਟ ਦੇ ਵਿੱਚ ਉਹ ਦੋਏ ਬਾਡੀਜ਼ ਆ ਇੰਟੈਕਟ। ਸੋ ਪਿੱਛੇ ਜਾਏ ਅਸੀਂ ਗੱਲ ਵੀ ਕੀਤੀ ਸੀ, ਜੋ ਬਾਈਡਨ ਲੈ ਕੇ ਨਾ ਮਰੀਨ ਦਾ ਬੈਂਡ ਲੈ ਕੇ ਗਿਆ ਸੀ। ਹਾਂਜੀ, ਤੇ ਉਹ ਆਪਣੀ ਯੂਨੀਫਾਰਮ ਦੇ ਵਿੱਚ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਫੰਕਸ਼ਨ ਤੇ ਇਹਨਾਂ ਨੇ ਬੋਲਣਾ ਸੀ, ਤਾਂ ਉੱਥੇ ਉਹਨਾਂ ਨੇ ਪਰਫਾਰਮ ਕੀਤਾ। ਹਾਂਜੀ, ਹੁਣ ਉਹ ਇੱਕ ਸਰਕਾਰੀ ਫੰਕਸ਼ਨ ਹੋ ਸਕਦਾ, ਇੱਕ ਪਾਰਟੀ ਦਾ ਫੰਕਸ਼ਨ ਹੈ ਜੀ, ਉਹਦੇ ਵਿੱਚ ਸਟੇਟ ਦਾ ਕੋਈ ਹਿੱਸਾ ਨਹੀਂ। ਜਿਹੜੀ ਐਕਚੁਅਲੀ ਆਰਮੀ, ਨੇਵੀ, 에ਅਰ ਫੋਰਸ ਆ, ਉਹ ਰਿਪਰੈਜ਼ੈਂਟ ਕਰਦੀ ਆ ਸਟੇਟ ਨੂੰ। ਹਾਂਜੀ, ਉਹਦੇ ਵਿੱਚ ਕਿਸੇ ਪਾਰਟੀ ਦਾ ਕੋਈ ਦਖਲਅੰਦਾਜ਼ੀ ਨਹੀਂ। ਅੱਜ ਡੈਮੋਕ੍ਰੈਟਿਕ ਪਾਰਟੀ ਦਾ ਪ੍ਰੈਜ਼ੀਡੈਂਟ ਆ, ਕੱਲ ਨੂੰ ਰਿਪਬਲਿਕਨ ਪਾਰਟੀ ਦਾ ਹੋ ਸਕਦਾ, ਪਰਸੋਂ ਨੂੰ ਕੋਈ ਹੋਰ ਪਾਰਟੀ ਦਾ ਹੋ ਸਕਦਾ, ਪਰ ਉਹ ਸਟੇਟ ਦੀ ਨੁਮਾਇੰਦਗੀ ਨਹੀਂ ਬਦਲਣੀ ਜੀ। ਸੋ ਇਸ ਕਰਕੇ ਆਬਜੈਕਸ਼ਨ ਲਾਇਆ ਸੀ ਉਹਨਾਂ ਨੇ ਕਿ ਸਾਨੂੰ ਇੱਕ ਪੋਲੀਟੀਕਲ ਪਾਰਟੀ ਤੇ ਇੱਕ ਪਾਰਟੀਜ਼ਨ ਤੌਰ ਤੇ ਇਹਨਾਂ ਨੇ ਯੂਨੀਫਾਰਮ ਪਵਾ ਕੇ ਸਾਨੂੰ ਸਾਡੇ ਤੋਂ ਬੈਂਡ ਵਜਾਇਆ। ਉਹਨਾਂ ਦੇ ਲਈ ਤਾਂ ਮਿਸਟਰ ਬਾਈਡਨ ਦੀ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਹੋਈ ਸੀ, ਪ੍ਰੈਜ਼ੀਡੈਂਟ ਬਾਈਡਨ ਦੀ, ਜਦੋਂ ਉਹਨਾਂ ਨੇ ਉਹਨਾਂ ਤੋਂ ਪਰਫਾਰਮ ਕਰਵਾਇਆ ਸੀ। ਹਾਲਾਂਕਿ ਫੰਕਸ਼ਨ ਉਹਨਾਂ ਦੇ ਦੋ ਹੀ ਆ। ਹਾਂਜੀ, ਬਾਈਡਨ ਹੈੱਡ ਆਫ ਗਵਰਨਮੈਂਟ ਵੀ ਆ, ਹਾਂਜੀ, ਹੈੱਡ ਆਫ ਸਟੇਟ ਵੀ ਆ ਜੀ। ਦੋ ਹੀ ਚੀਜ਼ਾਂ ਉਹਨਾਂ ਦੇ ਵਿੱਚ ਆ। ਸਾਡੇ ਸੈਪਰੇਟ ਆ। ਜਿਹੜੀ ਕੁਈਨ ਸੀਗੀ ਉਹ ਹੈੱਡ ਆਫ ਸਟੇਟ ਸੀ, ਤੇ ਸਾਡੇ ਹੁਣ ਦੇਖਿਓ $20 ਦੀ, ਮੇਰਾ ਖਿਆਲ $20 ਦੀ ਕਰੰਸੀ ਹੈ ਜਿਹੜੀ, ਜੇ ਤੇ ਕੁਈਨ ਐਲਿਜ਼abeth ਦੀ ਫੋਟੋ ਆ। ਹਾਂਜੀ, ਹੁਣ ਇਹ ਬਦਲਣਗੇ, ਕਦੋਂ ਬਦਲਣਗੇ ਬੈਂਕ ਆਫ ਕੈਨੇਡਾ ਨੇ ਡਿਸਾਈਡ ਕਰਨਾ। ਹੁਣ ਕਿੰਗ ਚਾਰਲਸ ਦੀ ਆਊਗੀ ਉੱਤੇ, ਹਾਂਜੀ, ਫੋਟੋ ਜੀ। ਸੋ ਇਹ ਤਾਂ ਹੈਗੀਆਂ ਜਿਹੜੀਆਂ ਸਿੰਬੋਲਿਕ ਚੇਂਜਸ ਲਿਆਉਣੀਆਂ, ਫੋਟੋ ਚੇਂਜ ਕਰਨੀਆਂ। ਹੁਣ ਅਸੀਂ ਜਿਹੜੀ ਸਹੁੰ ਚੱਕਦੇ ਹਾਂ, ਜਿੰਨੇ ਵੀ ਅਫੀਸ਼ੀਅਲ ਸਹੁੰ ਚੱਕਦੇ ਆ, ਜਿੰਨੇ ਵੀ ਸਿਟੀਜ਼ਨ ਨਵੇਂ ਬਣਦੇ ਆ, ਉਹਨਾਂ ਨੂੰ ਸਹੁੰ ਚੁਕਾਉਂਦੇ ਆ, ਅਸੀਂ ਇਹੀ ਕਹਿੰਦੇ ਕਿ ਆਈ ਸਵੇਅਰ ਜਾਂ ਅਫਰਮ, ਹਾਂਜੀ, ਆਈ ਸ਼ੈਲ ਬੀ ਲਾਇਲ ਟੂ ਕੁਈਨ ਐਲਿਜ਼abeth II ਐਂਡ ਲਾਜ਼ ਆਫ ਕੈਨੇਡਾ। ਉਹ ਹੁਣ ਕਹਿਣਗੇ ਕਿੰਗ ਚਾਰਲਸ। ਉਹ ਸਾਡੇ ਅਜੇ ਵੀ ਪ੍ਰਿੰਸ ਚਾਰਲਸ ਹੀ ਮਨ ਦੇ ਵਿੱਚ ਆਉਂਦਾ। ਹਾਂਜੀ, ਕਿਉਂਕਿ ਉਹ ਪ੍ਰਿੰਸ ਚਾਰਲਸ ਵੀ ਤਾਂ ਕਾਫੀ ਬੁੱਢੇ ਆ। ਹਾਂਜੀ, ਕੁਈਨ ਐਲਿਜ਼abeth ਆਪ ਕਿੰਨੇ ਸਾਲ ਦੀ? 96 ਸਾਲ ਦੀ। 96 ਸਾਲ ਦੇ ਸੀ। ਹਾਂਜੀ, ਇਹ ਵੀ 17 ਤੋਂ ਉੱਪਰ ਹੀ ਆ। ਹਾਂਜੀ, ਸੋ ਕਿੰਗ ਚਾਰਲਸ ਤੇ ਜਿਹੜੀਆਂ ਫੋਟੋ ਲਾਉਣੀਆਂ ਪੈਣੀਆਂ ਇਹਨਾਂ ਨੂੰ, ਜਿਹੜੀਆਂ ਤਬਦੀਲੀਆਂ ਸਾਡੇ ਹੋਣੀਆਂ ਆ, ਸਹੁੰ ਚੱਕਣ ਦੀ ਤਬਦੀਲੀ ਹੋਣੀ ਹੈ। ਹਾਂਜੀ, ਸਹੁੰ ਚੱਕਣੀ ਪੈਂਦੀ ਆ ਉਹਦੇ ਨਾਂ ਤੇ, ਕਿਉਂਕਿ ਇਹ ਪਾਰਲੀਮੈਂਟ ਨੇ ਸਾਡੀ ਨੂੰ ਡਿਸਾਈਡ ਕੀਤਾ ਹੈ। ਹਾਂਜੀ, ਪਾਰਲੀਮੈਂਟ ਜੇ ਅਦਰਵਾਈਜ਼ ਡਿਸਾਈਡ ਕਰ ਲਵੇ, ਇੱਕ ਲਾਅ ਬਣਾ ਦੇਵੇ, ਫੇਰ ਸਹੁੰ ਬਦਲ ਸਕਦੇ ਤੁਸੀਂ ਜੀ। ਹਾਂ, ਸਾਡੇ ਚੁਆਇਸ ਦਿੰਦੇ ਆ। ਇੱਕ ਗੱਲ ਦਾ ਲੋਕਾਂ ਨੂੰ ਸ਼ਾਇਦ ਭੁਲੇਖਾ ਆਇਆ ਇੱਥੇ ਕਿ ਸਾਡਾ ਦੇਸ਼ ਆ ਸੈਕੂਲਰ ਆ। ਸਾਡਾ ਦੇਸ਼ ਸੈਕੂਲਰ ਨਹੀਂ ਆ। ਸਾਡੇ ਦੇਸ਼ ਦੇ ਵਿੱਚ ਇੱਕ ਰਾਈਟ ਟੂ ਕੌਂਸ਼ੀਅਸ ਲੋਕਾਂ ਨੂੰ ਦਿੱਤਾ ਆ, ਪਰ ਇਹ ਸੈਕੂਲਰ ਦੇਸ਼ ਨਹੀਂ ਹੈ ਜੀ। ਅਮਰੀਕਨ ਕਨਸਟੀਟਿਊਸ਼ਨ ਸੈਪਰੇਸ਼ਨ ਆਫ ਚਰਚ ਐਂਡ ਸਟੇਟ, ਉਹ ਇੱਕ ਧਾਰਾ ਆ ਜੀ, ਜਿੱਥੇ ਕਿ ਧਰਮ ਵੱਖਰਾ ਆ, ਸਟੇਟ ਵੱਖਰੀ ਆ। ਹਾਂਜੀ, ਸਾਡੇ ਜਿਹੜਾ ਹੈੱਡ ਆਫ, ਜਿਹਦਾ ਕੁਈਨ ਐਲਿਜ਼abeth ਸੀਗੀ, ਜਾਂ ਕੱਲ ਨੂੰ ਹੁਣ ਕਿੰਗ ਚਾਰਲਸ ਹੋਣੇ ਆ, ਹਾਂਜੀ, ਉਹ ਹੈੱਡ ਆਫ ਦੀ ਸਟੇਟ ਵੀ ਆ, ਤੇ ਐਂਗਲੀਕਨ ਚਰਚ ਦੇ ਹੈੱਡ ਵੀ ਹੋਣੇ। ਹਾਂਜੀ, ਇਹ ਦੋਹਰੀ ਉਹਨਾਂ ਦੀ ਪਾਵਤੀ ਵੀ ਆ। ਇੱਕ ਜਿੱਦਾਂ ਹੁਣ ਪੋਪ ਬੈਠਾ ਆ, ਐਂਗਲੀਕਨ ਚਰਚ ਦਾ ਜਿਹੜਾ ਹੈੱਡ ਆ ਉਹ ਐਕਚੁਅਲੀ ਕਿੰਗ ਨੇ ਹੋਣਾ ਜੀ। ਸੋ ਸਾਡਾ, ਅਸੀਂ ਐਕਚੁਅਲੀ ਧਾਰਮਿਕ ਬੰਦੇ ਦੇ ਹੈੱਡ ਦੇ ਜਿਹੜੇ ਆ ਥੱਲੇ ਸਿਟੀਜ਼ਨ ਆ। ਹਾਂਜੀ, ਸੋ ਦੇਅਰਫੋਰ ਸਾਡੇ ਕੋਈ ਸੈਕੂਲਰਿਜ਼ਮ ਨਹੀਂ ਜੀ। ਹਾਂ, ਸਾਡੇ ਜ਼ਬਰਦਸਤੀ ਕੋਈ ਕਿਸੇ ਨੂੰ ਧਰਮ ਨਹੀਂ ਪਰਿਵਰਤਨ ਕਰਾਉਂਦੇ, ਕਿਉਂਕਿ ਸਾਨੂੰ ਚਾਰਟਰ ਆਫ ਰਾਈਟਸ ਨੇ ਇੱਕ ਹੱਕ ਦਿੱਤਾ ਹੈ, ਰਾਈਟ ਟੂ ਕੌਂਸ਼ੀਅੰਸ। ਹਾਂਜੀ, ਤੁਸੀਂ ਜਿਹੜੇ ਧਰਮ ਦੇ ਵਿੱਚ ਮਰਜ਼ੀ ਵਿਸ਼ਵਾਸ ਕਰੋ। ਬਹੁਤੇ ਲੋਕੀ ਤਾਂ ਇੱਥੇ
ਆਪਣੇ ਆਪ ਨੂੰ ਏਥੀਇਸਟ ਕਹਾਉਂਦੇ ਆ, ਜਿਹੜੇ ਕਹਿੰਦੇ ਕਿ ਸਾਡਾ ਕਿਸੇ ਵੀ ਧਰਮ ਦੇ ਵਿੱਚ ਵਿਸ਼ਵਾਸ ਨਹੀਂ, ਉਹਨਾਂ ਨੂੰ ਵੀ ਹੱਕ ਹੈ ਜੀ। ਜੇ ਕੋਈ ਇਹ ਵੀ ਕਵੇ ਮੈਂ ਤਾਂ ਆਪ ਰੱਬ ਆ, ਇਹ ਵੀ ਉਹਨੂੰ ਹੱਕ ਹੈ। ਹਾਂਜੀ, ਕੋਈ ਜ਼ਰੂਰੀ ਨਹੀਂ, ਕਿਉਂਕਿ ਰਾਈਟ ਟੂ ਕੌਨਸ਼ੀਅਸ ਤਾਂ ਰਾਈਟ ਟੂ ਕੌਨਸ਼ੀਅਸ ਹੈ। ਹਾਂਜੀ। ਸੋ ਸਾਡੇ ਐਕਚੁਅਲੀ ਹਿੰਦੁਸਤਾਨ ਦੀ ਕੁਈਨ ਐਲਿਜ਼ਾਬੈਥ ਤਾਂ ਨਹੀਂ ਰਹੀ, ਕਿਉਂਕਿ 1952 ਦੇ ਵਿੱਚ ਆਏ ਸੀ। ਸਾਡੇ ਪਹਿਲਾਂ ਜਦੋਂ ਇੰਡੀਆ ਆਜ਼ਾਦ ਹੋਇਆ ਨਾ, ਪਹਿਲਾਂ ਸਾਡਾ ਰਾਜਾ ਸੀ ਇੰਗਲੈਂਡ ਦਾ ਰਾਜਾ, ਸੇਮ ਹੀ ਸੀ। 1947 ਤੋਂ ਲੈ ਕੇ 1950 ਤਾਈਂ ਅਸੀਂ ਵੀ ਮੌਨਰਕੀ ਰਹੇ। ਹਾਂਜੀ। ਉੱਥੇ ਉਸ ਵੇਲੇ ਇਹਦਾ ਫਾਦਰ ਜਿਹੜਾ ਸੀ ਕਿੰਗ ਜਾਰਜ ਦਾ 6th, ਉਹ ਰਾਜਾ ਸੀ। ਸਾਡੇ ਕੋਲ ਸਿਰਫ ਡੋਮੀਨੀਅਨ ਸਟੇਟਸ ਸੀ ਕਾਮਨਵੈਲਥ ਦੇ ਵਿੱਚ। ਹਾਂ, 26 ਜਨਵਰੀ 1950 ਨੂੰ ਜਦੋਂ ਅਸੀਂ ਆਪਣਾ ਸੰਵਿਧਾਨ ਲਾਗੂ ਕੀਤਾ, ਉਸ ਵੇਲੇ ਅਸੀਂ ਅਮਰੀਕਨ ਤੇ ਫ੍ਰੈਂਚ ਮਾਡਲ ਅਪਣਾਇਆ ਕਿ ਇੱਥੇ ਜਿਹੜਾ ਇਲੈਕਟਡ ਸਾਡਾ ਹੈੱਡ ਆਫ ਸਟੇਟ ਜਿਹੜਾ ਰਾਸ਼ਟਰਪਤੀ ਹੋਊਗਾ। ਰਾਸ਼ਟਰਪਤੀ ਸਾਡੇ ਤੇ ਕੰਟਰੋਵਰਸੀ ਵੀ ਚੱਲੀ ਸੀ ਕਿ ਹੁਣ ਔਰਤ ਰਾਸ਼ਟਰਪਤੀ ਬਣ ਗਈ ਹੈ, ਤੇ ਕਿਸੇ ਨੇ ਕਹਿਤਾ ਸੀ ਉਹ ਰਾਸ਼ਟਰਪਤਨੀ ਹੈ। ਹਾਂਜੀ। ਕਿਸੇ ਨੇ ਫਿਰ ਸੋਲੂਸ਼ਨ ਦਿੱਤਾ ਕਿ ਲਿੰਗ ਪਲਿੰਗ ਜਿਹੜੇ ਆ, ਜੇ ਇਹਨਾਂ ਨੂੰ ਸੱਚੀ ਬੋਲਣਾ, ਰਾਸ਼ਟਰਪਤੀ ਤਾਂ ਰਾਸ਼ਟਰਪਤੀ ਆ, ਮਤਲਬ ਇਹ ਮੇਲ ਸ਼ਬਦ ਹੈ। ਹਾਂਜੀ। ਇਹਦੇ ਤੇ ਉਹਦੀ ਨਿਖੇਧੀ ਕੀਤੀ ਕਰਨ ਲੱਗ ਪਏ ਆ ਤੁਸੀਂ। ਉੱਥੇ ਮੀਡੀਆ ਵੀ ਇੱਕਦਮ ਪੈ ਜਾਂਦਾ ਨਾ, ਮੀਡੀਆ ਤੇ ਬਾਰ-ਬਾਰ ਉਹੀ ਖਬਰ ਦੇਈ ਜਾਣੀ, ਬਾਰ-ਬਾਰ ਉਹੀ ਖਬਰ ਦੇਈ ਜਾਣੀ। ਹਾਂਜੀ। ਉਹ ਕਿਸੇ ਨੇ ਫਿਰ ਸੋਚਿਆ ਵੀ ਅਕਲ ਨਾਲ ਸੋਚਣ ਦੀ ਗੱਲ ਆ। ਉਸ ਬੰਦੇ ਨੂੰ, ਬੰਗਾਲੀ ਨੂੰ, ਪਤਾ ਹੀ ਨਹੀਂ ਸੀ ਇਸ ਗੱਲ ਦਾ। ਹਾਂ, ਜੇ ਤੁਸੀਂ ਸਿੱਧੇ ਤੌਰ ਤੇ ਰਾਸ਼ਟਰਪਤੀ ਦਾ ਨਾਂ ਚੇਂਜ ਕਰਨਾ ਹੋਵੇ, ਅਸੀਂ ਰਾਸ਼ਟਰ ਪਿਤਾ ਕਹਿ ਸਕਦੇ ਹਾਂ। ਹਾਂਜੀ। ਜਾਂ ਪਿਤਾ ਵੀ ਫਿਰ ਮਾਤਾ ਨਹੀਂ, ਫਿਰ ਹਾਂਜੀ, ਉਹ ਹਾਂਜੀ ਉੱਥੇ ਉਹ ਵੀ ਨਹੀਂ ਸਹੀ ਹੈਗਾ। ਤੁਸੀਂ ਤੁਹਾਨੂੰ ਕੋਈ ਜੈਂਡਰ ਨਿਊਟਰਲ ਟਰਮ ਲੱਭਣੀ ਪੈਣੀ ਹੈ। ਹਾਂਜੀ। ਜਿਹੜੀ ਕਿ ਰਾਸ਼ਟਰਪਤੀ ਨੂੰ ਐਕਚੁਅਲੀ ਜੈਂਡਰ ਨਿਊਟਰਲ ਪ੍ਰੈਜ਼ੈਂਟ ਕਰੇ। ਜੀ। ਰਾਸ਼ਟਰ ਕੋਈ ਨਾ ਕੋਈ ਸ਼ਬਦ ਅਗਲਾ ਹੋਣਾ ਚਾਹੀਦਾ। ਸਾਡੇ ਜਿਹੜੀ ਇੱਥੇ ਹੈਗੀ ਹੈ, ਇੱਥੇ ਸੈਪਰੇਸ਼ਨ ਹੈ ਅਜੇ ਵੀ। ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਕਿੰਗ ਐਂਡ ਕੁਈਨਸ ਹੁੰਦੇ ਸੀ, ਉਹ ਨਹੀਂ ਗਏ। ਬਹੁਤੇ ਯੂਰਪੀਅਨ ਸੁਸਾਇਟੀਜ਼ ਦੇ ਵਿੱਚ ਇਦਾਂ ਹੀ ਆ। ਸਪੇਨ ਦੇ ਕੋਲ ਅਜੇ ਵੀ ਕਿੰਗ ਹੈ। ਹਾਂ, ਇਹਨਾਂ ਦੇ ਕੋਲ ਪਾਵਰ ਹੈ ਨਹੀਂ। ਜਿੰਨੇ ਵੀ ਕਿੰਗਸ ਐਂਡ ਕੁਈਨਸ ਹੈਗੇ ਆ ਯੂਰਪ ਦੇ ਵਿੱਚ, ਉਹਨਾਂ ਦੇ ਕੋਲ ਆਪਣੇ ਕੋਲ ਪਾਵਰ ਕੋਈ ਨਹੀਂ। ਪਾਵਰ ਇੰਨੀ ਆ ਵੀ ਉਹ ਦਸਤਖਤ ਕਰ ਦਿੰਦੇ, ਜਿਹੜਾ ਵੀ ਕਾਨੂੰਨ ਆਉਂਦਾ ਉਹ ਤੇ ਦਸਤਖਤ ਕਰ ਦਿੰਦੇ ਆ। ਦਸਤਖਤ ਉਹਨਾਂ ਨੂੰ ਕਰਨੇ ਹੀ ਪੈਂਦੇ। ਇਹ ਨਹੀਂ ਕਿ ਉਹ ਕਹਿਣਗੇ ਵੀ ਅਸੀਂ ਨਹੀਂ ਕਰਨੇ, ਉਹਨਾਂ ਦੀ ਡਿਊਟੀ ਆ। ਉਹਨਾਂ ਦੀ ਡਿਊਟੀ ਆ ਇਹ। ਅੱਛਾ, ਇਹ ਸਾਨੂੰ ਜਿਹੜੀ ਡੈਮੋਕ੍ਰੇਸੀ ਅਸੀਂ ਕਹਿੰਦੇ ਆ ਨਾ, ਇਹ ਪਹਿਲਾਂ ਜਿਹੜੀ ਇੱਥੇ ਸਿਖਾਇਆ ਜਾਂਦਾ ਸਾਡੇ ਬੱਚਿਆਂ ਨੂੰ, ਜੋ ਕੁਛ ਉਹ ਸਿਖਾਇਆ ਜਾਂਦਾ ਕਿ ਡੈਮੋਕ੍ਰੇਸੀ ਅਥੀਨੀਅਨ ਡੈਮੋਕ੍ਰੇਸੀ ਹੈ, ਗ੍ਰੀਸ ਤੋਂ ਸ਼ੁਰੂ ਹੋਈ ਸੀ। ਪਰ ਦਰਅਸਲ ਡੈਮੋਕ੍ਰੇਸੀ ਸ਼ੁਰੂ ਹੋਈ ਸੀ ਜਿਨ੍ਹਾਂ ਦੇ ਵਿੱਚ ਇੰਡੀਆ ਵੀ ਆਉਂਦਾ ਆ, ਸਾਊਥ ਅਮਰੀਕਾ ਵੀ ਆਉਂਦਾ ਹੈ। ਉਹ ਸ਼ਾਇਦ ਕਿਸੇ ਜ਼ਮਾਨੇ ਦੇ ਵਿੱਚ ਪੜ੍ਹਾਉਣ ਲੱਗ ਪੈਣਗੇ। ਸਾਡੇ ਕਈ ਟਰਾਈਬਲ ਕੌਂਸਲਸ ਇਕੱਠੀਆਂ ਹੋ ਕੇ ਰਾਜਾ ਚੁਣਦੀਆਂ ਹੁੰਦੀਆਂ ਸੀ। ਹਾਂਜੀ। ਇੰਡੀਆ ਦੇ ਵਿੱਚ ਜੇ ਤੁਸੀਂ ਬੁੱਧਿਜ਼ਮ ਨੂੰ ਸਟੱਡੀ ਕਰਦੇ ਹੋ ਨਾ, ਬੁੱਧਿਜ਼ਮ ਦੇ ਜਿਹੜੇ ਉਹਨਾਂ ਨੂੰ ਕੀ ਕਹਿੰਦੇ, ਭਿਕਸ਼ੂ ਕਹਿੰਦੇ ਹੁੰਦੇ ਆ। ਭਿਕਸ਼ੂ ਕੌਂਸਲ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ, ਉਹ ਭਿਕਸ਼ੂ ਕੌਂਸਲ ਦੇ ਵਿੱਚ ਹਰੇਕ ਹੀ ਮੈਂਬਰ ਜਿਹੜਾ ਬਣਿਆ ਆ, ਉਹਦੇ ਕੋਲ ਰਾਈਟ ਟੂ ਵੋਟ ਆ, ਹਰ ਇੱਕ ਬੰਦੇ ਦੇ ਕੋਲ। ਤੇ ਉਹ ਸਾਰੇ ਵੋਟ ਪਾ ਕੇ ਸਰਬਸੰਮਤੀ ਨਾਲ ਫੈਸਲਾ ਕਰਦੇ। ਫਿਰ ਉਹ ਭਿਕਸ਼ੂ ਜਿਹੜੇ ਭਿਕਸ਼ੂ ਸੰਘ ਆ, ਉਹਨਾਂ ਦੀਆਂ ਸਬ ਕਮੇਟੀਜ਼ ਹੁੰਦੀਆਂ, ਜਿੱਦਾਂ ਸਾਡੇ ਪਾਰਲੀਮੈਂਟ ਦੇ ਵਿੱਚ ਬਣਦੀਆਂ। ਦੇਖੋ ਬੁੱਧਿਜ਼ਮ ਕਿੰਨਾ ਪੁਰਾਣਾ ਹੈ। ਹਾਂਜੀ। ਫਿਰ ਪਹਿਲਾਂ ਜਿੱਦਾਂ ਅਥੀਨੀਅਨ ਡੈਮੋਕ੍ਰੇਸੀ ਹੁੰਦੀ ਸੀ, ਉਹ ਹੋਰ ਵੀ ਏਰੀਆ ਦੇ ਵਿੱਚ ਜਿਹੜੀਆਂ ਵੀ ਸੰਸਥਾਵਾਂ ਬਣਦੀਆਂ ਸੀ, ਉਹਦੇ ਵਿੱਚ ਇਹ ਹੁੰਦਾ ਸੀ ਕਿ ਮਰਦ ਹੀ ਇਕੱਲੇ ਆ ਸਕਦੇ। ਇਹ ਬੁੱਧਿਜ਼ਮ ਦੀ ਪਹਿਲੀ ਵੱਡੀ ਗੱਲ ਆ, ਸਭ ਤੋਂ ਵੱਡੀ ਗੱਲ ਆ ਸਮਝਣ ਵਾਲੀ, ਕਿ ਮਹਾਤਮਾ ਬੁੱਧ ਨੇ ਉੱਥੇ ਵਿਮਨ ਨੂੰ ਅਲਾਉਡ ਕੀਤਾ। ਔਰਤਾਂ ਵੀ ਭਿਕਸ਼ੂ ਸੰਘ ਦੀਆਂ ਮੈਂਬਰ ਬਣ ਸਕਦੀਆਂ। ਉਹਨਾਂ ਨੂੰ ਇੱਕ ਉਹਨਾਂ ਦੀ ਸਟੋਰੀ ਆ। ਉਹਨਾਂ ਦੀ ਸਟੋਰੀ ਇਹ ਆ ਕਿ ਇੱਕ ਔਰਤ ਸੀ ਜਿਹਦਾ ਨਾਮ ਸ਼ਾਇਦ ਆਨੰਦਾ ਸੀ। ਉਹ ਆਨੰਦਾ ਨਾਮ ਦੀ ਔਰਤ ਨੇ ਬੁੱਧਿਜ਼ਮ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਇੰਨੀਆਂ ਮਾਸਟਰ ਕੀਤੀਆਂ ਨਾ, ਫਿਰ ਉਹ ਜਾ ਕੇ ਮਹਾਤਮਾ ਬੁੱਧ ਨੂੰ ਮਿਲੀ। ਉਹ ਕਹਿੰਦੀ ਕਿ ਮੈਂ ਇੱਕ ਔਰਤ ਹਾਂ, ਮੈਂ ਸਭ ਕੁਝ ਜਾਣਦੀ ਹਾਂ, ਤੁਸੀਂ ਕੀ ਪੜ੍ਹਾਇਆ ਜੀ,
ਤੇ ਮੈਂ ਭਿਕਸ਼ੂ ਸੰਘ ਦੀ ਮੈਂਬਰ ਕਿਉਂ ਨਹੀਂ ਬਣ ਸਕਦੀ? ਹਾਂਜੀ। ਉਸ ਤੋਂ ਬਾਅਦ ਉਹਦੀ ਦਲੀਲ ਸੁਣ ਕੇ, ਉਹਦਾ ਤਰਕ ਸੁਣ ਕੇ, ਇਹ ਮਤਲਬ ਸਾਨੂੰ ਜਿਹੜੀ ਸਟੋਰੀ ਦੱਸੀ ਜਾਂਦੀ ਹੈ, ਬੁੱਧਿਸਟ ਸਟੋਰੀ ਆ ਇਹ, ਉਹ ਕਹਿੰਦੇ ਕਿ ਮਹਾਤਮਾ ਬੁੱਧ ਨੇ ਫਿਰ ਕਿਹਾ ਕਿ ਔਰਤਾਂ ਵੀ ਭਿਕਸ਼ੂ ਸੰਘ ਦੀਆਂ ਮੈਂਬਰ ਬਣ ਸਕਦੀਆਂ। ਹਾਂਜੀ। ਇਹ ਸਭ ਤੋਂ ਪੁਰਾਣੀ ਫਾਰਮ ਆਫ ਡੈਮੋਕ੍ਰੇਸੀ ਸੀ ਇਹਨਾਂ ਦੀ। ਹੁਣ ਡੈਮੋਕ੍ਰੇਸੀ ਆਈ ਫਿਰ ਚੱਲ ਗਈ। ਹੁਣ ਤੁਸੀਂ ਦੇਖਦੇ ਆ, ਅਸੀਂ ਪੰਜਾਬੀ ਦੇ ਵਿੱਚ ਜ਼ਿਆਦਾ ਕਹਿੰਦੇ ਆ ਪਿਤਾ ਪੁਰਖੀ ਰਾਜ ਆ ਗਿਆ ਜੀ, ਇਹ ਲੀਡਰ ਬਣਿਆ ਆ ਕਿਉਂਕਿ ਇਹਦਾ ਪਿਤਾ ਚੀਫ ਮਿਨਿਸਟਰ ਹੁੰਦਾ ਸੀ, ਇਹ ਲੀਡਰ ਬਣ ਗਿਆ। ਡੈਮੋਕ੍ਰੇਸੀ ਦੇ ਵਿੱਚ ਇਹ ਸ਼ਬਦ ਚੰਗੇ ਨਹੀਂ ਲੱਗਦੇ। ਬੰਦਾ ਉਹ ਲੀਡਰ ਬਣਿਆ ਆ। ਹੁਣ ਜਸਟਿਨ ਟਰੂਡੋ ਨੂੰ ਵੈਸੇ ਕਹਿੰਦੇ ਆ, ਜਸਟਿਨ ਟਰੂਡੋ ਦਾ ਫਾਦਰ ਪਹਿਲਾਂ ਜਿਹੜਾ ਪੀਅਰ ਐਲੀਅਟ ਟਰੂਡੋ ਸੀ, ਉਹ ਪ੍ਰਾਈਮ ਮਿਨਿਸਟਰ ਸੀ, ਉਹਦੀ ਹੈਲਪ ਹੋਈ। ਲੋਕਾਂ ਦੇ ਮਨ ਦੇ ਵਿੱਚ ਅਜੇ ਤੱਕ ਰਜਵਾੜਾ ਸ਼ਾਹੀ ਨਹੀਂ ਗਈ। ਲੋਕ ਜੇ ਡੈਮੋਕ੍ਰੇਸੀ ਤਾਂ ਆਈ ਆ, ਹਾਂਜੀ, ਪਰ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਰਜਵਾੜਾ ਸ਼ਾਹੀ ਅਜੇ ਤੱਕ ਨਹੀਂ ਗਈ। ਇਹ ਐਮਐਲਏ ਦੇ ਮੁੰਡੇ ਨੂੰ ਵੋਟਾਂ ਪਾਉਣਗੇ, ਇਹ ਕੌਂਸਲਰ ਦੇ ਮੁੰਡੇ ਨੂੰ ਵੋਟਾਂ ਪਾਉਣਗੇ, ਐਮਪੀ ਦੇ ਮੁੰਡੇ ਨੂੰ ਵੋਟਾਂ ਪਾਉਣਗੇ। ਸੋ ਜਿੱਦਾਂ ਪਹਿਲਾਂ ਰਾਜੇ ਰਾਜੀਆਂ ਦੇ ਚੱਲਦੇ ਸੀ ਨਾ, ਵੀ ਰਾਜੇ ਦਾ ਮੁੰਡਾ ਆ ਰਾਜਾ ਹੀ ਹੋਣਾ। ਇੰਗਲੈਂਡ ਦਾ ਇੱਕ ਸੌਖਾ ਹੁੰਦਾ ਸੀ ਪਹਿਲਾਂ, ਕੁਈਨ ਐਲਿਜ਼ਬeth ਬਣਨ ਤੋਂ ਪਹਿਲਾਂ ਨਾ, ਇਸ ਵੇਲੇ ਤਾਂ ਇਹਨਾਂ ਨੇ ਇੱਕ ਕਾਮਨਵੈਲਥ ਦੇ 14 ਦੇਸ਼ ਆ ਜਿਹੜੇ ਇਕੱਠੇ ਹੋ ਕੇ ਫੈਸਲਾ ਕਰਦੇ। ਪਰਥ ਦੇ ਵਿੱਚ ਫੈਸਲਾ ਕੀਤਾ ਸੀ ਕਿ ਜੇ ਪਹਿਲਾਂ ਜਿਹੜਾ ਲਾਅ ਹੁੰਦਾ ਸੀ ਕਿ ਜੇ ਮੁੰਡੇ ਹੈਗੇ ਆ, ਜਿੱਦਾਂ ਕੁਈਨ ਐਲਿਜ਼ਬeth ਦੇ ਲੜਕੇ ਆ ਨਾ, ਹਾਂਜੀ, ਉਹਨਾਂ ਦੇ ਵਿੱਚੋਂ ਜਿਹੜਾ ਵੱਡਾ ਮੁੰਡਾ ਆ ਉਹਦਾ ਹੱਕ ਆ ਵੀ ਰਾਜਾ ਬਣੇ ਜੀ। ਇਹ ਇੰਗਲੈਂਡ ਦਾ ਬਹੁਤ ਪੁਰਾਣਾ ਰਾਜ ਹੁੰਦਾ ਸੀ। ਸਾਰੀ ਜਿਹੜੀ ਪ੍ਰਾਪਰਟੀ ਆ ਉਹ ਵੱਡੇ ਮੁੰਡੇ ਨੂੰ ਮਿਲਦੀ ਸੀ, ਛੋਟੇ ਮੁੰਡਿਆਂ ਨੂੰ ਕੁਝ ਨਹੀਂ ਮਿਲਦਾ। ਹਾਂ, ਉਹ ਆਪਣੇ ਆਪ ਹੀ ਦੇਸ਼ ਵੀ ਜੁਦੀ ਗੱਲ ਹੈ। ਇਹ ਉਹਨਾਂ ਦਾ ਅਸੂਲ ਇਹ ਸੀ। ਤੇ ਇਹ ਰਾਜੇ ਰਾਣੀਆਂ ਦਾ ਇਹ ਸੀ ਕਿ ਜਿਹੜਾ ਵੱਡਾ ਮੁੰਡਾ ਰਾਜਾ ਬਣਦਾ ਸੀ, ਅਨਲੈਸ ਵੀ ਉਹਦੇ ਮੁੰਡਾ ਹੈ ਨਹੀਂ ਸੀ ਕੋਈ, ਫੇਰ ਵੱਡੀ ਲੜਕੀ ਬਣਦੀ ਸੀ ਰਾਣੀ। ਹੁਣ ਉਹਨਾਂ ਨੇ ਕਿਹਾ ਕਿ ਜੇ ਲੜਕੀ ਵੱਡੀ ਆ, ਲੜਕੇ ਛੋਟੇ ਆ, ਤੇ ਉਹ ਲੜਕੀ ਰਾਣੀ ਬਣੂਗੀ ਜੀ। ਇਹ ਨਹੀਂ ਦੇਖਣਾ ਕਿ ਵੱਡਾ ਮੁੰਡਾ ਕੌਣ ਆ। ਇਹ ਇਹਨਾਂ ਨੇ ਚੇਂਜ ਕੀਤੀ ਹੈ, 20ਵੀਂ ਸਦੀ ਦੇ ਵਿੱਚ ਚੇਂਜ ਕੀਤੀ ਹੈ। ਸੋ ਹੁਣ ਇਹਨਾਂ ਦੇ ਤਾਂ ਕੁਦਰਤੀ ਵੈਸੇ ਹੀ ਜਿਹੜਾ ਵੱਡਾ ਮੁੰਡਾ ਸੀ ਉਹ ਪ੍ਰਿੰਸ ਚਾਰਲਸ ਸੀ, ਤੇ ਇਹਨਾਂ ਦੀ ਕੰਟਰੋਵਰਸੀ ਹੈ ਹੀ ਨਹੀਂ। ਹਾਂਜੀ। ਤੇ ਹੁਣ ਪ੍ਰਿੰਸ ਚਾਰਲਸ ਦੇ ਵੀ ਇਦਾਂ ਹੀ ਮੁੰਡੇ ਹੀ ਆ। ਹਾਂਜੀ। ਤਾਂ ਉਹਨਾਂ ਮੁੰਡਿਆਂ ਨੇ ਗਾਹਾਂ ਬਣਨਾ ਹੈ ਜੀ। ਸੋ ਇਹਨਾਂ ਦੇ ਵਿੱਚ ਸਾਡੇ ਨਾਲ ਜਿਹੜੇ ਸੰਬੰਧ ਰਹੇ ਆ, ਪਹਿਲਾਂ ਮੇਰਾ ਖਿਆਲ ਰਾਜੇ ਤਾਂ ਕਦੇ ਲੜਨ ਨਹੀਂ ਸੀ ਜਾਂਦੇ ਉੱਥੇ, ਉਹ ਸਿੰਬੋਲਿਕ ਤੌਰ ਤੇ ਇੱਕ ਰੈਪਰੈਜ਼ੈਂਟ ਕਰਦੇ ਸੀ ਕਲੋਨੀਅਲਿਜ਼ਮ। ਪਰ ਕੁਈਨ ਐਲਿਜ਼ਬeth ਉਸ ਵੇਲੇ ਆਈ ਹੈ ਜਦੋਂ ਸਾਡੇ ਕਲੋਨੀਅਲਿਜ਼ਮ ਖਤਮ ਹੋ ਚੁੱਕਾ ਸੀ। ਸਾਡੇ ਉਹ ਆਜ਼ਾਦ ਭਾਰਤ ਦੇ ਵਿੱਚ ਗਏ, 3 ਵਾਰ ਇੰਡੀਆ ਦੇ ਵਿੱਚ ਗਏ ਵੈਸੇ। ਹਾਂਜੀ। ਤੇ ਉੱਥੇ ਹਰਿਮੰਦਰ ਸਾਹਿਬ ਵੀ ਗਏ ਸੀ ਇੱਕ ਵਾਰ, ਤੇ ਉਹ ਮੇਰਾ ਖਿਆਲ ਇਹਨਾਂ ਨੇ ਜਲਿਆਂਵਾਲੇ ਬਾਗ ਦੇ ਵੀ ਮਾਫੀ ਵੀ ਮੰਗੀ ਸੀ। ਹਾਂਜੀ। ਸੋ ਇਸ ਵੇਲੇ ਸਾਡੇ ਕੈਨੇਡਾ ਦੇ ਵਿੱਚ ਉਹ ਹੈੱਡ ਆਫ ਸਟੇਟ ਸੀ, ਔਰ ਹੈੱਡ ਆਫ ਸਟੇਟ ਦੇ ਤੌਰ ਤੇ ਹੁਣ ਫੈਸਲਾ ਵੱਡਾ ਹੋਣਾ ਆ ਇਹਨਾਂ ਦਾ ਕਿ ਕੌਣ ਰੈਪਰੈਜ਼ੈਂਟ ਕਰੂਗਾ ਉਹਨਾਂ ਨੂੰ ਇੱਥੋਂ ਉਹਨਾਂ ਦੇ ਫਿਊਨਰਲ ਤੇ ਜਾਣ ਲਈ ਜੀ। ਗਵਰਨਰ ਜਨਰਲ ਜਾਊਗਾ, ਪ੍ਰਾਈਮ ਮਿਨਿਸਟਰ ਜਾਊਗਾ। ਇਹ ਇਹਨਾਂ ਨੂੰ ਫੈਸਲਾ ਹੋ ਸਕਦਾ ਦੋਏ ਜਾਣ। ਹਾਂਜੀ। ਗਵਰਨਰ ਜਨਰਲ ਸਾਈਮਨ ਹੈ ਅੱਜ ਕੱਲ, ਇੰਡੀਜਨਸ ਵੂਮਨ, ਤੇ ਪ੍ਰਾਈਮ ਮਿਨਿਸਟਰ ਸਾਡੇ ਨਾਲ ਜਾਣਗੇ ਸ਼ਾਇਦ। ਇਹ ਇਲੈਕਟਡ ਮੈਂਬਰ ਹੈ, ਹੈੱਡ ਆਫ ਗਵਰਨਮੈਂਟ ਹੈ। ਹਾਂਜੀ। ਸਾਡੇ 2 ਹਨ ਹੈੱਡ ਆਫ ਸਟੇਟ ਜਿਹੜੇ ਆ, ਕੁਈਨ ਜਾਂ ਕਿੰਗ, ਕੱਲ ਤੋਂ ਕਿੰਗ ਸ਼ੁਰੂ ਹੋ ਜਾਣਾ। ਹਾਂਜੀ। ਔਰ ਹੈੱਡ ਆਫ ਗਵਰਨਮੈਂਟ ਜਿਹੜੀ ਆ ਉਹ ਪ੍ਰਾਈਮ ਮਿਨਿਸਟਰ ਹੈ। ਇਹਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੀ ਸਾਡਾ ਜਿਹੜਾ ਬਿਹੇਵੀਅਰ ਆ ਉਹ ਨਹੀਂ ਹਜੇ ਤਾਈਂ ਬਦਲਿਆ। ਉਹ ਅਸੀਂ ਉਹੀ ਕੁਝ ਕਰਦੇ ਹਾਂ ਜਿਹੜੇ ਕਿ ਲੋਕੀ ਜਦੋਂ ਰਾਜੇ ਰਾਣੀ ਹੁੰਦੇ ਸੀ, ਰਾਜੇ ਰਾਣੀਆਂ ਦੇ ਵੇਲੇ ਦੇ ਵਿੱਚ 1-2 ਗੱਲਾਂ ਹੁੰਦੀਆਂ ਸੀ। ਇੱਕ ਤਾਂ ਰਾਜਾ ਤੇ ਰਾਣੀ, ਉਹਨਾਂ ਨੂੰ ਧਰਮ ਦਾ ਆਸਰਾ ਬਹੁਤ ਸੀ। ਧਾਰਮਿਕ ਜਿਹੜਾ ਕੈਥੋਲਿਕ ਚਰਚ ਨੇ ਇੰਨੀ ਡੋਮੀਨੇਸ਼ਨ ਕੀਤੀ ਸੀ ਨਾ ਉਸ ਵੇਲੇ, ਇਸੇ ਕਰਕੇ ਐਂਗਲੀਕਨ ਚਰਚ ਦੇ ਜਿਹੜੇ ਹੈੱਡ ਆ ਉਹ ਕਿੰਗ ਜਾਂ ਕੁਈਨ ਆਪ ਬਣੇ।
ਉਹਨਾਂ ਨੇ ਦੇਖਿਆ ਕਿ ਜਿਸ ਤਰੀਕੇ ਨਾਲ ਕੰਟਰੋਲ ਕਰਦੇ ਆ ਇਹ ਤਾਂ ਹੋ ਸਕਦਾ ਸਾਡੇ ਖਿਲਾਫ ਸਾਧਨ ਇਹਨਾਂ ਨੂੰ। ਸੋ ਕੋਈ ਜਿੰਨਾ ਚਿਰ ਧਰਮ ਵਾਲੇ ਲੋਕ, ਕੈਥੋਲਿਕ ਧਰਮ ਵਾਲੇ ਜਾਂ ਪ੍ਰੋਟੈਸਟੈਂਟ ਵਾਲੇ, ਉਹ ਕਿੰਗ ਦੇ ਨਾਲ ਰਹਿੰਦੇ ਹੁੰਦੇ ਸੀ, ਉਹਨਾਂ ਚਿਰ ਕਿੰਗ ਖੁਸ਼ ਸੀ। ਜਿੱਥੇ ਜਿੱਥੇ ਕਿੰਗ ਦੇ ਨਾਲ ਪੰਗਾ ਲਿਆ ਉੱਥੇ ਉੱਥੇ ਉਹਨਾਂ ਨੇ ਧਰਮ ਚੇਂਜ ਕਰਕੇ ਦਿੱਤਾ। ਹਾਂਜੀ, ਇਸੇ ਕਰਕੇ ਕੀਤਾ ਕਿ ਧਾਰਮਿਕ ਬੰਦੇ ਜਿਹੜੇ ਆ ਸਾਡੇ ਖਿਲਾਫ ਲੋਕਾਂ ਨੂੰ ਉਕਸਾਹ ਨਾ ਦੇਣ। ਹੁਣ ਦੂਸਰੀ ਵੱਡੀ ਗੱਲ ਹੈ ਕਿ ਇੱਕ ਸਾਡੇ ਮਨ ਦੇ ਵਿੱਚ ਹੈ, ਜਿਹੜੇ ਵਹਿਮ ਭਰਮ ਹੁੰਦੇ ਨਾ, ਉਹ ਮਨ ਦੇ ਵਿੱਚ ਹੁੰਦੇ, ਉਹ ਬਾਹਰ ਨਹੀਂ ਹੈ। ਜੇ ਕੋਈ ਬੰਦਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਆ, ਸਿੱਖੀਜ਼ਮ ਨੇ ਵਹਿਮ ਭਰਮਾਂ ਨੂੰ ਇੰਨਾ ਭੰਡਿਆ ਨਾ। ਹਾਂਜੀ, ਉਹਨਾਂ ਨੂੰ ਵੈਸੇ ਸੋਚਣਾ ਚਾਹੀਦਾ ਬੈਠ ਕੇ ਕਿ ਵਹਿਮੀ ਭਰਮੀ ਮੈਂ ਹੈਗਾ ਸਿਰੇ ਦਾ, ਤੇ ਮੈਂ ਆਪਣੇ ਨੂੰ ਸਿੱਖ ਕਹਾਉਣਾ। ਤੁਸੀਂ ਸਿੱਖ ਗੁਰੂਆਂ ਦੇ ਅੱਗੇ, ਸਿੱਖ ਬਾਣੀ ਦੇ ਅੱਗੇ ਝੁਕਦੇ ਆ, ਪਹਿਲਾਂ ਉਹਦੇ 'ਚ ਲਿਖਿਆ ਕੀ ਆ, ਉਹਨਾਂ ਨੇ ਕੀ ਹਦਾਇਤ ਕੀਤੀ ਹੈ, ਇਹ ਤਾਂ ਸੁਣ ਲਓ ਜੀ। ਕੈਥੋਲਿਕ ਧਰਮ ਦੇ ਵਿੱਚ ਇਹਦਾ ਹੁੰਦੀ ਸੀ ਕਿ ਜੇ ਤੁਸੀਂ ਸਾਡੇ ਖਿਲਾਫ ਬੋਲੇ, ਅਸੀਂ ਤੁਹਾਡਾ ਸਿਰ ਵੱਢ ਦਵਾਂਗੇ। ਜਿੱਦਾਂ ਸ਼ਬਦ ਤੁਸੀਂ ਸੁਣਿਆ, ਅੰਗਰੇਜ਼ੀ ਦਾ ਸ਼ਬਦ ਹੈ ਨਾ, ਵਾਟ ਦ ਹੈਕ ਕਹਿੰਦੇ ਅਸੀਂ। ਹਾਂਜੀ, ਇਹ ਇੱਕ ਬਦਲਵਾਂ ਰੂਪ ਸੀ, ਕਿਉਂਕਿ ਉਹ ਧਾਰਮਿਕ ਗੱਲ ਕਹਿਣ ਨਹੀਂ ਸੀ ਦਿੰਦੇ। ਜੇ ਪਹਿਲਾਂ ਸ਼ਬਦ ਯੂਜ਼ ਕਰਦੇ ਸੀ ਵਾਟ ਦ ਹੈਲ ਜੀ, ਹੈਲ ਜਿਹੜਾ ਆ ਇਹ ਧਾਰਮਿਕ ਸ਼ਬਦ ਆ। ਹਾਂਜੀ, ਤੇ ਇਹ ਜੇ ਤੁਸੀਂ ਵਾਟ ਦ ਹੈਲ ਕਹਿੰਦੇ ਸੀ, ਉਹ ਫੜ ਲੈਂਦੇ ਸੀ ਤੁਹਾਨੂੰ। ਗੋਡ ਨਹੀਂ ਸੀ, ਜਿੱਦਾਂ ਤੁਸੀਂ ਕਹਿੰਦੇ ਆ ਜੀਸਸ ਕ੍ਰਾਈਸਟ, ਅੱਜ ਤੱਕ ਕੱਲ ਤੱਕ ਕਹਿੰਦੇ ਆ, ਕਿਸੇ ਜ਼ਮਾਨੇ 'ਚ ਤੁਹਾਨੂੰ ਸਜ਼ਾ ਹੁੰਦੀ ਸੀ ਇਸ ਗੱਲ ਕਹਿਣ ਦੀ। ਬਹੁਤ ਜ਼ਿਆਦਾ ਕੱਟੜਵਾਦ ਸੀ, ਪੂਰਾ ਕੱਟੜਵਾਦ, ਵਹਿਮ ਭਰਮ ਕਰਕੇ ਵੀ ਤੁਸੀਂ ਸਾਡਾ ਧਰਮ ਜਿਹੜਾ ਸੀਕ੍ਰੇਟ ਆ, ਪਵਿੱਤਰ ਆ, ਇਹਦੇ ਬਾਰੇ ਕੋਈ ਵੀ ਗੱਲ ਨਹੀਂ ਕਹਿ ਸਕਦੇ। ਹੁਣ ਇੱਥੇ ਇੱਕ ਜਥੇਦਾਰ ਨੇ, ਭਾਈ ਰਣਜੀਤ ਸਿੰਘ ਦੀ ਗੱਲ ਕਰਦੇ ਸੀ, ਅਕਾਲ ਤਖ਼ਤ ਦਾ ਜਥੇਦਾਰ, ਉਹਨੇ ਫੈਸਲਾ ਕਰਤਾ ਜੀ ਲੰਗਰ ਜਿਹੜਾ ਆ ਤੁਸੀਂ ਥੱਲੇ ਬੈਠ ਕੇ ਖਾਇਆ ਕਰੋ। ਹਾਂਜੀ, ਇੱਥੇ ਵੈਨਕੂਵਰ 'ਚ ਲੜਾਈਆਂ ਹੋਈਆਂ ਇਸ ਗੱਲ ਤੇ। ਅੱਧੇ ਬੰਦੇ ਕਹਿਣ ਨਹੀਂ ਅਸੀਂ ਥੱਲੇ ਬਹਿਣਾ, ਅੱਧੇ ਕਹਿਣ ਅਸੀਂ ਕੁਰਸੀਆਂ ਤੇ ਬਹਿਣਾ। ਹਾਂਜੀ, ਸੋ ਪਰ ਹੁਣ ਮਤਲਬ ਲੋਕੀ, ਉਹ ਸਮਾਂ ਆ ਗਿਆ ਵੀ ਜਿਹੜੇ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਵੀ ਧਰਮ ਦੇ ਖਿਲਾਫ ਤੁਸੀਂ ਬੋਲ ਹੀ ਨਹੀਂ ਸਕਦੇ, ਧਾਰਮਿਕ ਜਿਹੜੀ ਸੰਸਥਾ ਦਾ ਹੈੱਡ ਆ ਉਹਦੇ ਖਿਲਾਫ ਨਹੀਂ ਬੋਲ ਸਕਦੇ, ਜੋ ਕੁਝ ਕਹਿਤਾ ਉਹਨੇ ਜੀ। ਹੁਣ ਲੋਕਾਂ ਦੇ ਮਨ 'ਚ ਆ ਗਿਆ ਕਿ ਰੈਸ਼ਨਲ ਤਰੀਕੇ ਨਾਲ, ਦਲੀਲ ਨਾਲ, ਤਰਕ ਨਾਲ, ਜੇ ਇਹ ਨਹੀਂ ਸੋਚਦਾ, ਜੇ ਬਾਣੀ ਦੇ ਅਨੁਸਾਰ ਨਹੀਂ, ਜੇ ਸਿੱਖ ਵਿਚਾਰਧਾਰਾ ਦੇ ਅਨੁਸਾਰ ਨਹੀਂ ਰੂਲ ਕਰ ਰਿਹਾ, ਤਾਂ ਅਸੀਂ ਇਹਦੇ ਖਿਲਾਫ ਰਿਬੈਲ ਵੀ ਕਰ ਸਕਦੇ ਹਾਂ, ਬਗਾਵਤ ਵੀ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਜੀ ਸਾਊਥ ਸਰੀ ਬਾਈ ਇਲੈਕਸ਼ਨ ਦੀ, ਜਿਹੜੀ ਕਿ 10 ਸਤੰਬਰ ਜਾਣੀ ਕਿ ਕੱਲ ਨੂੰ ਹੈਗੀ ਆ। ਤੇ ਫਿਰ ਇਸ ਦੇ ਵਿੱਚ 5 ਉਮੀਦਵਾਰ ਹੈਗੇ ਇਲੈਕਸ਼ਨ BC ਦੇ ਮੁਤਾਬਕ, ਤੇ ਜਿਹੜੇ 5 ਉਮੀਦਵਾਰ ਹੈਗੇ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਬਿਲੋਂਗ ਕਰਦੇ ਆ। ਇਹਨਾਂ ਵਿੱਚੋਂ 2 ਪੰਜਾਬੀ ਮੂਲ ਦੇ ਆ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਬਾਈ ਇਲੈਕਸ਼ਨ ਨੂੰ? ਮੇਰਾ ਖਿਆਲ ਇਹ ਬਾਈ ਇਲੈਕਸ਼ਨ ਜਿੱਦਾਂ ਰਡਾਰ ਤੋਂ ਦੂਰ ਚਲ ਗਈ ਹੁੰਦੀ ਹੈ ਨਾ, ਇਸ ਤਰ੍ਹਾਂ ਹੋਈ ਆ। ਕੋਈ ਡਿਸਕਸ ਹੀ ਨਹੀਂ ਕਰਦਾ, ਕੋਈ ਗੱਲਬਾਤ ਨਹੀਂ ਹੋ ਰਹੀ ਇਸ ਬਾਰੇ। ਮੈਂ ਕਿਸੇ ਨਾਲ ਪਿਛਲੇ ਹਫ਼ਤੇ ਗੱਲ ਕਰਦਾ ਸੀ, ਕੋਈ ਸਰਵੇ ਕਰਦੇ ਆ ਜਿਹੜੀ ਕੰਪਨੀ ਨਾ, ਉਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਕਿਹਾ, ਕਿਸੇ ਨੇ ਹੋਰ ਨੇ ਨਹੀਂ ਕਿਹਾ, ਉਹਨਾਂ ਕਰਦੇ ਸੀ। ਉਹ ਕਹਿੰਦੇ ਦੱਸਦਾ ਸੀ, ਨੰਬਰ ਤਾਂ ਨਹੀਂ ਦੱਸੇ ਉਹਨੇ ਮੈਨੂੰ, ਪਰ ਉਹਨੇ ਇੱਕ ਗੱਲ ਦੱਸਦੀ, ਕਹਿੰਦਾ ਅਸੀਂ ਜਦ ਫੋਨ ਕਰਦੇ ਆ ਉੱਥੇ ਹੀ ਸਾਊਥ ਸਰੀ ਦੇ ਲੋਕ ਹੀ ਬੈਠੇ ਸੋਚਦੇ ਆ ਕਿ ਇਹ ਮਿਊਨਿਸਪਲ ਇਲੈਕਸ਼ਨ ਦੀ ਗੱਲ ਕਰਦੇ ਆ। ਹਾਂਜੀ, ਮਿਊਨਿਸਪਲ ਇਲੈਕਸ਼ਨ ਦੀ, ਸਿਵਿਕ ਇਲੈਕਸ਼ਨ ਦੀ ਜ਼ਿਆਦਾ ਗੱਲਬਾਤ ਹੋ ਰਹੀ ਹੈ ਜੀ, ਤੇ ਐਕਚੁਅਲੀ ਬਾਈ ਇਲੈਕਸ਼ਨ ਦੀ ਉੱਥੇ ਘੱਟ ਗੱਲ ਹੁੰਦੀ ਹੈ। ਸਾਈਡ ਲਾਈਨ ਹੋ ਗਈ, ਬਾਈ ਇਲੈਕਸ਼ਨ ਸਾਈਡ ਲਾਈਨ ਹੋ ਗਈ। ਹਾਂਜੀ, ਤੇ ਇਸ ਕਰਕੇ ਮੇਰਾ ਅੰਦਾਜ਼ਾ ਲੱਗਦਾ ਮੈਨੂੰ ਕਿ ਵੈਸੇ ਮਿਊਨਿਸਪੈਲਿਟੀ 'ਚ ਅਸੀਂ ਸਮਝਦੇ ਹੁੰਦੇ ਹਾਂ ਕਿ ਬਹੁਤ ਘੱਟ ਵੋਟਾਂ ਪੈਂਦੀਆਂ। ਹਾਂਜੀ, 33%, 34%, ਬਸ ਇਹ ਤੋਂ ਵੱਧ ਨਹੀਂ ਕਦੇ। ਤੇ ਜੇ ਜਿੰਨੀ ਉੱਥੇ ਇੰਟਰਸਟ ਹੈ ਨਹੀਂ ਲੋਕਾਂ ਦਾ, 20% ਵੀ ਪੈ ਜਾਵੇ ਤਾਂ ਇਹ ਬਹੁਤ ਹੋਣੀ ਹੈ ਜੀ। 100 ਦੇ ਵਿੱਚੋਂ 50 ਦੇ ਵਿੱਚੋਂ ਇੱਕ ਹੀ ਬੰਦਾ ਆਵੇ ਤੁਹਾਡੀ ਵੋਟ ਪਾਉਣ, ਤੇ ਇੱਥੇ ਫਿਰ ਕਿਆਸ ਰਾਏ ਲਾਉਣੀ ਪੈਣੀ ਕਿ ਵੈਸੇ ਨਾਰਮਲੀ BC ਦੇ ਵਿੱਚ ਨਾ ਸਾਡੇ ਪੰਜਾਬ ਨਾਲੋਂ ਉਲਟ ਹੈ। ਸਾਡੇ ਤਾਂ ਸਾਰੀ ਕੈਬਨਿਟ ਜਾ ਬੈਠਦੀ, ਸਾਰੇ MLA ਜਾ ਕੇ ਬੈਠ ਜਾਂਦੇ ਆ ਉਸ ਹਲਕਾ ਉਹ ਜਿਤਾਉਣ ਲਈ, ਜਿਹੜੀ ਐਕਚੁਅਲੀ
ਰੂਲਿੰਗ ਪਾਰਟੀ ਆ ਉਹ ਹਮੇਸ਼ਾ ਜਿੱਤਦੀ ਹੁੰਦੀ ਹੈ ਪੰਜਾਬ ਦੇ ਵਿੱਚ। ਹਾਂਜੀ। BC ਦੇ ਵਿੱਚ ਇੱਥੇ ਉਲਟਾ ਆ, ਇੱਥੇ ਰੂਲਿੰਗ ਪਾਰਟੀ ਜਿਹੜੀ ਆ ਉਹ ਹਾਰਦੀ ਹੁੰਦੀ ਹੈ ਜੀ, ਕਿਉਂਕਿ ਬਾਈ ਇਲੈਕਸ਼ਨ 'ਚ ਲੋਕੀ ਆਪਣਾ ਗੁੱਸਾ ਕੱਢਦੇ ਹੁੰਦੇ। ਹਾਂਜੀ। ਜੋ ਕੁਝ ਵੀ ਸਰਕਾਰ ਕਰਦੀ ਆ ਉਹਨਾਂ ਨੇ ਆਪਣਾ ਗੁੱਸਾ ਕੱਢਣਾ ਉੱਤੇ। ਜੀ, ਪੰਜਾਬ ਦੇ ਵਿੱਚ ਜਿਵੇਂ ਕੱਢਿਆ ਸੀ। ਪੰਜਾਬ 'ਚ ਹੁਣ ਇਹਦੇ ਬਾਵਜੂਦ ਵੀ ਦੇਖੋ ਤੁਸੀਂ 92 ਦੇ 92 ਬੰਦੇ ਸੰਗਰੂਰ ਬੈਠੇ ਸੀ। ਹਾਂਜੀ। ਕੱਲਾ ਕੱਲਾ ਪਿੰਡ ਦਿੱਤਾ ਆਇਆ ਸੀ ਉਹਨਾਂ ਨੂੰ। ਹਾਂਜੀ। ਪਰ ਲੋਕਾਂ ਦੇ ਵਿੱਚ ਕਿੰਨਾ ਗੁੱਸਾ ਆਊਗਾ, ਉਹਨਾਂ ਨੇ ਫੇਰ ਵੀ ਹਰਾਤੇ। ਹਾਂਜੀ। ਔਰ ਗੜ੍ਹ ਚੋਂ ਇਹਨਾਂ ਦੇ ਗੜ੍ਹ ਚੋਂ ਹਰਾਏ। ਜਿੱਦਾਂ ਸਾਊਥ ਸਰੀ ਜਿਹੜੀ ਆ BC ਲਿਬਰਲ ਦਾ ਗੜ੍ਹ ਮੰਨੀ ਜਾਂਦੀ ਹੈ ਜੀ। ਹਾਲਾਂਕਿ ਇਹ ਵੀ ਕਾਫੀ ਚੇਂਜ ਹੋਈ ਜੇ ਤੁਸੀਂ ਡੈਮੋਗ੍ਰਾਫਿਕਸ ਦੇਖਦੇ ਆ ਨਾ, ਉੱਥੇ ਯੂਥ ਕਾਫੀ ਨੌਜਵਾਨ ਮੂਵ ਹੋਏ ਆ। ਤੁਸੀਂ ਕਈ ਜਗ੍ਹਾ ਤੇ ਅਪਾਰਟਮੈਂਟਸ ਦੇਖਦੇ ਉਹਨਾਂ ਦੇ ਵਿੱਚ ਯੰਗਰ ਜਨਰੇਸ਼ਨ ਜ਼ਿਆਦਾ ਬੈਠੀ ਹੈ। ਤੇ ਇਹਨਾਂ ਨੇ ਪਿਛਲੀ ਵਾਰ ਤੁਸੀਂ ਜਿਹੜੇ 2020 ਦੇ ਵਿੱਚ ਸ਼ਾਇਦ ਇਲੈਕਸ਼ਨ ਹੋਈ ਸੀ, 21 ਦੇ ਵਿੱਚ ਨਹੀਂ 20 ਦੇ ਵਿੱਚ ਜਦੋਂ ਇਹਨਾਂ ਨੇ ਅਲਾਈਅੰਸ ਤੋੜਿਆ। ਹਾਂਜੀ। ਤੇ ਉਸ ਵੇਲੇ ਜਿਹੜੀ NDP ਤਾਂ ਆਪਣੇ BC ਲਿਬਰਲ ਦਾ ਫਰਕ ਬਹੁਤ ਘੱਟ ਸੀ। ਪਹਿਲਾਂ ਇਹ BC ਲਿਬਰਲ ਬਹੁਤ ਹਜ਼ਾਰਾਂ ਵੋਟਾਂ ਤੇ ਜਿੱਤ ਰਹੇ। ਇੱਕ ਤਾਂ BC ਲਿਬਰਲ ਦੇ ਕੋਲ ਲੀਡਰ ਬਹੁਤ ਮਾੜਾ ਸੀ, ਇੱਕ ਉਹਨਾਂ ਦੀ ਵੋਟ ਥੱਲੇ ਆਈ, ਤੇ ਦੂਸਰੀ NDP ਦੀ ਵੋਟ ਦੀ ਸਰਜ ਹੋਈ ਪਿਛਲੀ ਵਾਰ ਜੀ। ਇਹ ਵੇਵ ਵੀ ਚੱਲੀ ਇਹਨਾਂ ਦੇ ਹੱਕ ਦੇ ਵਿੱਚ। ਹਾਂਜੀ। ਸੋ ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ, ਜੇ ਇਹਨਾਂ ਨੇ ਆਪਣੇ ਸਾਰੇ ਰਿਸੋਰਸਸ ਲਾਉਣ ਉੱਥੇ, ਤੇ NDP ਜਿੱਤ ਸਕਦੀ ਹੈ। ਹਾਂਜੀ। ਜਿੱਤ ਇਸ ਕਰਕੇ ਸਕਦੀ ਕਿ ਇੱਕ ਤਾਂ ਤਕਰੀਬਨ 100 ਦੇ ਵਿੱਚੋਂ 20% ਹੀ ਲੋਕੀ ਆਉਣ ਲਈ ਤਿਆਰ ਆ। ਉਹਦੇ ਵਿੱਚੋਂ ਜੇ ਇਹਨਾਂ ਨੇ BC ਲਿਬਰਲ ਦੇ ਜੇ ਕੈਂਡੀਡੇਟ ਹਾਰ ਗਿਆ ਇਸ ਵੇਲੇ, ਉਹਨਾਂ ਦਾ ਜਿਹੜਾ ਨਵਾਂ ਲੀਡਰ ਬਣਿਆ ਹੀ ਆ, ਉਹ ਲਈ ਇੱਕ ਭਿਆਨਕ ਹਾਦਸਾ ਹੀ ਹੋਣਾ ਸਮਝ ਲਓ ਕਿ ਮੈਂ ਅਜੇ ਲੀਡਰ ਬਣਿਆ ਤਾਂ ਅਜੇ ਢਾਹ ਲਿਆ ਇਹਨਾਂ ਨੇ। ਸੋ ਇਸ ਕਰਕੇ ਉਹਨਾਂ ਲਈ ਵੱਡੀ ਖਤਰੇ ਗੱਲ ਇਹ ਵੀ ਆ, ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਵੈਸੇ ਤਾਂ ਸਾਰੇ ਕੰਜ਼ਰਵੇਟਿਵ ਜ਼ਿਆਦਾ ਤੌਰ ਤੇ BC ਲਿਬਰਲ ਦੇ ਵਿੱਚ ਆ, ਪਰ ਥੋੜੇ ਜਿਹੇ ਜਿਹੜੇ ਕੱਟੜਪੰਥੀ ਹੈ ਨਾ, ਉਹ ਆਪਣੀ ਅਲੱਗ ਪਾਰਟੀ ਬਣਾ ਕੇ ਬੈਠੇ BC ਦੇ ਵਿੱਚ। ਉਹ ਜਿਹੜੀਆਂ ਵੋਟਾਂ ਤਕਰੀਬਨ ਲੈਂਦੇ ਨੇ, ਉਹ BC ਲਿਬਰਲ ਦੀਆਂ ਵੋਟਾਂ ਲੈਂਦੇ। ਤੇ ਇਦਾਂ ਹੀ ਪਰ ਦੂਸਰੇ ਪਾਸੇ ਬਰਾਬਰ ਹੀ ਹੈ, NDP ਦੇ ਮੂਹਰੇ ਗ੍ਰੀਨ ਪਾਰਟੀ ਵਾਲਾ ਬੰਦਾ ਖੜਾ ਹੈ, ਤੇ ਉਹ ਗ੍ਰੀਨ ਪਾਰਟੀ ਵਾਲੇ ਵੀ ਤਕਰੀਬਨ NDP ਦੀਆਂ ਵੋਟਾਂ ਲੈਂਦੇ। ਸੋ ਦੋਹਾਂ ਨੂੰ ਹੀ ਭੱਜਦਿਆਂ ਨੂੰ ਕਹਿੰਦੇ ਹੁੰਦੇ ਬਾਣ ਇੱਕੋ ਜਿਹਾ ਹੀ ਆ। ਹਾਂਜੀ। ਹੁਣ ਇਹਨਾਂ ਦੇ ਵਿੱਚੋਂ ਇੱਥੇ ਦੇਖਣਾ ਪੈਣਾ ਕਿ ਪਾਰਟੀ ਦੇ ਕੋਲ ਜਾਂ ਕੈਂਡੀਡੇਟ ਦੇ ਕੋਲ ਵੋਟਰ ਟਰਨਆਊਟ ਲਈ ਕਿੰਨੀ ਸਟਰੈਂਥ ਆ। ਹਾਂਜੀ। ਕੀ ਉਹ ਆਪਣੇ ਵੋਟਰਾਂ ਨੂੰ ਕੱਢ ਸਕਦੇ ਜਾਂ ਨਹੀਂ ਕੱਢ ਸਕਦੇ, ਕਿਉਂਕਿ ਘਰ ਬੈਠਾ ਬੰਦਾ ਜਿਹੜਾ ਆ ਉਹ ਤਾਂ ਕਹਿੰਦਾ ਮੈਂ ਇਹਨੂੰ ਵੋਟ ਪਾਉਣੀ, ਐਕਚੁਅਲੀ ਉਸ ਦਿਨ ਜਾ ਕੇ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ ਇਹ ਡਿਪੈਂਡ ਕਰਦਾ। ਸੈਚਰਡੇ ਆ ਵੋਟਾਂ, ਕੱਲ ਨੂੰ ਹੀ ਆ, ਕੱਲ ਨੂੰ ਪਤਾ ਲੱਗ ਜਾਣਾ, ਕੱਟਾ ਕੱਟੀ ਨਿਕਲ ਜਾਣਾ ਇਹਨਾਂ ਦਾ। ਹਾਂਜੀ। ਪਰ ਇਸ ਵੇਲੇ ਪਿਛਲੇ ਕੋਈ 3 ਦਹਾਕਿਆਂ ਤੋਂ 4 ਵਾਰ ਆ ਜਦੋਂ ਰੂਲਿੰਗ ਪਾਰਟੀ ਜਿੱਤੀ, ਨਹੀਂ ਤਾਂ ਰੂਲਿੰਗ ਪਾਰਟੀ ਹਮੇਸ਼ਾ ਹੀ ਬਾਈ ਇਲੈਕਸ਼ਨ ਹਾਰਦੀ ਹੁੰਦੀ ਹੈ ਜੀ। ਡਾਕਟਰ ਸਾਹਿਬ ਲੱਗ ਜਾਣਾ ਜੀ ਕੱਲ ਨੂੰ ਪਤਾ ਆਪਾਂ ਨੂੰ ਕਿ ਇਸ ਵਾਰੀ ਕੀ ਹੁੰਦਾ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਵੈਸੇ ਤੁਸੀਂ ਸੁਣਿਆ ਹੋਣਾ ਬਹੁਤ ਵਾਰੀ ਕਿ ਲੋਕ ਝੂਠ ਬੋਲ ਕੇ ਆਪਣੀ ਜੌਬ ਲੈਂਦੇ ਆ, ਖਾਸ ਕਰਕੇ ਜਿੱਥੇ ਸੀਟਾਂ ਰਿਜ਼ਰਵ ਕੀਤੀਆਂ ਜਾਂਦੀਆਂ ਨੇ। ਕਈ ਵਾਰੀ ਤਾਂ ਲੋਕੀ ਕੋਈ ਝੂਠੇ ਸਰਟੀਫਿਕੇਟ ਵੀ ਬਣਾ ਲੈਂਦੇ ਨੇ, ਜਿਹੜਾ ਉਹ ਰਾਖਵਾਂਕਰਨ ਹੁੰਦਾ ਉਹਦੇ ਹਿਸਾਬ ਦੇ ਨਾਲ। ਹੁਣ ਇੱਕ ਮਾਮਲਾ ਇੱਥੇ ਵੀ ਸਾਹਮਣੇ ਆਇਆ ਜੀ। ਐਮਿਲੀ ਕਾਰ ਯੂਨੀਵਰਸਿਟੀ ਦੇ ਵਿੱਚ ਇੱਕ ਵਾਈਟ ਵਿਮਨ ਨੇ ਝੂਠ ਬੋਲਿਆ ਕਿ ਉਹ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਜਿਹੜੇ ਉਹਦੇ ਦਾਦਾ ਜੀ ਸੀ ਜਾਂ ਜਿਹੜੇ ਉਹਦੇ ਪੂਰਵਜ ਸੀ, ਕਿ ਉਹ ਇੰਡੀਜਨਸ ਭਾਈਚਾਰੇ ਚੋਂ ਆ। ਇਹ ਝੂਠ ਬੋਲ ਕੇ ਉਹਨੇ ਜੌਬ ਲਈ ਸੀ ਕਿਉਂਕਿ ਉਸ ਵਕਤ ਯੂਨੀਵਰਸਿਟੀ ਵੱਲੋਂ 2019 ਦੇ ਵਿੱਚ ਇੰਡੀਜਨਸ ਲੋਕਾਂ ਨੂੰ ਭਰਤੀ ਕੀਤਾ ਜਾ ਰਿਹਾ ਸੀਗਾ। ਤੇ ਉਸ ਤੋਂ ਬਾਅਦ ਇੱਕ ਮੈਕਲੀਅਨ ਮੈਗਜ਼ੀਨ ਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਇਹਦੇ ਕੋਲੇ ਇੱਕ ਵੀ ਪ੍ਰੂਫ ਨਹੀਂ ਇਸ ਔਰਤ ਦੇ ਕੋਲੇ, ਐਡਨਸ ਦੇ ਕੋਲੇ, ਵੀ ਇਹ ਸਿੱਧ ਕਰ ਸਕੇ ਵੀ ਇਹ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਕਰਦੀ ਸੀ। ਉਲਟਾ ਉਹ ਤਾਂ ਉਹਦੇ ਜਿਹੜੇ ਦਾਦਾ ਜੀ ਸੀਗੇ ਉਹ ਤਾਂ ਵਾਈਟ ਜਿਹੜਾ ਭਾਈਚਾਰਾ ਹੈਗਾ, ਗੋਰੇ ਸੀਗੇ, ਉਹਨਾਂ ਨੂੰ ਬਿਲੋਂਗ ਕਰਦੇ ਸੀ। ਕੀ ਕਹਿਣਾ ਚਾਹੋਗੇ? ਇਦੋਂ ਵੱਡੀ ਵੀ ਗੱਲ ਸੀ ਕਿ ਪਿਛਲੀ ਵਾਰ ਜਦੋਂ 2020 ਦੇ ਵਿੱਚ US ਦੀਆਂ ਇਲੈਕਸ਼ਨ ਹੋਈਆਂ ਨਾ, ਹਾਂਜੀ,
ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਨੋਮੀਨੇਸ਼ਨ ਚੱਲਦੀ ਸੀ ਜੀ, ਉਹਨਾਂ ਦੇ ਵਿੱਚ ਇੱਕ ਔਰਤ ਸੀ ਜਿਹੜੀ ਆਪਣੇ ਆਪ ਨੂੰ ਇੰਡੀਜਨਸ ਦੱਸਦੀ ਸੀ ਜੀ, ਉਹਦਾ ਪਤਾ ਵੀ ਕਰ ਗਿਆ ਲੋਕਾਂ ਨੂੰ ਹੀ, ਸਾਰੀ ਪਾਰਟੀ ਨੂੰ ਹੀ ਪਤਾ ਲੱਗ ਗਿਆ, ਲੋਕਾਂ ਨੂੰ ਹੀ ਪਤਾ ਲੱਗ ਗਿਆ। ਉਹਦੇ ਬਾਵਜੂਦ ਵੀ ਉਹ ਕਹਿੰਦੀ ਕਿ ਇਦਾਂ ਨਾ ਮੈਨੂੰ ਦੇਖੋ ਕਿ ਮੈਂ ਇੰਡੀਜਨਸ ਨਹੀਂ ਆ, ਕਹਿੰਦੀ ਇਦਾਂ ਦੇਖੋ ਮੈਂ ਇੰਡੀਜਨਸ ਲੋਕਾਂ ਨੂੰ ਫੀਲ ਕਰਦੀ ਆ। ਦੇਖੋ ਡਾਕਟਰ ਸਾਹਿਬ, ਤੁਸੀਂ ਲੌਜੀਕ ਦੇਖੋ, ਤੁਸੀਂ ਤਰਕ ਤੇ ਦਲੀਲ ਦੀ ਦੇਖੋ ਨਾ ਕਿੱਥੇ ਜਾਂਦੀ। ਕਹਿਣਾ ਮੈਂ ਭਾਵੇਂ ਉਸ ਭਾਈਚਾਰੇ ਚ ਨਹੀਂ, ਪਰ ਉਹਨਾਂ ਦੇ ਦਰਦ ਮੈਂ ਸਮਝ ਸਕਦੀ, ਉਹਨਾਂ ਨੂੰ ਸੋਚ ਸਕਦੀ ਆ, ਉਹਨਾਂ ਵਾਲੀਆਂ ਭਾਵਨਾਵਾਂ ਮੇਰੇ ਵਿੱਚ ਹੋ ਸਕਦਾ ਇਹਦੇ ਵਿੱਚ ਵੀ ਹੋਣ। ਹੁਣ ਪਿੱਛੇ ਜਿਹੇ ਖਾਸ ਤੌਰ ਤੇ ਰੈਜ਼ੀਡੈਂਸ਼ੀਅਲ ਸਕੂਲ ਜਦੋਂ ਬੱਚਿਆਂ ਦੀਆਂ ਮੌਤਾਂ ਆਈਆਂ, ਹਾਂਜੀ, ਤਾਂ ਉਸ ਤੋਂ ਬਾਅਦ ਇੱਕ ਵੱਡੇ ਪੱਧਰ ਤੇ ਕੈਨੇਡਾ ਦੇ ਵਿੱਚ ਤਬਦੀਲੀ ਇਸ ਕਰਕੇ ਆਈ ਕਿ ਇਹਨਾਂ ਨੇ ਦੇਖਿਆ ਕਿ ਬਹੁਤੀਆਂ ਜਗ੍ਹਾ ਤੇ ਇੰਡੀਜਨਸ ਜਿਹੜੇ ਫਰਸਟ ਨੇਸ਼ਨਸ ਹੈ ਹੀ ਨਹੀਂ ਜੀ, ਉਹਨਾਂ ਦੀ ਕੋਈ ਨੁਮਾਇੰਦਗੀ ਨਹੀਂ। ਤੇ ਐਮਿਲੀ ਕਾਰ ਇੱਕ ਬਹੁਤ ਤਕੜੀ ਯੂਨੀਵਰਸਿਟੀ ਹੈ ਜਿਹੜੀ ਫਾਈਨ ਆਰਟਸ ਜਿਹਨੂੰ ਅਸੀਂ ਬੋਲਦੇ ਹਾਂ, ਜਿਹੜੀ ਕਲਾ ਵਾਲੀ ਚੀਜ਼ਾਂ ਸਿਖਾਉਂਦੀ ਹੈ, ਜਿੱਦਾਂ ਕਾਰਟੂਨ ਬਣਾਉਣੇ ਹੋਣ, ਤੁਸੀਂ ਕਾਰਟੂਨ ਦੀ ਮੂਵੀ ਉਹ ਵੀ ਸਿਖਾਉਂਦੇ ਆ ਜੀ। ਕਲਾ ਦੀ ਹਰ ਕਲਾਸ ਹੈ ਉਹਨਾਂ ਦੇ ਕੋਲ, ਤੇ ਬੜੀ ਵਰਲਡ ਫੇਮਸ ਯੂਨੀਵਰਸਿਟੀ ਹੈ। ਉੱਥੇ ਇਹਨਾਂ ਨੇ ਪੋਜੀਸ਼ਨਸ ਕੱਢੀਆਂ, ਇਹ ਸਿੱਧੇ ਤੌਰ ਤੇ ਉਹਨਾਂ ਨੇ ਲਿਖਤਾ ਵੀ ਇੰਡੀਜਨਸ ਲੋਕਾਂ ਲਈ ਹੈ ਜੀ, ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਹੈ ਹੀ ਕੋਈ ਨਹੀਂ ਸੀ। ਇਸ ਗੱਲ ਤੇ ਉਹਨਾਂ ਦੀ ਆਲੋਚਨਾ ਤੋਂ ਡਰਦਿਆਂ ਨੇ ਉਹਨਾਂ ਨੇ ਇੰਡੀਜਨਸ ਭਾਈਚਾਰੇ ਦੇ ਵਿੱਚੋਂ ਫਰਸਟ ਨੇਸ਼ਨਸ ਤੋਂ ਲੈ, ਤੇ ਇਹਨੇ ਗੋਰੀ ਨੇ ਇਦਾਂ ਹੀ ਸੋਚ ਲਿਆ ਹੋਣਾ ਵੀ ਚੱਲ ਇਦਾਂ ਹੀ ਸੂਤ ਆਉਣਾ, ਹਾਂਜੀ। ਪਰ 3 ਸਾਲਾਂ ਬਾਅਦ ਪਤਾ ਕੀਤਾ, ਉਹ ਵੀ ਇੱਕ ਜਰਨਲਿਸਟ ਉਹਦੇ ਪੇਸ਼ ਹੀ ਪੈ ਗਿਆ ਕਿਤੇ। ਉਹਨੇ ਦੇਖਿਆ ਵੀ ਇਹ ਕਹਿੰਦੀ ਆ, ਇਹ ਜਿੱਦਾਂ ਕਹਿੰਦੇ ਹੁੰਦੇ ਨੇ, ਹੀ ਲੁਕਸ ਲਾਈਕ ਵਨ, ਹੀ ਵਾਕਸ ਲਾਈਕ ਵਨ, ਐਂਡ ਹੀ ਇਜ਼ ਦੈਟ। ਯੈਸ, ਜੇ ਤੁਸੀਂ ਦੇਖਦੇ ਇਦਾਂ ਦਿਖਦੀ ਗੋਰੀ ਆ, ਗੱਲਾਂ ਗੋਰੀਆਂ ਵਾਂਗੂ ਕਰਦੀ ਆ, ਤੇ ਹੋਣੀ ਵੀ ਗੋਰੀ ਆ ਜੀ। ਫਿਰ ਉਹ ਪਿੱਛੇ ਤਾਂ ਹੀ ਗਿਆ ਵੀ ਇਹਦੇ ਐਂਸੈਸਟਰ ਕੌਣ ਆ, ਕਿਹੜੇ ਇੰਡੀਜਨਸ ਬੰਦੇ ਆ ਇਹਦੇ, ਉਹਦੇ ਵਿੱਚੋਂ ਇੰਡੀਜਨਸ ਬੰਦਾ ਕੋਈ ਨਹੀਂ ਲੱਭਾ ਉਹਨੂੰ। ਡਾਕਟਰ ਸਾਹਿਬ ਉਹਨੇ ਪੂਰੀ ਇਨਵੈਸਟੀਗੇਸ਼ਨ ਕੀਤੀ, ਈਵਨ ਜਿਹੜੇ ਭਾਈਚਾਰੇ ਦਾ ਇਹਨੇ ਜ਼ਿਕਰ ਕੀਤਾ ਸੀ ਜੀਨਾ ਐਡਮਸ ਨੇ ਕਿ ਉਸ ਭਾਈਚਾਰੇ ਨੂੰ ਅਸੀਂ ਬਿਲੋਂਗ ਕਰਦੇ, ਉੱਥੇ ਵੀ ਗਿਆ ਸੀ ਗੱਲਬਾਤ ਕਰਨ ਦੇ ਲਈ, ਇਹਦੇ ਦਾਦਾ ਜੀ ਦੀ ਹਿਸਟਰੀ, ਉਹਨੇ ਸਾਰਾ ਕੁਝ ਇਨਵੈਸਟੀਗੇਟ ਕੀਤਾ। ਇਹ ਦੇਖੋ ਕਿ ਜਰਨਲਿਸਟ ਨੇ ਲੱਭ ਲਿਆ, ਪਰ ਯੂਨੀਵਰਸਿਟੀ ਨੂੰ ਆਪਣੇ ਆਪ ਨਹੀਂ ਪਤਾ ਲੱਗਾ। ਡਾਕਟਰ ਸਾਹਿਬ, ਇਹ ਬਹੁਤ ਵੱਡਾ ਸਵਾਲ ਆ ਵੀ ਦੇਖੋ ਉਹਨਾਂ ਨੇ ਇੰਡੀਜਨਸ ਲੋਕਾਂ ਲਈ ਨੌਕਰੀਆਂ ਕੱਢ ਦਿੱਤੀਆਂ, ਪਰ ਜਦੋਂ ਹਾਇਰਿੰਗ ਚੱਲ ਰਹੀ ਸੀ ਕਿ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਉਹ ਸਾਰਾ ਕੁਝ ਵੈਰੀਫਾਈ ਕਰਦੇ? ਕੋਈ ਤੁਸੀਂ ਦੇਖਿਆ ਹੋਣਾ ਇੱਥੇ ਕਈ ਟੀਚਰਸ ਲੱਗ ਜਾਂਦੇ ਆ, ਕਈ ਪ੍ਰੋਫੈਸਰ ਵੀ ਕਈਆਂ ਯੂਨੀਵਰਸਿਟੀ ਦੇ ਵਿੱਚ ਇਹ ਵੀ ਖਬਰਾਂ ਆਈਆਂ। ਹਰ ਇੱਕ ਏਰੀਏ ਦੇ ਵਿੱਚ ਲੋਕਾਂ ਨੇ ਨਕਲੀ ਡਿਗਰੀਆਂ ਬਣਾਈਆਂ, ਉਹ ਬਾਅਦ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਕਰਨ ਲੱਗਦਾ ਨਾ ਤਾਂ ਫੇਰ ਪਤਾ ਲੱਗਦਾ। ਤੇ ਇਹ ਕੰਮ ਯੂਜੂਅਲੀ ਤਾਂ ਜਰਨਲਿਸਟ ਵੱਲੋਂ ਹੀ ਕੀਤਾ ਜਾਂਦਾ, ਨਾਰਮਲੀ ਜਰਨਲਿਸਟ ਉਹਨਾਂ ਦੇ ਕੋਲ ਹੀ ਆ, ਕੀ ਕਹੋ, ਉਹਨਾਂ ਨੂੰ ਪਤਾ ਹੈ ਕਿੱਦਾਂ ਇਨਵੈਸਟੀਗੇਸ਼ਨ ਕਰਨੀ ਨਾ। ਹਾਂਜੀ, ਆਮ ਸਧਾਰਨ ਬੰਦਾ ਸੋਚਦਾ ਚੱਲ ਕੋਈ ਗੱਲ ਨਹੀਂ, ਇਹਨੇ ਜੇ ਪੋਜੀਸ਼ਨ ਲੈ ਲਈ, ਮੇਰੇ ਤੇ ਕੀ ਹੁੰਦਾ, ਮੇਰੇ ਤੇ ਕੋਈ ਅਸਰ ਨਹੀਂ ਪੈਂਦਾ। ਪਰ ਡਾਕਟਰ ਸਾਹਿਬ, ਸਵਾਲ ਤਾਂ ਅਦਾਰਿਆਂ ਤੇ ਉੱਠਦਾ ਨਾ। ਅਦਾਰਿਆਂ ਤੇ ਉੱਠਦਾ ਇਸ ਕਰਕੇ ਕਿ ਉਹਨਾਂ ਨੂੰ ਫੁੱਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਪਹਿਲਾਂ ਜੀ, ਪਰ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਤੇ ਵੈਸੇ ਯੂਨੀਵਰਸਿਟੀ ਵਾਲੇ ਕਿੱਦਾਂ ਇਨਵੈਸਟੀਗੇਸ਼ਨ ਪਹਿਲਾਂ ਕਰਨਗੇ। ਜਦੋਂ ਕੋਈ ਅਸੀਂ ਬੰਦਾ ਹਾਇਰ ਕਰਦੇ ਆ, ਜੇ ਕੋਈ ਕਮੇਟੀ 'ਚ ਦੇਖਦੇ ਆ, ਅਸੀਂ ਉਹਦਾ ਦੇਖਦੇ ਹਾਂ CV ਕਿ ਉਹਨਾਂ ਨੇ ਕਿਹੜੀ ਪੜ੍ਹਾਈ ਕੀਤੀ ਆ, ਕਿੰਨਾ ਐਕਸਪੀਰੀਅੰਸ ਆ, ਕੀ ਲਿਖਿਆ ਆ, ਉਹ ਕੀ ਪੜ੍ਹਾਇਆ ਆ ਪਹਿਲਾਂ, ਫਿਰ ਉਹਨਾਂ ਦੀ ਇੰਟਰਵਿਊ ਕਰਦੇ ਆ। ਤੇ ਉਹ ਸਾਡੇ ਕੋਲ ਰਿਸੋਰਸਿਸ ਹੀ ਨਹੀਂ ਹੁੰਦੇ ਕਿ ਉਹਦੀ ਜਾ ਕੇ ਬੈਕਗਰਾਉਂਡ ਚੈੱਕ ਕਰ ਲਈਏ। ਪਰ ਡਾਕਟਰ ਸਾਹਿਬ, ਜਿਵੇਂ ਕੋਈ ਜੌਬ ਨਿਕਲਦੀ ਆ ਫॉर ਐਗਜ਼ਾਮਪਲ ਵੀ ਇੰਡੀਜਨਸ ਭਾਈਚਾਰੇ ਦੇ ਲਈ ਹੋਈ ਆ, ਉਹਦੇ ਲਈ ਤਾਂ ਕੁਝ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਨੇ ਨਾ ਕਿ ਤੁਸੀਂ ਕਿਵੇਂ ਰੈਕੋਗਨਾਈਜ਼ ਕਰੋ ਕਿ ਉਹ ਬੰਦਾ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਕਰਦਾ। ਵੈਸੇ ਤਾਂ ਲੋਕੀ ਗਲਤ ਸਰਟੀਫਿਕੇਟ ਵਗੈਰਾ ਬਣਾ ਲੈਂਦੇ ਆ, ਨਕਲੀ ਚੀਜ਼ਾਂ ਬਣਾ ਕੇ ਲਾ ਲੈਂਦੇ ਆ, ਹਨਾ, ਬਟ ਫਿਰ ਵੀ ਕੁਝ ਤਾਂ ਹੋਣਾ ਚਾਹੀਦਾ, ਕੋਈ ਤਾਂ ਗਾਈਡਲਾਈਨਸ ਹੋਣੀਆਂ ਚਾਹੀਦੀਆਂ ਨੇ। ਹੁਣ ਇਸ ਕੇਸ ਨੇ ਸ਼ੋਅ ਕਰ ਦਿੱਤਾ ਕਿ ਕੋਈ ਨਾ ਕੋਈ ਗਾਈਡਲਾਈਨ ਬਣਾਉਣੀ ਪੈਣੀ ਹੈ। ਹਾਂਜੀ, ਕਿ ਇਨਵੈਸਟੀਗੇਸ਼ਨ ਜ਼ਰੂਰੀ ਹੈ, ਉਹਨਾਂ ਦਾ ਪਤਾ ਕਰਨਾ ਕਿ ਉਹ ਕਿਸ ਭਾਈਚਾਰੇ ਨੂੰ ਬਿਲੋਂਗ ਕਰਦੇ ਆ ਜੀ।
ਹੁਣ ਨਾਰਮਲੀ ਤਾਂ ਬੰਦੇ ਦੀ ਤੁਸੀਂ CV ਦੇਖ ਕੇ ਇਹ ਦੇਖ ਲੈਂਦੇ ਕਿ ਇਹਨੇ ਬੰਦੇ ਨੇ ਡਿਗਰੀ ਕੀਤੀ ਆ, ਇੱਥੇ ਪੜ੍ਹਾਇਆ, ਇੱਥੇ ਕੀਤਾ। ਉਹਨਾਂ ਨੂੰ ਤੁਸੀਂ ਸੰਸਥਾਵਾਂ ਨੂੰ ਫੋਨ ਵੀ ਕਰਦੇ ਆ, ਵੈਰੀਫਾਈ ਕਰਦੇ ਆ। ਜਿਹੜੇ ਜੇ ਕੋਈ ਲਿਖਦਾ ਕਿ ਨਹੀਂ ਮੈਂ ਫਲਾਣੇ ਦਾ ਰੇਡੀਓ ਇੰਡੀਆ ਤੇ ਕੰਮ ਕਰ ਗਿਆ, ਤੇ ਉਹਨੂੰ ਫੋਨ ਕਰਕੇ ਪਤਾ ਕਰਦੇ ਵੀ ਵਾਕਿਆ ਕੰਮ ਕਰਕੇ ਗਿਆ। ਹਾਂਜੀ, ਰੈਫਰੈਂਸ ਕਿੱਦਾਂ ਦਾ, ਕਿੱਦਾਂ ਕੰਮ ਕਰਕੇ ਗਿਆ, ਲੜ ਕੇ ਗਿਆ ਕਿ ਉਦਾਂ ਹੀ ਗਿਆ। ਹਾਂਜੀ, ਜ਼ਰੂਰੀ ਨਹੀਂ ਹੈ ਕਿ ਕੰਮ ਕਰਕੇ ਇਹਦਾ ਮਤਲਬ ਚੰਗੀਆਂ ਟਰਮ ਤੇ ਗਿਆ ਹੋਵੇ ਜੀ। ਸੋ ਜਦੋਂ CV ਦੇਖਦੇ ਆ, ਯੂਨੀਵਰਸਿਟੀਜ਼ ਨੂੰ ਫੋਨ ਕਰਦੇ ਆ ਕਿ ਇਸ ਬੰਦੇ ਨੂੰ ਤੁਸੀਂ PhD ਦਿੱਤੀ ਜਾਂ ਨਹੀਂ ਦਿੱਤੀ ਜੀ, ਇਹ ਵੀ ਵੈਰੀਫਿਕੇਸ਼ਨ ਹੋ ਜਾਂਦਾ। ਦੂਸਰੀ ਵੈਰੀਫਿਕੇਸ਼ਨ ਇਹ ਹੋ ਜਾਂਦੀ ਹੈ, ਬੰਦਾ ਕਹਿੰਦਾ ਮੈਂ ਸਸਕੈਚੁਅਨ ਪੜ੍ਹਾ ਕੇ ਆਇਆ, ਉਹਨਾਂ ਨੂੰ ਫੋਨ ਕਰ ਲੈਂਦੇ ਆ, ਉਹਨਾਂ ਨੂੰ ਪਤਾ ਕਰ ਲੈਂਦੇ ਕਿ ਇਹ ਕਿੰਨਾ ਚਿਰ ਪੜ੍ਹਾਇਆ, ਕਿੱਦਾਂ ਦਾ ਬੰਦਾ ਸੀ, ਉਹਨਾਂ ਦੇ ਹਿਊਮਨ ਰਿਸੋਰਸਿਸ ਵਾਲੇ ਦੱਸ ਦਿੰਦੇ ਆ। ਪਰ ਕੋਈ ਬੰਦਾ ਕਹੇ ਕਿ ਮੈਂ ਫਰਸਟ ਨੇਸ਼ਨਸ ਦੇ ਭਾਈਚਾਰੇ ਚੋਂ ਹਾਂ ਜਾਂ ਮੈਂ ਬਲੈਕ ਕਮਿਊਨਿਟੀ ਦੇ ਵਿੱਚੋਂ ਹਾਂ, ਮੈਂ ਹਿੰਦੁਸਤਾਨੀ ਕਮਿਊਨਿਟੀ ਦੇ ਵਿੱਚ, ਜੋ ਲੱਗਦਾ ਉਦਾਂ ਦਾ ਨਾ ਦੇਖਣ ਨੂੰ, ਹਾਂਜੀ, ਤੇ ਇਹ ਇੰਡੀਜਨਸ ਲੋਕਾਂ ਦੇ ਵਿੱਚ ਤੁਸੀਂ ਪਛਾਣ ਨਹੀਂ ਸਕਦੇ ਕਈਆਂ ਨੂੰ ਜੀ। ਕਈ ਤਾਂ ਬਿਲਕੁਲ ਗੋਰੇ ਲੱਗਦੇ ਆ, ਹਾਂਜੀ, ਤੇ ਕਈ ਅਜੇ ਵੀ ਮੰਗੋਲੀਅਨ ਫੀਚਰ ਹੈ ਉਹਨਾਂ ਦੇ, ਹਾਂਜੀ, ਉਹ ਉਦਾਂ ਦੇ ਲੱਗਦੇ ਆ ਜੀ। ਸੋ ਕੋਈ ਕਲੇਮ ਕਰ ਦਿੰਦਾ ਹੈ ਤਾਂ ਉਹਦੇ ਲਈ ਇੱਕ ਵੱਖਰਾ ਸੈੱਲ ਹੋਣਾ ਚਾਹੀਦਾ ਜਿਹੜਾ ਇਨਵੈਸਟੀਗੇਸ਼ਨ ਕਰੇ ਕਿ ਇਹ ਕਿਸ ਭਾਈਚਾਰੇ ਨੂੰ ਬਿਲੋਂਗ ਕਰਦਾ, ਹਾਂਜੀ, ਤੇ ਉਸ ਤੋਂ ਬਾਅਦ ਜੌਬ ਮਿਲੇ। ਏਦਾਂ ਦੀਆਂ ਜੌਬਸ ਮੇਰਾ ਖਿਆਲ ਕਈਆਂ ਨੇ ਲੈ ਕੇ ਰੱਖੀਆਂ ਹੈ, ਬਹੁਤ ਨੇ ਡਾਕਟਰ ਸਾਹਿਬ, ਕਿਉਂਕਿ ਜਦੋਂ ਕੋਈ ਕੇਸ ਸਾਹਮਣੇ ਆਉਂਦਾ ਉਦੋਂ ਹੀ ਸਾਰੇ ਲੋਕ ਫਿਰ ਇਹਦੇ ਤੇ ਗੱਲਬਾਤ ਕਰਦੇ ਆ। ਉਦੋਂ ਜਦੋਂ ਨਾਰਮਲ ਵੀ ਬੈਠ ਕੇ ਦੋ ਜਣੇ ਡਿਸਕਸ ਕਰਦੇ ਆ, 2-3 ਤਾਂ ਕੇਸ ਉਹ ਆਪਸ 'ਚ ਕਰ ਲੈਂਦੇ ਨੇ ਵੀ ਇਸ ਸਮੇਂ 'ਚ ਆਹ ਗੱਲ ਹੋਈ ਸੀ। ਫਿਰ ਇੱਕ ਡਿਫੈਂਸ ਦੇਖੀ ਹੈ ਕਿ ਜਿੱਦਾਂ ਉਹਨਾਂ ਨੇ ਕੈਂਡੀਡੇਟ ਨੇ ਕਿਹਾ ਸੀ ਕਿ ਹਾਂ ਮੈਂ ਫਰਸਟ ਨੇਸ਼ਨ 'ਚੋਂ ਹੈ ਤਾਂ ਨਹੀਂ, ਪਰ ਮੈਂ ਫੀਲ ਉਹਨਾਂ ਨੂੰ ਕਰਦੀ ਹਾਂ। ਆਹ ਤਾਂ ਲੌਜਿਕ ਬੜੇ ਕਮਾਲ ਦਾ ਦਿੱਤਾ ਡਾਕਟਰ ਸਾਹਿਬ, ਉਹਨਾਂ ਨੇ ਫੀਲ ਕਰਨਾ ਵੀ ਉਹਨਾਂ ਦੇ ਨਾਲ ਸੰਬੰਧਿਤ ਹੋਣਾ ਹੋ ਗਿਆ। ਏਦਾਂ ਹੈ ਵੀ ਮੈਂ ਦੇਖਣ ਨੂੰ ਨਹੀਂ ਲੱਗਦਾ, ਮੈਨੂੰ ਉਹੋ ਹੀ ਸਮਝੋ ਜੀ। ਇਹ ਵੀ ਇੱਕ ਤਰੀਕਾ ਹੈ ਨਾ ਉਹਨਾਂ ਨੂੰ ਅਪਣਾਉਣ ਦਾ, ਜਿਹਨੂੰ ਅਸੀਂ ਐਪਰੋਪ੍ਰੀਏਸ਼ਨ ਆਫ ਕਲਚਰ ਕਹਿੰਦੇ ਆ। ਹਾਂਜੀ, ਉਦਾਂ ਬਣ ਜਾਣਾ, ਉਦਾਂ ਬੋਲਣਾ, ਉਹ ਉਹਨਾਂ ਵਾਲੀਆਂ ਚਾਲ ਢਾਲ ਜਿਹੜੀ ਉਹਨਾਂ ਦੀਆਂ ਰਸਮਾਂ ਜੀ, ਤੇ ਕਹਿਣਾ ਕਿ ਮੈਂ ਭਾਵੇਂ ਉਹਨਾਂ ਦੇ ਵਿੱਚ ਜੰਮਿਆ ਪਲਿਆ ਨਹੀਂ, ਪਰ ਮੈਂ ਫੀਲ ਉਦਾਂ ਜ਼ਰੂਰ ਕਰਦਾ। ਹਾਂਜੀ, ਦੇਖੋ ਡਾਕਟਰ ਸਾਹਿਬ, ਹੁਣ ਜਦੋਂ ਸਾਰਾ ਮਾਮਲਾ ਸਾਹਮਣੇ ਆਇਆ ਉਦੋਂ ਵੀ ਤੇ ਇਹਨਾਂ ਨੂੰ ਰਿਜ਼ਾਈਨ ਕਰਨਾ ਹੁਣ ਪਿਆ ਹੀ ਆ, ਹੈਨਾ। ਪਰ ਗੱਲ ਇਹੀ ਹੈਗੀ ਆ ਕਿ ਨਹੀਂ, ਉਹਨੂੰ ਕੱਢਿਆ, ਵੈਸੇ ਉਹ ਰਿਜ਼ਾਈਨ ਨਹੀਂ ਕੀਤਾ ਉਹਨੇ। ਓਕੇ, ਠੀਕ ਹੈ, ਬਿਕਾਜ਼ ਨਿਊਜ਼ ਹੈਡਲਾਈਨਸ ਦੇ ਵਿੱਚ ਸਭ ਦੇ ਵਿੱਚ ਉਹਨਾਂ ਨੇ ਇਹ ਲਿਖਿਆ ਹੋਇਆ ਕਿ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਮਤਲਬ ਨਹੀਂ, ਉਹਦੇ ਕੋਲ ਐਡਜੰਕਟ ਪ੍ਰੋਫੈਸਰ ਦਾ ਸੀ ਦਰਜਾ, ਸਹਾਇਕ ਪ੍ਰੋਫੈਸਰ ਦਾ। ਐਡਜੰਕਟ ਪ੍ਰੋਫੈਸਰ ਜਿਹੜੇ ਆ ਉਹਨਾਂ ਦੇ ਕੋਲ ਟੈਨੀਅਰ ਨਹੀਂ ਹੁੰਦਾ। ਪ੍ਰੋਫੈਸਰ ਜਿਹੜੇ ਆ, ਇੱਕ ਤਾਂ ਕੈਟਾਗਰੀ ਹੈ ਨਾ, ਐਡਜੰਕਟ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਫੇਰ ਜਾ ਕੇ ਪ੍ਰੋਫੈਸਰ ਬਣਦਾ, ਫੁੱਲ ਪ੍ਰੋਫੈਸਰ। ਤੇ ਇਹਨਾਂ ਦੇ ਕੋਲ ਇੱਕ ਟੈਨੀਅਰ ਹੁੰਦਾ। ਓਕੇ, ਟੈਨੀਅਰ ਦੇ ਜਿਹਨੂੰ ਟੈਨੀਅਰ ਦਿੰਦੇ ਉਹਨੂੰ ਕੱਢ ਨਹੀਂ ਸਕਦੇ। ਹਾਂ, ਉਹਦਾ ਮੁਕੱਦਮਾ ਚੱਲੂਗਾ, ਜੇ ਯੂਨੀਵਰਸਿਟੀ ਵਾਲੇ ਕੱਢਣਗੇ ਉਹ। ਤੁਸੀਂ ਟੈਨੀਅਰ ਨੇ ਦਾ ਸਿੰਪਲ ਮਤਲਬ ਇਹ ਆ ਕਿ ਇਸ ਬੰਦੇ ਨੂੰ ਤੁਸੀਂ ਕਦੇ ਕੱਢ ਨਹੀਂ ਸਕਦੇ। ਹਾਂ, ਇਹ ਕੋਈ ਗੱਲ ਕਿੱਦਾਂ ਦੀ ਵੱਡੀ ਗੱਲ ਹੋ ਜਾਵੇ, ਉਹ ਫਿਰ ਲੀਗਲ ਇਸ਼ੂ ਬਣ ਜਾਣੀਆਂ ਕਿ ਇਹ ਇੰਡੀਜਨਸ ਨਹੀਂ, ਅਸੀਂ ਇੰਡੀਜਨਸ ਕਰਕੇ ਇਹਨੂੰ ਰੱਖਿਆ ਸੀ ਜੀ, ਇਹ ਝੂਠ ਬੋਲਿਆ। ਹਾਂਜੀ, ਤੇ ਉਹ ਵੀ ਕੋਰਟ ਦਾ ਇਸ਼ੂ ਆ। ਪਰ ਤੁਸੀਂ ਟੈਨੀਅਰ ਕਰ ਦਿੱਤਾ ਇੱਕ ਵਾਰੀ ਹੈ ਨਾ ਪ੍ਰੋਫੈਸਰ ਨੂੰ, ਤਾਂ ਉਹਨੂੰ ਉੱਥੋਂ ਕੱਢ ਨਹੀਂ ਸਕਦੇ ਜੀ। ਤੇ ਐਡਜੰਕਟ ਪ੍ਰੋਫੈਸਰ ਅਜੇ ਐਡਜੰਕਟ ਸਭ ਤੋਂ ਲੋਐਸਟ ਹੁੰਦਾ ਰੈਂਕ, ਤੇ ਅਜੇ ਉਹਨੂੰ ਟੈਨੀਅਰ ਨਹੀਂ ਸੀ ਮਿਲਿਆ ਜੀ, ਤਾਂ ਉਹਨਾਂ ਨੇ ਪਹਿਲਾਂ ਹੀ ਕੱਢਤਾ ਉਹਨੂੰ ਜੀ। ਬਿਲਕੁਲ ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਯਾਹੂ ਨਿਊਜ਼ ਤੇ YouGov ਵੱਲੋਂ ਇੱਕ ਨਵਾਂ ਪੋਲ ਕਰਵਾਇਆ ਗਿਆ ਤੇ ਉਸ ਪੋਲ ਦੇ ਵਿੱਚ ਸਾਹਮਣੇ ਇਹ ਆਇਆ ਕਿ ਜਿਹੜੇ 60% ਅਮਰੀਕਨ ਵੋਟਰਸ ਹੈਗੇ ਆ, ਉਹ ਇਹ ਚਾਹੁੰਦੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਦੁਬਾਰਾ ਤੋਂ ਵੋਟਾਂ 'ਚ ਖੜੇ ਨਾ ਹੋਣ। ਤੇ ਨਾਲ ਹੀ ਇਸ ਸਰਵੇ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਦਾ ਮੰਨਣਾ ਆ ਕਿ ਹੁਣ ਜਿਹੜਾ ਅਮਰੀਕਾ ਹੈਗਾ ਇਹ ਰੋਂਗ ਟਰੈਕ ਦੇ ਉੱਪਰ ਆ, ਸਾਰਾ ਕੁਝ ਜਿਹੜਾ ਹੈਗਾ ਉਹ ਡਾਊਨਫਾਲ ਵੱਲ ਨੂੰ ਜਾ ਰਿਹਾ। ਤੁਸੀਂ ਇਸ ਸਰਵੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਆ ਗਈ ਹੈ ਕਿ ਪੈਂਡੇਮਿਕ ਆਫੀਸ਼ੀਅਲੀ ਤਾਂ ਖਤਮ ਹੋ ਗਿਆ। ਵੈਸੇ ਪੈਂਡੇਮਿਕ ਖਤਮ ਨਹੀਂ ਹੋਇਆ, ਵੈਸੇ ਲੋਕੀ ਅਜੇ ਵੀ ਸਿੱਕ ਹੋ ਰਹੇ ਆ, ਪਰ ਆਫੀਸ਼ੀਅਲੀ ਤੌਰ ਤੇ ਇਕਨੋਮੀ ਓਪਨ ਕਰਤੀ ਹੈ। ਤਾਂ ਉਸ ਇਕਨੋਮੀ ਨੇ ਭੜਥੂ ਪਾ ਕੇ ਰੱਖਤਾ
ਇਨਫਲੇਸ਼ਨ ਇੰਨੀ ਹਾਈ ਹੈ ਲੋਕਾਂ ਦੇ ਵਿੱਚ, ਔਰ ਦੂਸਰੀ ਡਰ ਆ ਕਿ ਜੇ ਰਿਸੈਸ਼ਨ ਆ ਗਿਆ ਫਿਰ ਸਾਡੀ ਜੌਬ ਵੀ ਜਾਂਦੀ ਲੱਗਣੀ। ਇਨਫਲੇਸ਼ਨ ਹਾਈ ਹੋਵੇ, ਜੌਬ ਜਾਂਦੀ ਲੱਗੇ, ਲੋਕਾਂ ਨੂੰ ਇਹਨਾਂ ਗੱਲਾਂ ਦਾ ਫਿਕਰ ਹੈ। ਸੋ ਲੋਕੀ ਦੇਖਦੇ ਆ ਕਿ ਜੇ ਅਸੀਂ ਯੂਕਰੇਨ ਨੂੰ 60 ਬਿਲੀਅਨ ਦੇ ਸਕਦੇ ਹਾਂ, 70 ਬਿਲੀਅਨ ਦੇ ਸਕਦੇ ਹਾਂ, ਸਾਡੇ ਲਈ ਪੈਸੇ ਹੈ ਹੀ ਨਹੀਂ। ਹਾਂਜੀ। ਤਾਂ ਉਹਨਾਂ ਨੇ ਇਸ ਗੱਲ ਤੇ ਕਹਿੰਦੇ ਕਿ ਇਹ ਗਲਤ ਡਾਇਰੈਕਸ਼ਨ ਤੇ ਤੁਰਿਆ ਆ ਅਮਰੀਕਾ ਜੀ। ਤੇ ਇਸ ਗੱਲ ਤੇ ਵੱਡੀ ਇਸ਼ੂ ਬਣੀ ਆ ਕਿ ਜਿਹੜੀ ਸਾਡੀ ਕਾਂਗਰਸ ਆ ਜਾਂ ਸਾਡਾ ਪ੍ਰੈਜ਼ੀਡੈਂਟ ਆ ਉਹ ਸਾਨੂੰ ਗਲਤ ਰਾਹ ਤੇ ਲੈ ਕੇ ਚੱਲਿਆ। ਹਾਂਜੀ। ਇਹ ਇਹਨਾਂ ਲਈ ਵੱਡਾ ਖਤਰਾ ਆ ਡੈਮੋਕ੍ਰੈਟਿਕ ਪਾਰਟੀ ਲਈ, ਕਿਉਂਕਿ ਨਵੰਬਰ 8 ਨੂੰ ਇਲੈਕਸ਼ਨ ਆ ਰਹੀਆਂ। ਹਾਂਜੀ। ਤੇ ਦੂਸਰਾ ਵੱਡਾ ਖਤਰਾ ਇਹ ਆ ਅੱਜ ਤਾਈਂ ਮੇਰਾ ਖਿਆਲ ਜੋ ਬਾਈਡਨ ਨੇ ਹੋ ਸਕਦਾ ਨਾ ਵੀ ਪ੍ਰੈਜ਼ੀਡੈਂਟ ਲਈ ਖੜਨਾ ਹੋਵੇ ਅਗਲੀ ਵਾਰ ਨੂੰ, ਪਰ ਕਿਉਂਕਿ ਜੇ ਹੁਣੇ ਹੀ ਅਨਾਉਂਸ ਕਰ ਦੇਣ ਕਿ ਮੈਂ ਨਹੀਂ ਖੜਨਾ ਫਿਰ ਉਹ ਲੇਮ ਡਕ ਪ੍ਰੈਜ਼ੀਡੈਂਟ ਬਣ ਜਾਣੇ ਆ। ਹਾਂਜੀ। ਫਿਰ ਉਹਨਾਂ ਦੇ ਲੋਕਾਂ ਨੂੰ ਪਤਾ ਹੀ ਹੋਣਾ ਵੀ 2 ਸਾਲ ਕੱਟੋ, 2 ਸਾਲਾਂ ਬਾਅਦ ਇਹਨੇ ਚੱਲ ਜਾਣਾ ਜੀ। ਇਸ ਕਰਕੇ ਉਹ ਅਜੇ ਤਾਈਂ ਕਹਿੰਦੇ ਨਹੀਂ ਗਏ। ਉਹਨਾਂ ਨੇ ਕਿਹਾ ਇਹੀ ਹੈ ਵੀ 2024 ਦੇ ਵਿੱਚ ਮੈਂ ਹੀ ਕੈਂਡੀਡੇਟ ਹੋਣਾ। ਹਾਂਜੀ। ਤਾਂ ਲੋਕਾਂ ਨੂੰ ਇਹ ਫਿਕਰ ਪਿਆ ਵੀ ਜੇ ਇਹ ਦੁਬਾਰਾ ਕੈਂਡੀਡੇਟ ਹੋ ਗਏ ਔਰ 2 ਜੇ ਆਏ ਇਹਦੇ ਵਿੱਚ, ਤਾਂ ਦੂਸਰੇ ਪਾਸੇ ਜੇ ਡੋਨਲਡ ਟਰੰਪ ਦੁਆਰਾ ਉੱਤੇ ਲੀਗਲ ਕੋਈ ਐਕਸ਼ਨ ਇਹਨਾਂ ਦਾ ਨਾ ਕਾਮਯਾਬ ਹੋਇਆ ਨਾ, ਉਹ ਕੈਂਡੀਡੇਟ ਬਣ ਗਏ ਤਾਂ ਉਹਨਾਂ ਨੇ ਜਿੱਤਣਾ ਜੀ। ਸੋ ਇਹਨਾਂ 2 ਗੱਲਾਂ ਤੋਂ ਡਰਦੇ ਲੋਕੀ 60% ਤਾਂ ਇਹ ਚਾਹੁੰਦੇ ਕਿ ਡੈਮੋਕ੍ਰੈਟਿਕ ਪਾਰਟੀ ਦੇ ਕੋਲ ਇੰਨਾ ਤਕੜਾ ਔਰ ਦੂਸਰਾ ਕੋਈ ਯੰਗ ਜਿਹਨੂੰ ਚੇਤਾ ਨਾ ਭੁੱਲਦਾ ਹੋਵੇ ਜੀ, ਜਿਹੜਾ ਖੜ ਸਕਦਾ ਹੋਵੇ, ਜਿਹੜਾ ਡਿੱਗਦਾ ਨਾ ਹੋਵੇ ਰੋਜ਼, ਉਹੋ ਜਿਹਾ ਪ੍ਰੈਜ਼ੀਡੈਂਟ ਚਾਹੀਦਾ। ਹਾਂਜੀ। ਤੇ ਹੁਣ ਅਗਲੇ ਸਾਲ ਇਹਨਾਂ ਨੇ 80 ਦੇ ਹੋ ਜਾਣਾ। ਹਾਂਜੀ। ਤੇ ਵੈਸੇ ਵੀ 80 ਦੇ 100 ਸਾਲ ਤੋਂ ਉੱਪਰ ਲੱਗਦੇ ਆ ਜੀ। ਕਈ ਬੰਦੇ ਹੁੰਦੇ ਨਾ 80 ਦੇ 60 ਸਾਲ ਦੇ ਲੱਗਦੇ ਹੁੰਦੇ ਆ। ਜੋ ਬਾਈਡਨ 80 ਦੇ ਹੋ ਕੇ 100 ਸਾਲ ਤੋਂ ਵੀ ਉੱਪਰ ਲੱਗਦੇ ਆ ਜੀ। ਵੈਸੇ ਤਾਂ ਡੋਨਲਡ ਟਰੰਪ ਵੀ ਇੰਨੇ ਕੀ ਉਮਰ ਦੇ ਆ, ਪਰ ਉਹ ਲੱਗਦੇ ਇਦਾਂ ਆ ਵੀ ਜੰਗ ਹੁੰਦੇ ਆ। ਹਾਂਜੀ। ਉਹਨਾਂ 'ਚ ਐਨਰਜੀ ਵਗੈਰਾ, ਜਦੋਂ ਸਪੀਚ ਆਪਾਂ ਉਹਨਾਂ ਦੀ ਸੁਣਦੇ ਹੈਗੇ ਤਾਂ ਬਹੁਤ ਜ਼ਿਆਦਾ ਐਨਰਜੀ ਹੁੰਦੀ ਆ, ਸਿਹਤ ਹੈਗੀ ਆ ਉਹਨਾਂ ਦੀ। ਹਾਂਜੀ। ਇਹ ਪਤਾ ਨਹੀਂ ਕਿਉਂ ਆ, ਪਰ ਸਿਹਤ ਉਹਨਾਂ ਦੀ ਠੀਕ ਆ ਜੀ। ਜੀ ਬਿਲਕੁਲ। ਡਾਕਟਰ ਸਾਹਿਬ, ਕਹਾਣੀ ਸੁਣਾਉਣ ਦਾ ਸਮਾਂ ਹੋ ਗਿਆ ਤੇ ਸੁਣਾਓ ਜੀ ਸਾਨੂੰ ਕਹਾਣੀ। ਜੁਮੇ ਵਾਲਾ ਦਿਨ ਆ, ਕਹਾਣੀ ਸ਼ੁਰੂ ਕਰਦੇ ਆ ਕਿ ਸ਼ਹਿਰੀ ਧਨਾੜ ਬੰਦਾ, ਉਹ ਅਸੀਂ ਕਹਿ ਦਿੰਦੇ ਹਾਂ ਜਦੋਂ 60 ਤੋਂ ਉੱਪਰ ਹੋ ਜਾਂਦਾ ਇਹ ਸਠਿਆ ਗਿਆ ਜੀ, ਇਹ ਬਜ਼ੁਰਗ ਹੋ ਗਿਆ। ਵੈਸੇ ਤਾਂ 100 ਸਾਲ ਦੇ ਇੱਥੇ ਮੈਰਾਥਨ ਰਨ ਕਰਦੇ ਫਿਰਦੇ ਆ। ਹਾਂਜੀ। ਸੋ ਹੁਣ ਕੋਈ 100 ਸਾਲ ਤੋਂ ਉੱਪਰ ਹੋਵੇ ਉਹਨੂੰ ਬਜ਼ੁਰਗ ਕਹਿਣਾ ਚਾਹੀਦਾ। ਹਾਂਜੀ। ਤੇ ਕਹਿੰਦੇ ਬਜ਼ੁਰਗ ਹੋ ਗਿਆ, ਵਿਚਾਰੇ ਨੂੰ ਉਹਨੂੰ ਬਿਮਾਰੀ ਏਦਾਂ ਦੀ ਲੱਗੀ ਕਿ ਉਹਨੂੰ ਕਹਿ ਵੀ ਸਕਦੇ ਕਿ ਦਿਨ ਨੇੜੇ ਆ ਗਏ, ਜ਼ਿਆਦਾ ਗੰਭੀਰ ਬਿਮਾਰੀ ਸੀ। ਫਿਰ ਉਹਨੂੰ ਬਿਮਾਰੀ ਲੱਗੇ ਤੇ ਹਸਪਤਾਲ ਪਏ ਨੇ ਸੋਚਿਆ ਕਿ ਮੈਂ ਸਾਰੀ ਉਮਰ ਲਾਈ, ਸਭ ਤੋਂ ਵਧੀਆ ਦੁਕਾਨ ਬਣਾਈ ਕੱਪੜੇ ਦੀ ਉਹਨੇ ਸ਼ਹਿਰ ਦੇ ਵਿੱਚ, ਜਿੰਨੇ ਸ਼ਾਪਿੰਗ ਮਾਲ ਖੋਲ੍ਹੇ ਉਹਨੇ, ਉਹਦੀ ਓਨਰਸ਼ਿਪ ਉਹਦੀ ਸੀ। ਫਿਰ ਉਹਨੇ ਹੋਰ ਦੁਕਾਨਾਂ ਖੋਲ੍ਹੀਆਂ। ਉਹਨੇ ਮਨ ਦੇ ਵਿੱਚ ਇਹ ਸੋਚਿਆ ਵੀ ਜੇ ਮੇਰਾ ਮੁੰਡਾ ਵੀ ਆਹੀ ਕੰਮ ਕਰਦਾ ਰਿਹਾ, ਮੈਂ ਤਾਂ ਕਿਸੇ ਆਪਣੇ ਪਰਿਵਾਰ ਦੇ ਨਾਲ 10 ਮਿੰਟ ਬੈਠਾ ਨਹੀਂ ਘਰ ਜਾ ਕੇ, ਕੰਮ ਹੀ ਕੀਤਾ, ਸਿਰਫ ਸੌਣ ਹੀ ਜਾਂਦਾ ਹੁੰਦਾ ਸੀ ਬਸ। ਸਵੇਰ ਨੂੰ ਉੱਠਣਾ, ਇੱਥੇ ਆ ਜਾਣਾ, ਇੱਥੇ ਆ ਕੇ ਚਾਹ ਪੀਣੀ, ਸ਼ਾਮ ਨੂੰ ਜਾਣਾ ਤਾਂ ਫਿਰ ਸੌ ਜਾਣਾ। ਫਿਰ ਉਹਨੇ ਆਪਣੇ ਸਾਰੀ ਪ੍ਰਾਪਰਟੀ ਵੇਚ ਕੇ ਤੇ ਕਈ ਬੈਂਕਾਂ ਦੇ ਵਿੱਚ FD ਬਣਾ ਕੇ ਆਪਣੇ ਮੁੰਡੇ ਨੂੰ ਦੇ ਦਿੱਤੀਆਂ ਤੇ ਤੂੰ ਏਦਾਂ ਕਰੀ। ਕਹਿੰਦਾ ਵੀ ਮੈਂ ਤਾਂ ਗਲਤੀ ਕਰ ਲਈ, ਮੈਂ ਤਾਂ ਇੱਕ ਬਿਜ਼ਨਸ ਖੋਲ੍ਹਿਆ, ਕਦੇ ਦੂਜਾ ਖੋਲ੍ਹਿਆ, ਕਦੇ ਤੀਜਾ ਖੋਲ੍ਹਿਆ, ਆਹੀ ਕੰਮ ਕੀਤਾ ਸਾਰੀ ਉਮਰ। ਤੂੰ ਏਦਾਂ ਕਰੀ, ਤੇਰੇ ਕੋਲ ਬੜੀ ਵਧੀਆ ਕੋਠੀ ਬਣਾਤੀ ਤੈਨੂੰ, ਵੀ ਘਰ ਹੀ ਰਹੀਂ, ਆਪਣੇ ਪਰਿਵਾਰ ਦੇ ਵਿੱਚ ਆਨੰਦ ਮਾਣੀ, ਤਾਂ ਬਿਜ਼ਨਸ ਨਾ ਕਰੀ, ਪਰਿਵਾਰ ਨੂੰ ਸਮਾਂ ਦੇ, ਪਰਿਵਾਰ ਨੂੰ ਸਮਾਂ ਦੇਈ। ਉਹ ਕਹਿੰਦਾ ਚੰਗਾ ਪਿਤਾ ਜੀ ਏਦਾਂ ਹੀ ਕਰ ਦਿਓ, ਜ਼ਰੂਰੀ ਨਹੀਂ। ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ, ਤੇ ਉਸ ਤੋਂ ਬਾਅਦ ਫਿਰ ਘਰਦਿਆਂ ਦੇ ਰਿਸ਼ਤੇਦਾਰਾਂ ਨੇ ਕਿਹਾ ਵੀ ਚੱਲ ਹੁਣ ਤੈਨੂੰ ਬਿਜ਼ਨਸ ਤੋਂ ਤਾਂ ਮਨਾ ਕਰ ਗਿਆ, ਕਮ ਸੇ ਕਮ ਵਿਆਹ ਤਾਂ ਕਰਾ ਲਾ। ਹਾਂਜੀ। ਉਹਦੀ ਮਾਂ ਨੇ ਉਹਦਾ ਵਿਆਹ ਕਰ ਦਿੱਤਾ ਤੇ ਵਿਆਹ ਕਰਾ ਕੇ ਘਰ ਬਹਿ ਗਿਆ। ਘਰ ਵਾਲੀ ਵੀ ਚੰਗੇ ਧਨਾੜ ਦੀ ਕੁੜੀ ਸੀ ਕੋਈ, ਤਾਂ ਉਹਨੂੰ ਜਿਹੜੇ ਸ਼ੌਕ ਵੀ ਧਨਾੜਾਂ ਵਾਲੇ ਸੀ,
ਉਹਨੇ ਕਦੇ ਕਿਟੀ ਪਾਰਟੀ ਕਰਨੀ, ਕਦੇ ਆਪਣੀਆਂ ਹੋਰ ਸਹੇਲੀਆਂ ਸੱਦਣਾ, ਫਿਰ ਸ਼ਾਮ ਨੂੰ ਸਾਰੀਆਂ ਜਾਣੀਆਂ ਨੇ ਸ਼ਾਪਿੰਗ ਕਰਨ ਚੱਲ ਜਾਣਾ। ਜਿਹੜਾ ਕੋਈ ਰਿਸ਼ਤੇਦਾਰ ਉਹਦਾ ਬੰਦੇ ਦਾ ਆਇਆ ਉਹਨੂੰ ਦਰਾਂ ਤੋਂ ਹੀ ਮੋੜ ਦੇਣਾ, ਆਪਣੇ ਰਿਸ਼ਤੇਦਾਰ ਨੂੰ ਘਰ ਦੇ ਅੰਦਰ ਸੱਦ ਕੇ ਪਾਰਟੀਆਂ ਕਰਨੀ। ਉਹ ਬੰਦਾ ਰੋਜ਼ ਹੀ ਦੇਖੇ ਵੀ ਮੈਂ ਤਾਂ ਇੱਥੇ ਆਪਣੇ ਕਮਰੇ 'ਚ ਹੀ ਤਾੜਿਆ ਰਹਿਣਾ, ਘਰ ਬੈਠਾ ਰਹਿਣਾ, ਤੇ ਇਹ ਕਰਦੀ ਆ ਮਜ਼ੇ, ਇਹ ਗੁਲਛਰੇ ਲੁੱਟਦੀ ਹੈ। ਹਾਂਜੀ। ਤੇ ਉਹ ਤੰਗ ਹੁੰਦਾ ਇੱਕ ਤਾਂ ਮੋਟਾ ਜ਼ਿਆਦਾ ਹੋ ਗਿਆ, ਦੂਸਰਾ ਵੈਸੇ ਉਹਨੂੰ ਸਟ੍ਰੈਸ ਬਹੁਤ ਹੋਈ, ਦਿਮਾਗ ਉਹਦਾ ਖਰਾਬ ਹੋ ਰਿਹਾ, ਕੰਮ ਕਰ ਕੋਈ ਹੈ ਨਹੀਂ, ਵਿਹਲੇ ਬਹਿ ਕੇ ਖਾਣਾ ਵੀ ਬਹੁਤ ਔਖਾ। ਫਿਰ ਉਹਨੇ ਆਪਣੀ ਮਾਂ ਨਾਲ ਗੱਲ ਕੀਤੀ। ਉਹਦੀ ਮਾਂ ਕਹਿੰਦੀ ਵੀ ਤੂੰ ਆਪਣੇ ਮਾਮੇ ਨਾਲ ਜਾ ਕੇ ਗੱਲ ਕਰ, ਤੇ ਮਾਮਾ ਤੇਰਾ ਵੱਡਾ ਆ, ਸਿਆਣਾ ਬੰਦਾ ਆ, ਸਹੀ ਸਲਾਹ ਦੇ ਦੂਗਾ, ਤੈਨੂੰ ਚੰਗੀ ਸਲਾਹ ਦਊਗਾ। ਉਹ ਗਿਆ, ਮਾਮਾ ਜੀ ਦੇ ਪੈਰੀਂ ਹੱਥ ਲਾਇਆ ਵੀ ਮਾਮਾ ਜੀ ਕੋਈ ਮੈਨੂੰ ਸਲਾਹ ਦਿਓ, ਪਿਤਾ ਜੀ ਤਾਂ ਇਦਾਂ ਕਹਿ ਗਏ ਫਿਕਸ ਡਿਪੋਜ਼ਿਟ ਕਰਵਾ ਗਏ ਆ, ਪੈਸੇ ਤਾਂ ਬਹੁਤ ਆ, ਪਰ ਮੈਂ ਘਰ ਦੇ ਵਿੱਚ ਬੈਠਾ, ਉਹ ਕਦੇ ਕਿਟੀ ਪਾਰਟੀ ਕਰਦੀ ਹੈ, ਕਦੇ ਸ਼ਾਪਿੰਗ ਕਰਨ ਜਾਂਦੀ ਆ, ਉਹਦੇ ਰਿਸ਼ਤੇਦਾਰ ਆ ਕੇ ਬੈਠੇ ਰਹਿੰਦੇ ਆ, ਸਾਡੇ ਕਿਸੇ ਰਿਸ਼ਤੇਦਾਰ ਨੂੰ ਅੰਦਰ ਨਹੀਂ ਵੜਨ ਦਿੰਦੀ, ਤੇ ਮੈਨੂੰ ਤਾਂ ਫਿਕਰ ਲੱਗਾ ਰਹਿੰਦਾ, ਮੈਨੂੰ ਸਟ੍ਰੈਸ ਹੋਈ, ਐਂਗਜ਼ਾਇਟੀ ਹੋਈ ਹੈ। ਉਹ ਕਹਿੰਦਾ ਦੇਖ ਕਾਕਾ, ਅਸੀਂ ਹੈਗੇ ਬਿਜ਼ਨਸਮੈਨ, ਅਸੀਂ ਜਾਂਦੇ ਹਾਂ ਘਰੋਂ ਬਿਜ਼ਨਸ ਤੇ ਬਿਜ਼ਨਸ ਤੇ ਇੱਕ ਤਾਂ ਪੈਸਾ ਆਉਂਦਾ ਸਾਡੇ, ਹੁਣ ਤਾਂ ਤੇਰਾ ਪੈਸਾ ਜਾਂਦਾ ਹੀ ਆ ਨਾ, ਆ ਤਾਂ ਨਹੀਂ ਰਿਹਾ, ਇਹ ਕਿਸੇ ਨਾ ਕਿਸੇ ਦਿਨ ਮੁੱਕ ਜਾਣਾ ਹੈ। ਹਾਂਜੀ। ਜਿਸ ਤਰੀਕੇ ਨਾਲ ਤੇਰੀ ਵਾਈਫ ਲੱਗੀ ਹੈ, ਜਿਸ ਤਰੀਕੇ ਨਾਲ ਉਹ ਖਰਚਦੀ, ਜਿਸ ਤਰੀਕੇ ਨਾਲ ਤੂੰ ਦੱਸਦਾ ਆ, ਇਹ ਖਤਮ ਹੋ ਜਾਣਾ, ਛੇਤੀ ਹੋ ਜਾਣਾ, ਪਰ ਪੈਸੇ ਬਣਾਉਣ ਲਈ ਢੰਗ ਹੋਣਾ ਚਾਹੀਦਾ। ਦੂਸਰਾ ਵੱਡੀ ਗੱਲ, ਇਹਦਾ ਫਾਇਦਾ ਹੁੰਦਾ ਹੈ, ਇਹ ਪਰਿਵਾਰ ਨਾਲ ਵੀ ਸਮਾਂ ਬਿਤਾ ਲਓ, ਪਰ ਇਹ ਨਹੀਂ ਵੀ ਪਰਿਵਾਰ ਦੇ ਕੋਲ ਹੀ ਬੈਠੇ ਰਹੋ, ਪਰਿਵਾਰ ਵੀ ਤੰਗ ਹੋ ਜਾਵੇ, ਇਹ ਸੋਚੇ ਵੀ ਇਹ ਜਾਂਦਾ ਹੀ ਨਹੀਂ ਇੱਥੋਂ। ਹਾਂਜੀ। ਕਈ ਬੰਦੇ ਇਹ ਵੀ ਸੋਚਦੇ ਵੀ ਘਰੋਂ ਹਿਲਦਾ ਹੀ ਨਹੀਂ ਜੀ। ਦੇਖੋ ਡਾਕਟਰ ਸਾਹਿਬ, ਘਰ ਦੇ ਵੀ ਫਿਰ ਨਾ ਬਰਦਾਸ਼ਤ ਕਰਨੋਂ ਕਹਿੰਦਾ ਹਰ ਵੇਲੇ ਨੁਕਤਾਚੀਨੀ ਕਰਦਾ ਰਹਿੰਦਾ। ਉਹ ਚਲਾ ਗਿਆ ਬੰਦੇ ਨੇ, ਉਹ ਕਹਿੰਦਾ ਮਾਮਾ ਜੀ ਫਿਰ ਮੈਂ ਕੀ ਕਰਾਂ। ਉਹ ਕਹਿੰਦਾ ਵੀ ਦੇਖ, ਸਭ ਤੋਂ ਵੱਡੀ ਦੁਕਾਨ ਜਿਹੜੀ ਕੱਪੜੇ ਦੀ ਉਹ ਤੁਹਾਡੀ ਹੁੰਦੀ ਸੀ, ਉਹਨਾਂ ਦੇ ਬੜਾ ਵੱਡਾ ਸ਼ੋਰੂਮ ਆ, ਹੁਣ ਉਹ ਫੇਰ ਸੇਲ ਤੇ ਲੱਗੀ ਹੈ, ਇਹ ਤੂੰ ਕੱਪੜੇ ਦੀ ਦੁਕਾਨ ਲੈ, ਤੂੰ ਘਰੋਂ ਆ, ਸ਼ਾਮ ਨੂੰ ਥੋੜਾ ਜਿਹਾ 2 ਘੰਟੇ ਪਹਿਲਾਂ ਚਲ ਜਾ, ਉਹਦੇ ਵਿੱਚ ਨਾਲ ਪਰਿਵਾਰ ਦੇ ਵਿੱਚ ਬੈਠ ਸਕਦਾ ਤੂੰ। ਹਾਂਜੀ। 2 ਕੰਮ ਹੋ ਜਾਣਗੇ। ਹਾਂਜੀ। ਸਾਰਾ ਦਿਨ ਘਰ ਬੈਠਣ ਨਾਲੋਂ ਚੰਗਾ ਤਾਂ ਇਹ ਆ ਵੀ ਕੰਮ ਵੀ ਕਰੋ ਤੇ ਪਰਿਵਾਰ ਨਾਲ ਸਮਾਂ ਬਤੀਤ ਕਰੋ। ਇੱਕ ਕੰਮ ਕਰੂਗਾ, ਦੂਜਾ ਤੂੰ ਉੱਥੇ ਹੋਊਗਾ ਹੀ ਨਹੀਂ, ਜਦੋਂ ਕਿਟੀ ਪਾਰਟੀ ਕਰਨੀ ਤੈਨੂੰ ਕੀ ਸਟ੍ਰੈਸ ਹੀ ਨਹੀਂ ਹੋਣੀ, ਤੈਨੂੰ ਸਟ੍ਰੈਸ ਕਾਹਦੀ ਆ। ਹਾਂਜੀ। ਉਹ ਕਹਿੰਦਾ ਚਲੋ ਇਹ ਗੱਲ ਤੁਹਾਡੀ ਠੀਕ ਆ, ਲੱਗੀ ਉਹਨੂੰ ਠੀਕ, ਦਲੀਲ ਵਾਲੀ ਗੱਲ ਆ, ਤਰਕ ਵਾਲੀ ਗੱਲ ਆ। ਉਹਨੇ ਦੁਕਾਨ ਲੈ ਲਈ ਜੀ, ਪੈਸੇ ਸੀਗੇ ਉਹਦੇ ਕੋਲ, ਦੁਕਾਨ ਤੇ ਜਾ ਕੇ ਬੈਠ ਗਿਆ, ਤੇ ਹੁਣ ਕੀ ਹੋਣ ਲੱਗ ਪਿਆ, ਹੁਣ ਘਰ ਵਾਲੀ ਉਹਨੇ ਆਪਣੀ ਘਰ ਫੇਰ ਵੀ ਉਹਨੇ ਕਿਟੀ ਪਾਰਟੀ ਕਰਨੀ, ਤੇ ਆਪਣੀਆਂ ਸਹੇਲੀਆਂ ਨੂੰ ਸ਼ਾਮ ਨੂੰ ਲੈ ਕੇ ਦੁਕਾਨ ਤੇ ਜਾਣਾ, ਆਪ ਤਾਂ ਉੱਥੋਂ ਸੂਟ ਸਾੜੀਆਂ ਜਿੰਨੀਆਂ ਚੱਕਣੀਆਂ, ਸਹੇਲੀਆਂ ਨੂੰ ਵੀ ਸਸਤੀਆਂ ਦਵਾ ਦੇਣੀਆਂ। ਉਹਨੂੰ ਫੇਰ ਐਂਗਜ਼ਾਇਟੀ ਹੋਣ ਲੱਗ ਪਈ ਵੀ ਇਹ ਕਰਦੀ ਕੀ ਹੈ ਇੱਥੇ। ਉਹ ਫੇਰ ਮਾਮਾ ਜੀ ਕੋਲ ਜਾ ਵੜਿਆ, ਕਹਿੰਦਾ ਮਾਮਾ ਜੀ ਤੁਸੀਂ ਸਲਾਹ ਦਿੱਤੀ ਸੀ, ਦੁਕਾਨ ਖੋਲ ਲਈ ਹੈ। ਉਹਨੇ ਜਾੜਾ ਫੇਰ ਪਾਉਣਾ ਸ਼ੁਰੂ ਕਰਤਾ ਜੀ। ਅੱਗੇ ਤਾਂ ਲੋਕਾਂ ਦੇ ਲੈ ਪੈਸੇ ਖਰਚ ਕੇ ਜਾਂਦੀ ਹੁੰਦੀ ਸੀ, ਹੁਣ ਸਾਡੇ ਚੱਕ ਕੇ ਲੈ ਜਾਂਦੀ, ਉਹ ਆਪਣੀਆਂ ਸਹੇਲੀਆਂ ਨੂੰ ਵੀ ਦਵਾਉਂਦੀ ਹੈ। ਉਹ ਕਹਿੰਦਾ ਏਦਾਂ ਕਰ, ਮਾਮਾ ਵੀ ਬਣਾ ਮੋਰੇ ਬਿਜ਼ਨਸਮੈਨ ਸੀ, ਕਹਿੰਦਾ ਏਦਾਂ ਕਰ ਵੀ ਇਹਨੂੰ ਵੀ ਬਿਜ਼ੀ ਕਰ ਥੋੜੀ ਜਿਹੀ। ਕਹਿੰਦਾ ਔਰਤਾਂ ਦਾ ਜ਼ਿਆਦਾ ਮਨ ਲੱਗਦਾ ਹੁੰਦਾ ਜੇ ਬਿਊਟੀ ਪਾਰਲਰ ਖੋਲ ਲੈਣ ਤਾਂ। ਹਾਂਜੀ। ਉੱਥੇ ਗੱਪਾਂ ਛੱਪਾਂ ਵੀ ਮਾਰਨੀਆਂ ਹੁੰਦੀਆਂ, ਤਾਂ ਦੂਸਰਾ ਮੈਨੀਕਿਉਰ ਕਰ ਲਿਆ, ਪੈਡੀਕਿਉਰ ਕਰ ਲਿਆ, ਬਾਲ ਬਣਾ ਲਏ, ਏਦਾਂ ਦਾ ਕੰਮ ਦੇ ਇਹਨੂੰ ਕਰਕੇ। ਤੁਹਾਡੇ ਲਾਗੇ ਬਹੁਤ ਵਧੀਆ ਬਿਊਟੀ ਪਾਰਲਰ ਆ, ਉਹ ਖਰੀਦ ਲਾ ਜੀ, ਤੇ ਉਹਦੇ ਨਾਲ ਇਹ ਬਿਜ਼ੀ ਹੋ ਜਾਊਗੀ। ਉਹਦੇ ਵੀ ਮਨ ਨੂੰ ਲੱਗਾ, ਤਰਕ ਲੱਗਾ ਵੀ ਇਹ ਠੀਕ ਹੈ ਗੱਲ ਕਰਦਾ। ਉਹਨੇ ਜਾ ਕੇ ਬਿਊਟੀ ਪਾਰਲਰ ਖਰੀਦ ਲਿਆ, ਤੇ ਉਹਦੇ ਘਰ ਵਾਲੀ ਨੇ ਬਿਊਟੀ ਪਾਰਲਰ ਦੀ ਮੈਨੇਜਰ ਬਣ ਗਈ। ਹੁਣ ਉੱਥੇ ਜਾ ਕੇ ਆਪਣੀਆਂ ਸਹੇਲੀਆਂ ਦੇ ਪੈਡੀਕਿਉਰ ਕਰੇ, ਮੈਨੀਕਿਉਰ ਕਰੇ, ਉਹ ਦੁਕਾਨ ਤੇ ਕਿਟੀ ਪਾਰਟੀ ਕਰ ਲੈਣੀ, ਫਿਰ ਮੁਫਤ ਉਹਨਾਂ ਦੇ ਸਾਰਿਆਂ ਦੇ ਪੈਡੀਕਿਉਰ ਕਰਨੇ, ਮੈਨੀਕਿਉਰ ਕਰਨੇ, ਉਹਨਾਂ ਨੂੰ ਸੋਹਣੇ ਬਣਾ ਕੇ ਭੇਜਣਾ। ਉਹ ਫਿਰ ਉਦੋਂ ਬਾਅਦ ਉਹਨੇ ਸਾਰੀ ਦੀ ਸਾਰੀ ਟੀਮ ਨੇ ਉਹਦੀ ਦੁਕਾਨ ਤੇ ਆ ਜਾਣਾ ਸ਼ਾਪਿੰਗ ਕਰਨ। ਫਿਰ ਉਦੋਂ ਬਾਅਦ ਸੁਨਿਆਰਿਆਂ ਦੇ ਜਾ ਵੜਨਾ। ਉਹ ਕਹਿੰਦਾ ਵੀ
ਅੱਗੇ ਨਾਲ ਵੀ ਜ਼ਿਆਦਾ ਦੁਖੀ ਹੋ ਗਿਆ ਮੈਂ ਤਾਂ। ਹਾਂਜੀ। ਇਹ ਬਣਾਉਂਦੀ ਕੁਛ ਨਹੀਂ ਆ, ਉੱਥੇ ਉਜਾੜਾ ਪਾਉਂਦੀ ਹੈ। ਹਾਂਜੀ। ਫੇਰ ਮਾਮੇ ਦੇ ਕੋਲ ਜਾ ਵੜੇ। ਮਾਮਾ ਜੀ ਕਹਿੰਦਾ ਵੀ ਤੁਸੀਂ ਕਹਿੰਦੇ ਸੀ ਉਹਨੂੰ ਬਿਜ਼ੀ ਕਰ, ਉਹ ਬਿਜ਼ੀ ਕਾਹਦੀ ਹੋਈ ਆ ਉੱਥੇ ਤਾਂ। ਫੇਰ ਅੱਗੇ ਘਰ ਕਿੱਟੀਆਂ ਪਾਰਟੀਆਂ ਚੱਲਦੀਆਂ ਸੀ, ਹੁਣ ਸਾਡੇ ਬਿਊਟੀ ਪਾਰਲਰ 'ਚ ਕਿੱਟੀਆਂ ਪਾਰਟੀਆਂ ਚੱਲਦੀਆਂ। ਫਰਕ ਕੋਈ ਨਹੀਂ ਪਿਆ। ਅੱਗੇ ਉਹ ਆਪਣੇ ਪੈਸੇ ਲਾ ਕੇ ਪੈਡੀਕਿਉਰ ਮੈਨੀਕਿਉਰ ਕਰਾ ਕੇ ਆਉਂਦੀਆਂ ਹੁੰਦੀਆਂ ਸੀ, ਹੁਣ ਸਾਡੇ ਪੈਸਿਆਂ ਤੇ ਕਰਾ ਕੇ ਜਾਂਦੀਆਂ। ਹਾਂਜੀ। ਤੇ ਉਦੋਂ ਬਾਅਦ ਫੇਰ ਆ ਜਾਂਦੀਆਂ ਸਾਡੀ ਦੁਕਾਨ ਤੇ, ਜਿੰਨੀਆਂ ਸੂਟ ਸਾੜੀਆਂ ਲਹਿੰਗੇ ਚੱਕ ਕੇ ਚੱਲ ਜਾਂਦੀਆਂ। ਮੇਰੇ ਘਰ ਵਾਲੀ ਤਾਂ ਮੁਫਤ ਚੱਕਦੀ ਆ, ਦੂਜਿਆਂ ਨੂੰ ਵੀ ਡਿਸਕਾਊਂਟ ਦਵਾਉਂਦੀ ਹੈ। ਹਾਂਜੀ। ਉਹ ਮਾਮਾ ਵੀ ਬਿਜ਼ਨਸਮੈਨ ਉਹੀ ਸੋਚ ਸਕਦਾ ਸੀ, ਬਿਜ਼ਨਸ ਬਾਰੇ ਹੀ ਸੋਚ ਸਕਦਾ। ਹਾਂਜੀ। ਉਹਨੂੰ ਹੋਰ ਕੁਝ ਨਹੀਂ ਸੀ ਪਤਾ। ਉਹ ਕਹਿੰਦਾ ਏਦਾਂ ਕਰ, ਦੇਖ ਬਿਊਟੀ ਪਾਰਲਰ ਤਾਂ ਖੋਲਤਾ, ਇਹ ਤਾਂ ਉਹਨੂੰ ਪਸੰਦ ਆਉਂਦਾ ਹੈ। ਇੱਥੇ ਤਾਂ ਮਹਿਕਾਂ ਆਉਂਦੀਆਂ, ਭਾਵੇਂ ਮਹਿਕਾਂ ਆਉਂਦੀਆਂ ਉਹ ਕੈਮੀਕਲਸ ਦੀਆਂ ਆਉਂਦੀਆਂ ਹੋਣ, ਪਰ ਮਹਿਕਾਂ ਤਾਂ ਆਉਂਦੀਆਂ ਨਾ। ਹਾਂਜੀ। ਸੋਹਣੇ ਥਾਂ ਤੇ ਬੈਠੀ ਆ, ਉੱਥੇ ਕਿਟੀ ਪਾਰਟੀਜ਼ ਕਰਦੀ ਹੈ। ਕਹਿੰਦਾ ਅੱਜ ਕੱਲ ਪੈਂਡੈਮਿਕ ਆ, ਲੋਕੀ ਦੇਖਿਆ ਵੀ ਘਰਾਂ ਦੇ ਵਿੱਚ ਖਾਣਾ ਨਹੀਂ ਬਣਾਉਂਦੇ। ਤੂੰ ਕੋਈ ਏਦਾਂ ਦੀ ਹਲਵਾਈ ਕੰਮ ਹੋਟਲ ਖੋਲ, ਜਿੱਥੇ ਖਾਣਾ ਲੋਕੀ ਆਉਣ, ਆਰਡਰ ਕਰਨ, ਚੱਕ ਕੇ ਲਿਜਾਣ। ਟਿਫਨ ਸਰਵਿਸ ਤੇ ਨਾਲ ਮਠਿਆਈਆਂ ਦੀ ਦੁਕਾਨ ਹੋਵੇ, ਜਿੱਥੇ ਜਲੇਬੀਆਂ ਬਣਨ, ਜਿੱਥੇ ਮਠਿਆਈਆਂ ਬਣਨ, ਸਮੋਸੇ ਬਣਨ, ਕੁਲਚੇ ਬਣਨ। ਤੇ ਉਹ ਕਹਿੰਦਾ ਫੇਰ ਉੱਥੇ ਜਾਣ ਲੱਗ ਪਊਗੀ। ਕਹਿੰਦਾ ਨਾ ਨਾ ਨਾ, ਤੇਰੀ ਘਰ ਵਾਲੀ ਕਹਿੰਦਾ ਇਹ ਧਨਾਡਾਂ ਦੇ ਪੜੀ ਆ, ਇਹਨੂੰ ਤਾਂ ਉਹ ਬਿਊਟੀ ਪਾਰਲਰ ਵਾਲੀ ਚੀਜ਼ਾਂ ਪਸੰਦ ਆ। ਇਹਨੇ ਕਿੱਥੇ ਜਾਣਾ ਹਲਵਾਈ ਦੀ ਦੁਕਾਨ ਤੇ, ਉੱਥੇ ਤਾਂ ਸੜੇ ਘੇ ਦੀ ਮੁਸ਼ਕ ਆਉਂਦਾ ਹੁੰਦਾ। ਹਾਂਜੀ। ਸੜਿਆ ਤੇਲ ਦਾ ਮੁਸ਼ਕ ਆਉਂਦਾ। ਇਹਨੇ ਨਹੀਂ ਜਾਣਾ, ਤੂੰ ਇਹਦਾ ਨਾ ਫਿਕਰ ਕਰ। ਤੇਰੇ ਪੈਸੇ ਵੀ ਆਉਣਗੇ ਉਸ ਦੁਕਾਨ ਦੇ, ਜੋ ਜਾੜਾ ਤੁਹਾਡੀਆਂ ਦੋਹਾਂ ਦੁਕਾਨਾਂ ਤੇ ਪੈ ਰਿਹਾ ਨਾ, ਉਹਦਾ ਘਾਟਾ ਪੂਰਾ ਉਸ ਦੁਕਾਨ ਨੇ ਕਰ ਦੇਣਾ ਜੀ। ਉਹਨੇ ਸੋਚਿਆ ਵੀ ਮਾਮਾ ਦਲੀਲ ਤਾਂ ਚੰਗੀ ਦਿੰਦਾ। ਦੇਖੋ ਵੀ ਮਾਮਾ ਨੇ ਦਲੀਲਾਂ ਤਾਂ ਚੰਗੀਆਂ ਦਿੱਤੀਆਂ ਸੀ, ਪਰ ਵਰਕ ਕੀਤੀਆਂ ਨਹੀਂ। ਉਹ ਕੰਮ ਕਰਦੀਆਂ ਵੀ ਉਲਟਾ ਕੰਮ ਕਰਦੀਆਂ ਨਾ, ਬੈਕਫਾਇਰ ਹੋ ਜਾਂਦਾ, ਕਈ ਵਾਰ ਰਿਵਰਸ ਗੇਅਰ ਚੱਲ ਜਾਂਦਾ। ਹਾਂਜੀ। ਤੇ ਉਹਨੇ ਫਿਰ ਦੁਕਾਨ ਖੋਲ ਲਈ, ਹੋਟਲ ਕੰਮ ਰੈਸਟੋਰੈਂਟ। ਉਹਦੇ ਵਿੱਚ ਮਠਾਈਆਂ, ਉਹਦੇ ਵਿੱਚ ਸਮੋਸੇ, ਕੁਲਚੇ, ਜਲੇਬੀਆਂ ਬਣਾਉਣੀ, ਤੇ ਨਾਲ ਟਿਫਿਨ ਸਰਵਿਸ ਸ਼ੁਰੂ ਕਰਤੀ ਵੀ ਲੋਕੀ ਆਰਡਰ ਕਰਨ ਤਾਂ ਇੱਥੋਂ ਚੱਕ ਕੇ ਲਿਜਾਣ ਖਾਣਾ। ਹਾਂਜੀ। ਉਹ ਘਰ ਵਾਲੀ ਉਹ ਗੱਲ ਠੀਕ ਨਿਕਲੀ ਵੀ ਸੜੇ ਹੋਏ ਘਿਓ ਦੇ ਕੋਲ ਕੌਣ ਲੰਘੇ। ਉਹਨੇ ਇੱਕ ਬੰਦਾ ਰੱਖ ਲਿਆ ਘਰ 'ਚ ਹੋਰ ਆਪਣੀ ਦੁਕਾਨ ਤੇ ਵੀ ਜਿਹੜੀ ਮੈਂ ਕਿਟੀ ਪਾਰਟੀਜ਼ ਕਰਦੀ ਆ ਜਾਂ ਘਰ ਦੇ ਵਿੱਚ ਪਾਰਟੀਆਂ ਕਰਦੀ ਆ, ਤੂੰ ਉੱਥੋਂ ਸਮਾਨ ਚੱਕਣਾ ਤੇ ਸਾਡੇ ਘਰ ਛੱਡ ਕੇ ਆਉਣਾ, ਸਾਡੀ ਦੁਕਾਨ ਤੇ ਛੱਡਣਾ। ਉਹ ਇਹ ਨਹੀਂ ਵੀ ਉਹ ਆਪ ਨਹੀਂ ਜਾ ਸਕਦੀ ਤਾਂ ਉਹਨੇ ਇੰਤਜ਼ਾਮ ਤਾਂ ਕਰ ਲਿਆ ਨਾ। ਹਾਂਜੀ। ਉਹ ਹੋਰ ਖਰਚਾ ਹੋ ਗਿਆ ਘਰੇ। ਹਾਂਜੀ। ਉਧਰੋਂ ਵੀ ਖਰਚਾ ਕਿ ਉਹਦੀ ਕਿਟੀ ਪਾਰਟੀਆਂ ਵੀ ਵੱਡੀਆਂ ਹੋਈਆਂ। ਹੁਣ ਸ਼ਹਿਰ ਦੀ ਜਿਹੜੀ ਵੀ ਮੰਨੀ ਪਰਮੰਨੀ ਔਰਤ ਆ, ਉਹ ਇਹੀ ਚਾਹੁੰਦੀ ਸੀ ਵੀ ਸਰਦਾਰਨੀ ਦੇ ਘਰ ਜਾਈਏ, ਇਹਦੀ ਕਿਟੀ ਪਾਰਟੀ ਤੇ ਸਾਨੂੰ ਵੀ ਸੱਦੇ। ਹਾਂਜੀ। ਤੇ ਉਹਦੀ ਕਿਟੀ ਪਾਰਟੀ ਵੀ ਵੱਡੀ ਹੋਈ ਜਾਣ, ਤੇ ਉਹ ਖਾਣੇ ਦਾ ਉਜਾੜਾ ਵੀ ਜ਼ਿਆਦਾ ਹੋਈ ਜਾਵੇ। ਹਾਂ, ਖਰਚੇ ਵਧੀ ਗਏ। ਤੇ ਫੇਰ ਉਦੋਂ ਬਾਅਦ ਉਹਦੀ ਦੁਕਾਨ ਲੁੱਟਣ ਆ ਜਾਣਾ। ਤੇ ਫੇਰ ਉਹਨੇ ਸੋਚਿਆ ਵੀ ਇਹ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਖੜੀ ਹੈ। ਤੇ ਉਹ ਹੱਲ ਲੱਭਣ ਲਈ ਹੁਣ ਕਹਿੰਦਾ ਵੀ ਮਾਮੇ ਤੋਂ ਨਹੀਂ ਜਾਣਾ, ਕਿਉਂਕਿ ਮਾਮੇ ਨੇ ਪੰਗਾ ਹੀ ਪਾਇਆ। ਜਿੰਨੇ ਮਾਮੇ ਨੇ ਸੋਲੂਸ਼ਨ ਦਿੱਤੇ ਸੀ ਨਾ, ਕੋਈ ਵੀ ਕੰਮ ਨਹੀਂ ਆਇਆ। ਅੱਛਾ, ਏਦਾਂ ਸੋਚਦੇ ਰਹੇ ਨੂੰ ਹਾਰਟ ਅਟੈਕ ਹੋ ਗਿਆ, ਨਾਲ ਹੀ ਸਟ੍ਰੋਕ ਹੋ ਗਿਆ। ਤਾਂ ਉਹਨੂੰ ਹਸਪਤਾਲ ਲਗਾਏ, ਬਚਦਾ ਗਿਆ ਉਹ। ਤਾਂ ਉਹਦੇ ਤੇ ਡਾਕਟਰਾਂ ਦੀ ਟੀਮ ਲੱਗੀ, ਪ੍ਰਾਈਵੇਟ ਹਸਪਤਾਲ ਸੀ, ਖਰਚਾ ਬਹੁਤ ਹੋਇਆ। ਸਟ੍ਰੋਕ ਤੇ ਸਟ੍ਰੋਕ 2-3 ਇਕੱਠੇ ਹੋ ਗਏ ਤੇ 3-4 ਮਹੀਨੇ ਉਹ ਹਸਪਤਾਲ ਰਿਹਾ। ਉਸ ਤੋਂ ਬਾਅਦ ਉਹਨੂੰ ਲਿਆਂਦਾ। ਉਹਦੇ ਵਿੱਚ ਦੁਕਾਨਾਂ ਵੀ ਘਾਟੇ ਤੇ ਜਾਣ, ਕਿਉਂਕਿ ਹੁਣ ਮਾਲਕ ਉੱਥੇ ਨਹੀਂ। ਫੇਰ ਉਹਨੂੰ ਘਰ ਲਿਆਂਦਾ। ਘਰ ਦੇ ਵਿੱਚੋਂ ਜਦੋਂ ਘਰ ਆਇਆ ਤੇ ਹਸਪਤਾਲ ਵਾਲਿਆਂ ਨੇ ਫੇਰ ਉਹਨਾਂ ਨੂੰ ਵਾਪਸ ਸੱਦ ਲਿਆ ਕਿ ਤੁਸੀਂ ਆਪਣੀ ਪਤਨੀ ਨੂੰ ਨਾਲ ਲੈ ਕੇ ਆਇਓ, ਤੁਹਾਨੂੰ ਦੋਹਾਂ ਨੂੰ ਦੱਸਣਾ ਹੈ ਕਿ ਤੁਹਾਨੂੰ ਹਾਰਟ ਅਟੈਕ ਹੋਇਆ, ਤੁਹਾਨੂੰ ਸਟ੍ਰੋਕ ਹੋਇਆ, ਇਹਦੇ ਵਿੱਚ ਕੀ ਕਰਨਾ ਚਾਹੀਦਾ। ਹਾਂਜੀ। ਕਿਉਂਕਿ ਤੁਹਾਨੂੰ ਹਦਾਇਤਾਂ ਵੀ ਦੇਣੀਆਂ ਪੈਣੀਆਂ, ਕੱਲੀਆਂ ਗੋਲੀਆਂ ਨਹੀਂ ਕੰਮ ਕਰਦੀਆਂ ਜੀ। ਉਹ ਕਹਿੰਦੇ ਚੰਗੇ ਜੀ,
ਉਹ ਚਲ ਗਏ, ਜਾ ਕੇ ਡਾਕਟਰਾਂ ਦੀ ਟੀਮ ਦੇ ਨਾਲ ਬੈਠ ਗਏ। ਉਹਨਾਂ ਨੇ ਦੱਸਿਆ ਕਿ ਦੇਖੋ ਇਹ ਆਹ ਖਾ ਸਕਦੇ ਆ, ਆਹ ਚੀਜ਼ਾਂ ਜਿਹੜੀਆਂ ਨਹੀਂ ਖਾ ਸਕਦੇ। ਅੱਛਾ, ਉਹ ਕਹਿੰਦੇ ਜੀ ਠੀਕ ਹੈ। ਫਿਰ ਤੁਹਾਨੂੰ ਤਣਾਅ ਸਟ੍ਰੈਸ ਜ਼ਿਆਦਾ ਆਇਆ, ਤੁਹਾਨੂੰ ਇਹਦੇ ਬਾਰੇ ਵੀ ਕੁਝ ਕਰਨਾ ਚਾਹੀਦਾ। ਉਹ ਫਿਰ ਕਹਿੰਦੇ ਵੀ ਇੱਦਾਂ ਕਰਦੇ ਆ, ਅਸੀਂ ਕੁਝ ਗੱਲਾਂ ਤੁਹਾਡੀ ਪਤਨੀ ਨਾਲ ਹੀ ਕਰਨੀਆਂ, ਕਿਉਂਕਿ ਇਹ ਤੁਹਾਡੀ ਦੇਖਭਾਲ ਕਰਦੇ ਆ ਘਰ ਦੇ ਵਿੱਚ। ਇਹ ਬਹੁਤ ਜ਼ਰੂਰੀ ਆ ਵੀ ਇਹਨਾਂ ਨਾਲ ਗੱਲ ਪ੍ਰਾਈਵੇਟ ਗੱਲ ਕੀਤੀ ਜਾਵੇ। ਤੁਸੀਂ 10 ਮਿੰਟ ਉੱਥੇ ਬਾਹਰ ਬੈਠੋ ਤਾਂ ਅਸੀਂ ਇਹਨਾਂ ਦੇ ਨਾਲ ਗੱਲ ਕਰਨੀ। ਉਹ ਕਹਿੰਦਾ ਠੀਕ ਹੈ, ਕੋਈ ਗੱਲ ਨਹੀਂ, ਮੇਰੀ ਸਿਹਤ ਹੈ, ਹੋਰ ਤਾਂ ਕੋਈ ਇਸ਼ੂ ਹੀ ਨਹੀਂ। ਉਹ ਜਾ ਕੇ ਬਾਹਰ ਬੈਠ ਗਿਆ ਤੇ ਉਹਨਾਂ ਨੇ ਉਹਦੀ ਵਾਈਫ ਨਾਲ ਗੱਲ ਕਰਨ ਲੱਗ ਪਏ। ਉਹ ਕਹਿੰਦੇ ਵੀ ਦੇਖੋ ਮੈਡਮ, ਗੱਲ ਤਾਂ ਇਹ ਆ ਵੀ ਤੁਹਾਡੇ ਪਤੀ ਦੀ ਬਹੁਤ ਗੰਭੀਰ ਹਾਲਤ ਹੈ, ਬਚਣ ਦੇ ਚਾਂਸ ਬਹੁਤ ਘੱਟ ਹੈ। ਇਹਨਾਂ ਨੂੰ ਹਾਰਟ ਅਟੈਕ ਵੀ ਹੋਇਆ, ਇਹਨਾਂ ਨੂੰ ਸਟ੍ਰੋਕ ਵੀ ਹੋਇਆ, ਬਹੁਤ ਜ਼ਬਰਦਸਤ ਸਟ੍ਰੋਕ ਹੋਇਆ, ਬਹੁਤ ਜ਼ਬਰਦਸਤ ਹਾਰਟ ਅਟੈਕ ਹੋਇਆ। ਤਾਂ ਇਹਨਾਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਹੈ। ਸਟ੍ਰੈਸ ਅਸੀਂ ਇਹਨਾਂ ਨੂੰ ਪੁੱਛਿਆ ਵੀ ਕਿਉਂ ਆ। ਇਹਨਾਂ ਨੇ ਦੱਸਿਆ ਵੀ ਤੁਸੀਂ ਕਿਟੀ ਪਾਰਟੀਜ਼ ਕਰਦੇ ਆ, ਤੁਸੀਂ ਸਹੇਲੀਆਂ ਦੇ ਨਾਲ ਸ਼ਾਪਿੰਗ ਕਰਦੇ ਫਿਰਦੇ ਆ, ਤੁਹਾਨੂੰ ਕੋਈ ਦਿਲਚਸਪੀ ਨਹੀਂ ਘਰ ਦੇ ਵਿੱਚ ਕੀ ਹੋ ਰਿਹਾ। ਤੁਸੀਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਾਹਰੋਂ ਹੀ ਮੋੜ ਦਿੰਦੇ ਆ, ਆਪਣੇ ਰਿਸ਼ਤੇਦਾਰ ਤੁਹਾਡੇ ਆਈ ਜਾਂਦੇ ਆ। ਹਾਂਜੀ, ਜੇ ਤੁਸੀਂ ਇਹ ਸਾਰੀਆਂ ਗੱਲਾਂ ਛੱਡ ਦਿਓ ਤਾਂ ਹੋ ਸਕਦਾ ਅਸੀਂ ਇਹਨਾਂ ਨੂੰ ਬਚਾ ਲਈਏ। ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਇਹ ਗੱਲਾਂ ਛੱਡੋ, ਜਿੱਦਾਂ ਇਹ ਕਹਿੰਦੇ ਆ ਉਦਾਂ ਹੀ ਕਰੋ ਜੀ। ਤੇ ਇਹੀ ਤਰੀਕਾ ਹੈ ਇੱਕ ਬਚਣ ਦਾ, ਨਹੀਂ ਤਾਂ ਬਚਾਓ ਮੁਸ਼ਕਲ ਹੈ। ਹਾਂਜੀ, ਉਹਨੇ ਗੱਲਬਾਤ ਉਹਨਾਂ ਦੀ ਸੁਣੀ, ਉਹ ਬਾਹਰ ਨਿਕਲੀ, ਕਹਿੰਦੀ ਚਲੋ ਸਰਦਾਰ ਜੀ ਘਰ ਨੂੰ ਚੱਲੀਏ। ਦੋਵੇਂ ਜਾਣੇ ਕਾਰ ਦੇ ਵਿੱਚ ਬੈਠੇ, ਡਰਾਈਵਰ ਮੋਹਰੇ ਚਲਾ ਰਿਹਾ ਤੇ ਉਹ ਬੰਦਾ ਪੁੱਛਦਾ, ਰਾਹ ਦੇ ਵਿੱਚ ਜਾਂਦਾ, ਕਹਿੰਦਾ ਮੈਨੂੰ ਤਾਂ ਡਾਕਟਰਾਂ ਨੇ ਉੱਥੇ ਮੀਟਿੰਗ ਚੋਂ ਕੱਢ ਦਿੱਤਾ ਸੀ, ਵੀ ਤੇਰੇ ਨਾਲ ਗੱਲਬਾਤ ਕੀਤੀ ਸੀ, ਤੈਨੂੰ ਕੀ ਕਹਿੰਦੇ ਸੀ? ਹਾਂਜੀ, ਉਹ ਕਹਿੰਦੀ ਮੈਨੂੰ ਉਹ ਕਹਿੰਦੇ ਸੀ ਵੀ ਤੇਰੇ ਬਚਣ ਦੇ ਚਾਂਸ ਕੋਈ ਨਹੀਂ। ਉਹਨੇ ਦੱਸਤਾ ਆਪਣੇ ਹਸਬੈਂਡ ਨੂੰ ਡਾਇਰੈਕਟਲੀ। ਉਹਨੇ ਇਹ ਦੱਸਤਾ ਵੀ ਜਿਹੜੀਆਂ ਗੱਲਾਂ ਉਹ ਮੈਨੂੰ ਕਹਿੰਦੇ ਆ ਵੀ ਤੂੰ ਕਿਟੀ ਪਾਰਟੀ ਨਹੀਂ ਕਰਨੀ, ਤੂੰ ਸਹੇਲੀਆਂ ਨਹੀਂ, ਮੈਂ ਤਾਂ ਉਹਨਾਂ ਤੋਂ ਹਟਣਾ ਨਹੀਂ। ਹਾਂਜੀ, ਜੇ ਮੈਂ ਉਹਨਾਂ ਤੋਂ ਹਟੂੰਗੀ ਤਾਂ ਹੀ ਚਾਂਸ ਆ ਨਾ ਜੀ, ਤੇ ਮੈਂ ਉਹਨਾਂ ਤੋਂ ਹਟਣਾ ਨਹੀਂ, ਤੇਰੇ ਚਾਂਸ ਕੋਈ ਨਹੀਂ। ਜੀ ਡਾਕਟਰ ਸਾਹਿਬ, ਦੇਖੋ ਤੁਸੀਂ ਕਹਾਣੀ ਤਾਂ ਬੜੀ ਸੋਹਣੀ ਸੁਣਾਈ। ਦੇਖੋ ਤੁਸੀਂ ਵਾਈਫ ਨੇ ਉਹਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਉਹ ਹੋਰ ਲੰਬੀ ਚੌੜੀ ਗੱਲ ਖਿੱਚਣ ਤੋਂ ਕਿ ਮੈਂ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਣਾ, ਮੈਂ ਸਾਰੇ ਕੰਮ ਉਦਾਂ ਹੀ ਕਰਨੇ ਆ, ਤੇਰੇ ਕੋਲੇ ਥੋੜੇ ਦਿਨ ਹੈਗੇ, ਤੂੰ ਦੇਖ ਲਾ ਹੁਣ ਕਿਵੇਂ ਗੁਜ਼ਾਰਨੇ ਆ। ਸਟ੍ਰੈਸ ਹੈਗੀ ਆ, ਸਟ੍ਰੈਸ ਹੋਣੀ ਆ ਜੀ। ਹੁਣ ਅਸੀਂ ਅਕਸਰ ਕਹਿ ਦਿੰਦੇ ਨਾ ਵੀ ਬਿਜ਼ਨਸ ਕਰਨਾ ਚਾਹੀਦਾ, ਕਿਉਂਕਿ ਬੰਦਾ ਕਮ ਸੇ ਕਮ ਘਰੋਂ ਤਾਂ ਨਿਕਲਦਾ ਨਾ, ਬਾਹਰ ਜਾਂਦਾ ਆ, ਬਾਹਰ ਜਾ ਕੇ ਇੱਕ ਤਾਂ ਬਿਜ਼ਨਸ ਦੇ ਉਹਨਾਂ ਨੂੰ ਉਹਦੀ ਸਟ੍ਰੈਸ ਆ। ਹਾਂਜੀ, ਉੱਥੇ EMPLOYEES ਨਾਲ ਡੀਲ ਕਰਦੇ ਆ, ਉੱਥੇ ਤੁਸੀਂ ਦੇਖਦੇ ਹੋਣੇ ਦੁਕਾਨਦਾਰਾਂ ਤੇ ਗੱਲੇ ਦੇ ਲਾਗੇ ਮਾਲਕ ਬੈਠਾ ਹੁੰਦਾ ਜੀ, ਕਿਉਂਕਿ ਗੱਲਾ ਨਹੀਂ EMPLOYEES ਦੇ ਕੋਲ ਛੱਡਣਾ ਚਾਹੁੰਦੇ। ਹਾਂਜੀ, ਕਿਉਂਕਿ ਗੱਲਾ ਸਾਫ਼ ਕਰ ਜਾਣਾ ਉਹਨਾਂ ਨੇ। ਫਿਰ ਉਹਨੂੰ ਦੇਖਣਾ ਪੈਂਦਾ ਵੀ ਕਿਹੜਾ EMPLOYEE ਆ ਜਿਹੜਾ ਕੰਮ ਕਰਦਾ, ਕਿਹੜਾ ਨਹੀਂ ਕਰਦਾ। ਕਈ ਐਵੇਂ ਹੁੰਦੇ ਆ ਨੱਠੀ, ਕਦੇ ਉਧਰ ਚਲ ਜਾਣਾ, ਕਦੇ ਉਧਰ ਚਲ ਜਾਣਾ, ਮੈਂ ਤੁਹਾਨੂੰ ਚਾਹ ਲਿਆ ਕੇ ਦੇਣਾ ਜੀ, ਮੈਂ ਤੁਹਾਨੂੰ ਸਮੋਸਾ ਲਿਆ ਕੇ ਦੇ ਦਿੰਦਾ, ਇਸ ਤਰ੍ਹਾਂ ਦੇ ਕੰਮ ਕਰਨ ਵਾਲੇ। ਹਾਂਜੀ, ਤੇ ਫਿਰ ਇਹਨਾਂ ਦੇ ਐਡੀਸ਼ਨਲ ਵੀ ਪ੍ਰੋਬਲਮ ਸੀ ਕਿ ਘਰ ਵਾਲੀ ਨੇ ਟੀਮ ਲੈ ਕੇ ਆ ਜਾਣਾ। ਹਾਂਜੀ, ਕਿ ਆਹ ਸੂਟ ਮੈਨੂੰ ਦੇ ਦੇ, ਆਹ ਲਹਿੰਗਾ ਮੈਨੂੰ ਦੇ ਦੇ, ਆਹ ਸਾੜੀ ਮੈਨੂੰ ਦੇ ਦੇ। ਤੇ ਉਹ ਹੁਣ ਮੁਫਤ, ਇੱਕ ਦੁਕਾਨਦਾਰ ਨੂੰ ਡਿਸਕਾਊਂਟ ਦੇਣਾ ਤਾਂ ਮੁਫਤ ਦੇਣੇ, ਇਹ ਮੌਤ ਦੇ ਬਰਾਬਰ ਹੈ। ਹਾਂਜੀ, ਸੋ ਬਿਜ਼ਨਸ ਦੇ ਨਾਲ ਹਾਂ ਮਨ ਤਾਂ ਉਧਰ ਪੈਂਦਾ ਆ ਜੀ, ਪਰ ਮਨ ਤੇ ਭਾਰ ਵੀ ਪੈਂਦਾ ਨਾ। ਹਾਂਜੀ, ਇੱਕ ਤਾਂ ਬਿਜ਼ਨਸ ਦਾ ਭਾਰ ਹੈ ਜੀ, ਦੂਸਰਾ ਉਹ ਜਿਹੜਾ ਪਹਿਲਾਂ ਘਰ ਚੱਲਦਾ ਸੀ ਹੁਣ ਉਹ ਦੁਕਾਨ ਤੇ ਚੱਲਦਾ। ਹਾਂਜੀ, ਸੋ ਜਿਹੜੀ ਟੈਨਸ਼ਨ ਆ ਲੋਕਾਂ ਨੂੰ, ਕਹਿੰਦੇ ਹੁੰਦੇ ਨਾ, ਜਿੱਦਾਂ ਪੰਜਾਬੀ ਦੇ ਵਿੱਚ ਕਹਾਵਤ ਹੈ ਨਾ, ਊਠ ਲੱਦੇ ਵੀ ਕਰਲਾਉਂਦੇ ਜਾਂਦੇ ਆ ਤੇ ਖਾਲੀ ਵੀ ਕਰਲਾਉਂਦੇ ਆ। ਹਾਂਜੀ, ਚਾਹੇ ਬਿਜ਼ਨਸ ਹੋਵੇ ਚਾਹੇ ਨਾ ਹੋਵੇ, ਜਿਹੜਾ ਇਨਸਾਨ ਆ ਉਹਨੂੰ ਸਟ੍ਰੈਸ ਹੋਣੀ, ਉਹਨੂੰ ਫਿਕਰ ਹੋਣਾ ਹੀ ਹੋਣਾ। ਹਾਂਜੀ, ਬਿਲਕੁਲ। ਹਾਂ, ਬਹੁਤੇ ਬੰਦੇ ਇਦਾਂ ਕਹਿਣਗੇ ਕਿ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਤਾਂ ਕੋਈ ਫਿਕਰ ਨਹੀਂ, ਆ ਵੀ ਫਿਕਰ ਆ। ਹਾਂਜੀ, ਇਸ ਗੱਲ ਤੇ ਵੀ ਫਿਕਰ ਕਰਨਾ ਚਾਹੀਦਾ ਵੀ ਇਹਨੂੰ ਸਮਝ ਕਿਉਂ ਨਹੀਂ ਆਉਂਦੀ। ਹਾਂਜੀ, ਚਲੋ ਅੱਜ ਦਾ ਵਿਚਾਰ ਦੱਸੋ ਜੀ। ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਪੱਥਰ ਵਿੱਚ ਭਗਵਾਨ ਹੈ, ਇਹ ਸਮਝਾਉਣ 'ਚ ਧਰਮ ਸਫਲ ਰਿਹਾ।
ਇਨਸਾਨ ਵਿੱਚ ਇਨਸਾਨ ਹੈ, ਇਹ ਸਮਝਾਉਣ ਵਿੱਚ ਧਰਮ ਅੱਜ ਵੀ ਅਸਫਲ ਹੈ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।